किसान मजदूर एकता, मोदी सरकार मुर्दाबाद, काले कानून वापस लो। ਅਲਟੀਮੇਟਲੀ ਜਿਵੇਂ ਗ੍ਰੀਨ ਰੈਵੋਲੂਸ਼ਨ ਲਈ ਅਨੇਬਲਿੰਗ ਐਨਵਾਇਰਨਮੈਂਟ ਬਣਿਆ ਹੈਗਾ, ਉਸੇ ਤਰ੍ਹਾਂ ਹੀ ਅਨੇਬਲਿੰਗ ਐਨਵਾਇਰਨਮੈਂਟ ਜਿਹੜਾ ਇਹਨੇ ਕੰਟਰੈਕਟ ਫਾਰਮਿੰਗ ਨੇ ਐਸਾ ਬਣਾ ਦੇਣਾ ਕਿ ਇਹ ਅਲਟੀਮੇਟਲੀ ਜਿਹੜੇ ਕਿਸਾਨਾਂ ਦੇ ਹਿੱਤ 'ਚ ਨਹੀਂ, ਕਾਰਪੋਰੇਟਸ ਦੇ ਹਿੱਤ 'ਚ ਭੁਗਤਣਗੇ। ਔਰ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹ ਜ਼ਮੀਨ ਹਥਿਆ ਲੈਣਗੇ, ਪਰ ਐਨਵਾਇਰਨਮੈਂਟ ਇੱਦਾਂ ਦਾ ਬਣ ਸਕਦਾ ਹੈ ਕਿ ਛੋਟਾ ਕਿਸਾਨ ਜਿਹੜਾ ਉਹ ਇਸ ਲਈ ਮਜਬੂਰ ਵੀ ਹੋ ਜਾਵੇ ਜ਼ਮੀਨ ਵੇਚਣ ਲਈ। 1995 ਦੇ ਵਿੱਚ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋਂਦ ਦੇ ਵਿੱਚ ਆਈ ਸੀ ਔਰ ਸਾਡਾ ਦੇਸ਼ ਇਹਦਾ ਮੈਂਬਰ ਬਣਿਆ ਸੀ, ਤਾਂ ਉਸ ਵਕਤ ਵੀ ਜੇ ਤੁਸੀਂ ਸਟੇਟਮੈਂਟਸ ਕੱਢੋ ਤਾਂ ਉਦੋਂ ਵੀ ਦੇਸ਼ ਦੇ ਕਿਸਾਨਾਂ ਨੇ ਇਹ ਕਿਹਾ ਸੀ ਵੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣ ਕੇ ਉਸ ਐਗਰੀਮੈਂਟ ਤੇ ਸਾਈਨ ਕੀਤੇ ਨੇ, ਉਹ ਕਿਸਾਨਾਂ ਦੇ ਡੈਥ ਦੇ ਫਰੰਟ ਨੇ। ਤਾਂ ਹੀ ਇਹ ਜਿਹੜੀ ਲੜਾਈ ਸੀ, ਭਾਵੇਂ ਕਿ ਪੰਜਾਬ ਤੋਂ ਸ਼ੁਰੂ ਹੋਈ ਸੀ, ਪਰੰਤੂ ਇਹਦੀ ਜਿਹੜੀ ਅਸਲੀਅਤ ਜਦੋਂ ਦੱਸਦੇ ਲੋਕਾਂ ਨੂੰ ਪਤਾ ਲੱਗਾ ਤੇ ਅੱਜ ਇਹ ਜਿਹੜੀ ਆ ਦੇਸ਼ ਪੱਧਰ ਤੇ ਬਹੁਤ ਤੇਜ਼ੀ ਨਾਲ ਜਿਹੜੀ ਉਹ ਫੈਲ ਚੁੱਕੀ ਆ। ਅੱਜ ਕਿਸਾਨ ਦੀ ਹੋਂਦ ਖਤਰੇ 'ਚ ਹੈ, ਕਿਉਂਕਿ ਅੱਜ ਕਿਸਾਨ ਨੂੰ ਆਪਣੀ ਹੀ ਜ਼ਮੀਨ ਆਪਣੇ ਹੱਥਾਂ 'ਚੋਂ ਖਿਸਕਦੀ ਹੋਈ ਦਿਖਾਈ ਦੇ ਰਹੀ ਹੈ। ਅੱਜ ਕਿਸਾਨ ਇਹ ਨਹੀਂ ਸਮਝ ਪਾ ਰਿਹਾ ਕਿ ਆਖਿਰ ਉਹਨਾਂ ਨਾਲ ਸਦੀਆਂ ਤੋਂ ਹੀ ਵਿਤਕਰਾ ਕਿਉਂ ਹੁੰਦਾ ਆ ਰਿਹਾ ਹੈ, ਆਖਿਰ ਉਹਨਾਂ ਦੀ ਸਾਰ ਕੋਈ ਕਿਉਂ ਨਹੀਂ ਲੈਂਦਾ। ਹੁਣ ਲੋਕਾਂ ਨੇ ਮਹਿਸੂਸ ਕੀਤਾ ਕਿ ਅਸੀਂ ਆਜ਼ਾਦ ਨਹੀਂ ਆ। ਆਜ਼ਾਦੀ ਸਿਰਫ ਕੁਝ ਲੀਡਰ ਹੀ ਮੰਨਦੇ ਆ, ਬਾਕੀ ਪੂਰਾ ਕਿਸਾਨ ਮਜ਼ਦੂਰ ਜਿੰਨੇ ਵੀ ਲੋਕ ਆ, ਅਸੀਂ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਅਸਲ ਵਿੱਚ ਜਕੜੇ ਹੋਏ ਆ। ਇਹ ਜਿਹੜੇ ਕਾਨੂੰਨ ਸਾਡੇ ਤੇ ਬਣਾ ਠੋਪ ਰਹੇ ਆ, ਇਹ ਤਾਂ ਇੱਕ ਡਰਾਮੇਬਾਜ਼ੀ ਕਰ ਰਹੇ ਆ। ਜੋ ਕੁਝ ਵੀ ਆ ਹੈ, ਅਸੀਂ ਪਹਿਲਾਂ ਤੋਂ 47 ਤੋਂ ਕੋਈ ਆਜ਼ਾਦ ਨਹੀਂ ਹੋਏ। ਆਜ਼ਾਦੀ ਇੱਕ ਸਿਰਫ ਸਾਡੇ ਲੀਡਰਾਂ ਨੂੰ ਮਿਲੀ। ਜੇ ਇਹ ਕੋਈ ਗੱਲ ਗਲਤ ਹੋ ਜਾਂਦੀ ਜਾਂ ਅਸੀਂ ਲੋਕ ਇੱਥੇ ਨਾ ਆਉਂਦੇ, ਸਾਡੇ ਜਿਹੜੇ ਪੁਰਾਣਾ ਇਤਿਹਾਸ ਅਸੀਂ ਪੜ੍ਹਦੇ ਆ ਰਹੇ ਵੀ ਸਾਡੇ ਗੁਰੂਆਂ ਨੇ ਲੋਕਾਂ ਲਈ ਕੁਰਬਾਨੀਆਂ ਕੀਤੀਆਂ, ਕੀ ਕੁਛ ਕੀਤਾ, ਆਪਦੇ ਹੱਕਾਂ ਲਈ ਲੜੇ, ਜੇ ਕਿਤੇ ਅਸੀਂ ਇੱਥੇ ਨਾ ਆਉਂਦੇ ਤਾਂ ਇਹਨਾਂ ਨੇ ਸਾਡੇ ਇਤਿਹਾਸ ਨੂੰ ਵੀ ਝੂਠਾ ਦੱਸਣਾ ਸੀ। ਸੁਧਾਰ ਨਹੀਂ ਹੋਣਾ, ਬਲਕਿ ਇਸ ਤਰੀਕੇ ਨਾਲ ਕਿਸਾਨਾਂ ਨੂੰ ਖੇਤੀ ਚੋਂ ਬੇਦਖਲ ਕਰ ਦਿੱਤਾ ਜਾਊਗਾ ਔਰ ਇਹ ਜਿਹੜੀ ਖੇਤੀਬਾੜੀ ਦਾ ਕਿੱਤਾ ਹੈ, ਇਹ ਕਿਸਾਨ ਕੋਲ ਰਹਿਣਾ ਹੀ ਨਹੀਂ, ਇਹ ਕਾਰਪੋਰੇਟ ਕੋਲ ਚਲਾ ਜਾਣਾ ਹੈ। ਅਸੀਂ ਦੇਖਣ ਦੇ ਆ ਜੀ, ਬੜੇ ਜਿਹੜੇ ਵਪਾਰੀ ਸੀ ਉਹ ਭੱਜ ਗਏ ਨੇ, ਇੰਨੇ ਕਰੋੜਾਂ ਰੁਪਏ ਲੈ ਕੇ, ਹਜ਼ਾਰਾਂ ਕਰੋੜ ਰੁਪਏ ਲੈ ਕੇ ਉਹ ਭੱਜ ਗਏ ਨੇ। ਉਹਨਾਂ ਬੈਂਕਾਂ ਦਾ ਨਹੀਂ, ਉਹ ਕੁਝ ਬੈਂਕ ਨਹੀਂ ਉਹਨਾਂ ਦਾ ਕੁਝ ਵਿਗਾੜ ਸਕੇ। ਤੇ ਜੇ ਇੱਥੇ ਪੈਨ ਕਾਰਡ ਦੇ ਉੱਤੇ ਕੋਈ ਖਰੀਦ ਕੇ ਲੈ ਗਿਆ ਕਰੋੜਾਂ ਦੀ ਫਸਲ ਸਾਡੀ, ਤੇ ਮੁੜ ਕੇ ਉਹ ਸਾਨੂੰ ਨਾ ਲੱਭਿਆ, ਤੇ ਫਿਰ ਕਿਹਦੀ ਮਾਂ ਨੂੰ ਮਾਸੀ ਕਹਿਣਾ ਆ। ਇਹੀ ਵਜ੍ਹਾ ਹੈ ਕਿ ਕਿਸਾਨ ਅੱਜ ਡਰ ਵਿੱਚ ਜੀ ਰਿਹਾ ਹੈ ਕਿ ਉਸ ਦੇ ਪੁਰਖਿਆਂ ਵੱਲੋਂ ਬੰਜਰ ਤੋਂ ਉਪਜਾਊ ਬਣਾਈ ਗਈ ਜ਼ਮੀਨ ਕਿਸੇ ਹੋਰ ਦੀ ਹੋ ਜਾਏਗੀ, ਜਿਸ ਨੂੰ ਲੈ ਕੇ ਅੱਜ ਕਿਸਾਨ ਆਪਣੇ ਘਰ-ਬਾਰ ਛੱਡ ਕੇ ਕਾਲੀਆਂ ਰਾਤਾਂ ਦੇ ਵਿੱਚ ਖਿੜੇ ਮੱਥੇ ਕੇਂਦਰ ਸਰਕਾਰ ਨਾਲ ਆਪਣੇ ਜ਼ਮੀਰ ਤੇ ਜ਼ਮੀਨ ਦੀ ਲੜਾਈ ਲੜ ਰਿਹਾ ਹੈ। ਜਦੋਂ ਸਾਡੇ ਕੋਲ ਖੇਤੀ ਨਾ ਰਹੀ ਤੇ ਸਾਡਾ ਦੱਸੋ ਰਹਿ ਕੀ ਗਿਆ। ਅਸੀਂ ਘਰ-ਬਾਰ ਬੱਚਿਆਂ ਨੂੰ ਕਹਿ ਕੇ ਆਏ ਹਾਂ ਕਿ ਅਸੀਂ ਇੱਕ ਦਾ ਇੱਕ ਪਾਸਾ ਕਰਕੇ ਮੁੜਾਂਗੇ, ਹੋ ਸਕਦਾ ਸਾਡੀਆਂ ਲਾਸ਼ਾਂ ਆਉਣ ਚ ਨਾ ਆਉਣ, ਉਹ ਵੀ ਮਨਜ਼ੂਰ ਹੈ। ਕਹਿਣਾ ਕਿ ਧੌਣ ਪੇ ਗੋਡਾ ਰੱਖਣ ਵਾਸਤੇ ਆਏ ਆ। ਪੁੱਠਾ ਪੰਗਾ ਲੈ ਲਿਆ ਮੋਦੀ, ਆਓ ਤਾਂ ਜੱਟਾਂ ਦੀ ਜ਼ਮੀਨਾਂ ਨੂੰ ਹੱਥ ਪਾ ਕੇ। ਇਹ ਮੋਦੀ ਨੂੰ ਸਮਝ ਲੈਣਾ ਚਾਹੀਦਾ ਕਿ ਉਹਦੇ ਰਾਜ ਦਾ ਪਲਟਾ ਜਿਹੜਾ ਸ਼ੁਰੂ ਹੋ ਚੁੱਕਾ, ਉਹਦੀ ਉਲਟੀ ਗਿਲਤੀ ਸ਼ੁਰੂ ਹੋ ਚੁੱਕੀ ਆ। ਇਹ ਦੇਵਤੇ ਵਰਗੇ ਕਿਸਾਨਾਂ ਨੂੰ ਸਤਾ ਰਿਹਾ ਹੈ, ਇਹਦਾ ਭਲਾ ਨਹੀਂ ਹੋਏਗਾ, ਨਾ ਇੱਥੇ ਹੋਏਗਾ ਨਾ ਇੱਥੇ ਹੋਏਗਾ। ਜਦ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਬਿਲਕੁਲ ਨਹੀਂ ਇੱਥੇ ਹਿੱਲੂਗੇ। ਅੱਜ ਲੋਕਤੰਤਰ ਸਾਰਾ ਜਿਹੜਾ ਉਹ ਸੜਕਾਂ ਦੇ ਉੱਤੇ ਖੜਾ ਹੈ। ਕੋਈ ਵੀ ਅੰਦੋਲਨ ਐਵੇਂ ਹੀ ਸ਼ੁਰੂ ਨਹੀਂ ਹੋ ਜਾਂਦਾ। ਇਹ ਉਦੋਂ ਸ਼ੁਰੂ ਹੁੰਦੇ ਨੇ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਂਦੀ ਹੈ, ਜਦੋਂ ਹਾਕਮਾਂ ਦੇ ਅਤਿਆਚਾਰਾਂ ਤੋਂ ਆਮ ਜਨਤਾ ਤਰਾ ਕਰ ਉੱਠਦੀ ਹੈ।
ਪਰ ਜਦੋਂ ਅੰਦੋਲਨ ਇੱਕ ਵਾਰ ਸ਼ੁਰੂ ਹੋ ਜਾਂਦਾ ਹੈ ਤਾਂ ਆਪਣੇ ਮੁਕਾਮ ਤੱਕ ਪਹੁੰਚ ਕੇ ਜ਼ਾਲਮ ਸਰਕਾਰਾਂ ਦਾ ਤਖਤਾ ਪਲਟ ਕਰਕੇ ਹੀ ਸਮਾਪਤ ਹੁੰਦਾ ਹੈ, ਜਿਸ ਦਾ ਜ਼ਿੰਦਾ ਜਾਗਦਾ ਸਬੂਤ ਸਾਡੀ ਆਜ਼ਾਦੀ ਦਾ ਅੰਦੋਲਨ ਹੈ। ਅੰਦੋਲਨ ਦੀ ਖਾਸ ਗੱਲ ਇਹ ਹੈ ਕਿ ਬਿਨਾਂ ਸ਼ਹਾਦਤਾਂ ਤੋਂ ਕੋਈ ਵੀ ਅੰਦੋਲਨ ਕਾਮਯਾਬ ਨਹੀਂ ਹੁੰਦਾ ਤੇ ਅੰਦੋਲਨ ਸ਼ੁਰੂ ਕਰਨ ਵਾਲੇ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਸਰਕਾਰ ਦੇ ਅੜੀਅਲ ਰਵੱਈਏ ਤੇ ਹੋਣ ਵਾਲੇ ਅਤਿਆਚਾਰਾਂ ਤੋਂ ਭਲੀ ਭਾਂਤ ਜਾਣੂ ਹੁੰਦੇ ਨੇ, ਕਿਉਂਕਿ ਸਰਕਾਰਾਂ ਅੰਦੋਲਨ ਨੂੰ ਤਾਰ-ਪੀੜੋ ਕਰਨ ਲਈ ਕਈ ਹੱਥਕੰਡੇ ਅਪਣਾਉਂਦੀਆਂ ਨੇ, ਜੋ ਕਿ ਮੌਜੂਦਾ ਕਿਸਾਨ ਅੰਦੋਲਨ ਵਿੱਚ ਦਿਖਾਈ ਦੇ ਰਿਹਾ ਹੈ। ਅੱਜ ਇੱਕ ਮਤ ਨੇ ਐਡਾ ਵੱਡਾ ਸਮਰਥਨ, ਐਡੀ ਵੱਡੀ ਸਪੋਰਟ, ਐਡੀ ਵੱਡੀ ਲੋਕ ਰਾਏ ਮੈਂ ਕਹਿ ਸਕਦਾ ਹਾਂ ਕਿ ਕਿਸੇ ਵੀ ਕਾਨੂੰਨ ਦੇ ਖਿਲਾਫ ਅੱਜ ਤੱਕ ਦੇਸ਼ 'ਚ ਬਣੀ ਨਹੀਂ। ਭਾਵੇਂ 370 ਦਾ ਮਾਮਲਾ ਬਹੁਤ ਵੱਡਾ ਸੀ, ਪਰ ਐਡੀ ਵੱਡੀ ਦੇਸ਼ ਦੇ ਵਿੱਚ ਆਵਾਜ਼ ਨਹੀਂ ਸੀ ਬਣੀ ਜੋ ਖੇਤੀ ਕਾਨੂੰਨ ਦੇ ਸਵਾਲ ਦੇ ਉੱਪਰ ਬਣੀ ਹੈ। ਇਹ ਮੈਂ ਕਹਿੰਦਾ ਅੰਦੋਲਨ ਨੇ ਹੋਰ ਵੱਡਾ ਹੋਣਾ, ਹੋਰ ਤਿੱਖਾ ਹੋਣਾ, ਹੋਰ ਵਿਸ਼ਾਲ ਹੋਣਾ ਜਦ ਤੱਕ ਇਹ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਔਰ MSP ਦੇ ਸਾਨੂੰ ਕਾਨੂੰਨੀ ਗਰੰਟੀ ਨਹੀਂ ਮਿਲਦੀ। ਇਹ ਜਿਹੜਾ ਅੰਦੋਲਨ ਹੈ ਇਹ ਬਹੁਤ ਵੱਡਾ ਇੱਕ ਇਤਿਹਾਸਕ ਅੰਦੋਲਨ ਹੈ, ਬਹੁਤ ਵੱਡਾ ਇਤਿਹਾਸ ਸਿਰਜੇਗਾ ਦੇਸ਼ ਦੇ ਵਿੱਚ। ਇੱਕ ਮੈਂ ਨਾ ਵੀ ਜੋਸ਼ ਦੇ ਵਿੱਚ ਵੀ ਤੇ ਬੜੀ ਸਿਆਣਪ ਦੇ ਨਾਲ ਜਿਹੜੀ ਉਹ ਅੱਜ ਦਾ ਮੋਰਚਾ ਜਿਹੜਾ ਅਸੀਂ ਦੇਖ ਰਹੇ ਹਾਂ ਵੀ ਹੁਣ ਕਿਵੇਂ ਦਿੱਲੀ ਦੇ ਬਾਰਡਰਾਂ ਦੇ ਉੱਤੇ ਤੇ ਇੱਥੇ ਪੰਜਾਬ ਦੇ ਹਰ ਟੋਲ ਦੇ ਉੱਤੇ, ਸੜਕਾਂ ਦੇ ਉੱਤੇ, ਰੇਲਵੇ ਲਾਈਨਾਂ ਦੇ ਉੱਤੇ ਮੇਰੇ ਖਿਆਲ ਪਤਾ ਨਹੀਂ ਘੱਟੋ ਘੱਟ ਕਿੰਨਿਆਂ ਥਾਵਾਂ ਦੇ ਉੱਤੇ ਜਿਹੜੇ ਨੇ ਉਹ ਮੁਜ਼ਾਹਰੇ ਹੋ ਰਹੇ ਨੇ। ਉਹਨਾਂ ਮੁਜ਼ਾਹਰਿਆਂ ਦੇ ਵਿੱਚ ਓਡੀ ਹੀ ਵੱਡੀ ਗਿਣਤੀ ਦੇ ਵਿੱਚ ਜਿੰਨੇ ਪਹਿਲਾਂ ਮਰਦ ਸੀ ਉਸ ਤੋਂ ਜ਼ਿਆਦਾ ਗਿਣਤੀ ਦੇ ਵਿੱਚ ਔਰਤਾਂ ਵੀ ਆਈਆਂ, ਨੌਜਵਾਨ ਬੱਚੇ ਵੀ ਆਏ ਨੇ। ਕਿੱਥੋਂ ਹੈ ਮਾਤਾ, ਕੀ ਨਾਮ ਆ, ਕਿੰਨੀ ਉਮਰ ਆ, ਪਹਿਲਾਂ ਇਹ ਦੱਸੋ। 80 ਸਾਲ ਦੀਆਂ ਉੱਤੋਂ ਪੁੱਤ ਦੇਖ ਤਾਂ ਆਪਦੀ ਸਾਡੀ ਰੋਟੀ ਖੋਹੀ ਜਾਂਦੀ ਆ। ਜਵਾਕਾਂ ਦੀ ਬੱਚੇ ਸਾਡੇ ਕੀ ਕਹਿਣਗੇ ਹੈ, ਬੱਚੇ ਸਾਡੇ ਕੀ ਕਹਿਣਗੇ। ਮੇਰੇ ਵਰਗੀਆਂ ਬੁੜੀਆਂ ਤਾਂ ਪੁੱਤ ਰਜਾਈਆਂ ਚੋਂ ਨਹੀਂ ਨਿਕਲਦੀਆਂ, ਜਾਇਦਾਦਾਂ ਦੇ ਮਾਰੇ ਅਸੀਂ ਸੜਕ ਤੇ ਰੋਂਦਿਆਂ ਸੀ। ਫੈਸਲਾ ਕਰ ਦੂਗਾ ਵਗ ਜਾਾਂਗੇ, ਨਹੀਂ ਸਾਡੇ ਕੱਫਣ ਅਸੀਂ ਲਿਆਇਆ, ਗੱਡੀਆਂ ਉਹ ਪਏ ਨੇ ਟਰਾਲੀਆਂ 'ਚ, ਰਾਸ਼ਨ ਵੀ ਲਿਆਇਆ। ਮਜਬੂਰ ਹੈ, ਮਜਬੂਰ ਹੋਏ ਬੈਠੇ ਆ। ਬੱਚੇ ਬੁੜੇ ਰੁਲਣ ਲੱਗ ਰਹੇ ਨੇ ਬੇਟੇ, ਫਿਰ ਹੁਣ ਕੀ ਕਰੀਏ। ਜਦੋਂ ਜ਼ਮੀਨਾਂ ਸਾਡੀਆਂ ਗਵਰਨਮੈਂਟ ਨੇ ਕਬਜ਼ੇ ਕਰ ਲੈਣੀਆਂ ਤਾਂ ਅਸੀਂ ਕੀ ਕਰਨਾ ਇੱਥੇ? ਉੱਥੇ ਬੈਠੇ ਆ, ਭੁੱਖੇ ਰਹਿਣ ਤੇ ਆਏ ਰਹਿਣ, ਭਾਵੇਂ ਉੱਥੇ ਜਿੰਦਾ ਤੇ ਭਾਵੇਂ ਉਹ ਮਰ ਜਾਣ, ਉਹ ਰਹਿਣਗੇ ਉੱਥੇ ਹੀ। ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੰਘ ਆ, ਸਾਨੂੰ ਠੰਡ ਨਹੀਂ ਲੱਗਦੀ ਹੈਗੀ। ਮੰਮੀ ਕੱਲ ਕਹਿੰਦੀ ਸੀ ਵੀ ਤੂੰ ਛੋਟਾ ਹੈ, ਤੂੰ ਨਾਲ ਨਹੀਂ ਜਾਣਾ। ਮੈਂ ਇੱਥੇ ਆ ਕੇ ਮੈਂ ਇੱਥੇ ਸੁਣਾਉਂਦਾ ਪਿਆ ਏ, ਮੈਨੂੰ ਕੋਈ ਠੰਡ ਨਹੀਂ ਲੱਗਦੀ। ਜਿੱਥੇ ਜਿੱਥੇ ਮੇਰੀ ਮੰਮਾ ਨੇ ਕਿਹਾ ਨਾ ਸੌਂ ਜਾ, ਮੈਂ ਉੱਥੇ ਸੌਂ ਗਿਆ। ਆਪਾਂ ਮੋਦੀ ਤੋਂ ਡਰਦੇ ਨਹੀਂ ਹੈਗੇ, ਉਹ ਸਾਡੀਆਂ ਜ਼ਮੀਨਾਂ ਖੋਂਦਾ ਹੈ, ਆਪਾਂ ਉਹਦੀਆਂ ਖੋਣੀਆਂ। ਤਾਂ ਹੀ ਇਹ ਜਿਹੜੀ ਲੜਾਈ ਸੀ ਭਾਵੇਂ ਕਿ ਪੰਜਾਬ ਤੋਂ ਸ਼ੁਰੂ ਹੋਈ ਸੀ, ਪਰੰਤੂ ਇਹਦੀ ਜਿਹੜੀ ਅਸਲੀਅਤ ਜਦੋਂ ਦੱਸਦੇ ਲੋਕਾਂ ਨੂੰ ਪਤਾ ਲੱਗਾ ਤੇ ਅੱਜ ਇਹ ਜਿਹੜੀ ਆ ਦੇਸ਼ ਪੱਧਰ ਤੇ ਬਹੁਤ ਤੇਜ਼ੀ ਨਾਲ ਜਿਹੜੀ ਉਹ ਫੈਲ ਚੁੱਕੀ ਆ। ਕਿਸਾਨਾਂ ਨੂੰ ਤਾਂ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਅੰਦੋਲਨ ਇਸ ਤਰ੍ਹਾਂ ਜਨ ਅੰਦੋਲਨ ਦਾ ਰੂਪ ਲੈ ਲਵੇਗਾ। ਸਿਰਫ ਪੰਜਾਬ ਦੇ ਕਿਸਾਨ ਹੀ ਨਹੀਂ, ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, UP, ਉੱਤਰਾਖੰਡ ਤੇ ਹੌਲੀ-ਹੌਲੀ ਦੱਖਣੀ ਭਾਰਤ ਦੇ ਰਾਜਾਂ ਦੇ ਕਿਸਾਨ ਵੀ ਇਸ ਅੰਦੋਲਨ ਦੀ ਜੜ੍ਹਾਂ ਨੂੰ ਮਜ਼ਬੂਤੀ ਦੇਣਗੇ। अरे वो कहा थे कल्ला पंजाब है, हम तो पंजाबी नहीं है भाई, हम तो हरियाणवी हैं। हाँ, यूपी का कोई किसान नहीं रुकेगा। ये सरकार चोरों की सरकार है, ये अंबानी अंडानी की सरकार है। हाँ, तो किसानों की कैसे सुनेगी? किसानों के पास क्या है? दिल नहीं है इनके अंदर। इतने बुजुर्ग महिलाएं, बच्चे, माताएं, बहनें, वो सर्दी में पड़े छोटे छोटे बच्चे इतनी मार्मिक अपील कर रहे हैं, लेकिन इनका दिल नाम की चीज नहीं है, इनका कोई फर्क नहीं पड़ना। ये लाठी चलाए, गोली चलाए या बम छोड़े या पानी बौछार करे, हम हिलने वाले नहीं हैं। हमें चाहे 2024 तक करना पड़ जाए। इस अंदोलन की जरूरत क्यों पई?
ਇਸ ਨੂੰ ਸਮਝਣ ਲਈ ਸਾਨੂੰ ਆਪਣੇ ਇਤਿਹਾਸ ਤੇ ਇੱਕ ਝਾਤ ਮਾਰਨੀ ਪਏਗੀ। ਯਾਨੀ ਕਿ ਇਹਨਾਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਲਈ ਸਾਨੂੰ 100 ਸਾਲ ਪਿੱਛੇ ਜਾਣਾ ਪਏਗਾ। ਕਿਸਾਨਾਂ ਦੀ ਇਸ ਬਰਬਾਦੀ ਦੀ ਕਹਾਣੀ ਤਾਂ ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਕਿਸਾਨ ਤਾਂ ਹਮੇਸ਼ਾ ਹੀ ਸੰਘਰਸ਼ 'ਚ ਰਿਹਾ। ਕਦੇ ਉਹਨੂੰ ਮੌਸਮਾਂ ਖਿਲਾਫ ਸੰਘਰਸ਼ ਕਰਨੇ ਪਏ ਨੇ, ਕਦੇ ਉਹਨਾਂ ਨੂੰ ਸਰਕਾਰਾਂ ਖਿਲਾਫ ਸੰਘਰਸ਼ ਕਰਨੇ ਪਏ ਨੇ। ਜਿਵੇਂ ਅਸੀਂ ਜਾਣਦੇ ਹਾਂ ਕਿ ਅੰਗਰੇਜ਼ਾਂ ਵੇਲੇ ਵੀ ਕਿਸਾਨਾਂ ਨੂੰ ਵੱਡੇ ਸੰਘਰਸ਼ ਲੜਨੇ ਪਏ। ਇੱਕ ਜ਼ਮਾਨੇ 'ਚ ਜਦੋਂ ਨਹਿਰਾਂ ਕੱਢੀਆਂ ਅੰਗਰੇਜ਼ਾਂ ਨੇ ਤਾਂ ਬਾਹਰ 'ਚ ਕਿਸਾਨਾਂ ਨੂੰ ਜਾ ਕੇ ਵਸਾਇਆ, ਉੱਥੇ ਉਹਨਾਂ ਦੀ ਵਸੋਂ ਕੀਤੀ। ਤਾਂ ਕਿਸਾਨਾਂ ਨੇ ਬਾਹਰ 'ਚ ਜਾ ਕੇ ਅਲੱਗ-ਅਲੱਗ ਬਾਹਰਾਂ 'ਚ ਜਾ ਕੇ ਉੱਥੇ ਜਿਹੜੀ ਜ਼ਮੀਨ ਸੀ ਉਹਨੂੰ ਉਪਜਾਊ ਕੀਤਾ, ਵਾਹੀ ਯੋਗ ਬਣਾਇਆ ਤੇ ਉੱਥੋਂ ਉਪਜ ਲੈਣੀ ਸ਼ੁਰੂ ਕੀਤੀ। ਜਦੋਂ ਕਿਸਾਨ ਤਰੱਕੀ ਕਰ ਰਹੇ ਸੀ ਤਾਂ ਉੱਥੇ ਸਰਕਾਰ ਨੇ, ਵੇਲੇ ਦੀ ਸਰਕਾਰ ਨੇ, ਅੰਗਰੇਜ਼ ਸਰਕਾਰ ਨੇ ਕਿਸਾਨਾਂ ਦੇ ਖਿਲਾਫ ਕਾਨੂੰਨ ਬਣਾਏ। ਔਰ ਉਹ ਕਾਨੂੰਨ ਇਹ ਸੀਗੇ ਕਿ ਉੱਥੋਂ ਉਹਨਾਂ ਨੂੰ, ਜਿੱਥੇ ਉਹਨਾਂ ਨੇ ਉਸ ਜ਼ਮੀਨ ਨੂੰ ਉਪਜਾਊ ਬਣਾਇਆ, ਉੱਥੋਂ ਉਹਨਾਂ ਨੂੰ ਬੇਦਖਲ ਕਰਨ ਦੇ ਕਾਨੂੰਨ ਸੀਗੇ। ਤਾਂ ਇਸ ਕਾਨੂੰਨ ਖਿਲਾਫ ਉਦੋਂ ਸੰਘਰਸ਼ ਸ਼ੁਰੂ ਹੋਇਆ ਕਿਸਾਨਾਂ ਦਾ। ਇਹ ਸਾਲ 1906 ਦੀ ਗੱਲ ਹੈ ਜਦੋਂ ਕਾਨੂੰਨ ਬਣੇ। 1906-07 'ਚ ਇਹ ਸੰਘਰਸ਼ ਚੱਲਿਆ, ਜਿਸ 'ਚ ਸ਼ਹੀਦ ਭਗਤ ਸਿੰਘ ਜੀ ਦੇ ਚਾਚਾ ਜੀ ਸਰਦਾਰ ਅਜੀਤ ਸਿੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਔਰ ਉਦੋਂ ਉਸ ਸੰਘਰਸ਼ 'ਚ ਲਾਲਾ ਬਾਂਕੇ ਦਿਆਲ ਜੀ ਨੇ ਇੱਕ ਗੀਤ ਲਿਖਿਆ ਜਿਹੜਾ ਬਹੁਤ ਹੀ ਮਕਬੂਲ ਹੋਇਆ ਔਰ ਸੰਘਰਸ਼ੀ ਕਿਸਾਨਾਂ ਨੇ ਉਹ ਗਾਇਆ, ਵੱਡੀ ਪੱਧਰ ਤੇ ਗਾਇਆ ਗਿਆ। ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ, ਲੁੱਟ ਲਿਆ ਮਾਲ ਤੇਰਾ ਲੁੱਟ ਲਿਆ ਮਾਲ। ਇਸ ਗੀਤ ਤੇ ਹੀ ਫਿਰ ਇਸ ਲਹਿਰ ਦਾ ਨਾਂ ਰੱਖਿਆ ਗਿਆ, ਪਗੜੀ ਸੰਭਾਲ ਜੱਟਾ ਲਹਿਰ। ਔਰ ਇਸ ਸੰਘਰਸ਼ ਨੂੰ ਬੜੀ ਸ਼ਿੱਦਤ ਨਾਲ ਕਿਸਾਨਾਂ ਨੇ ਲੜਿਆ। ਇਸ ਵਿਦਰੋਹ, ਇਸ ਵਿਰੋਧ ਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਤੇ ਉਹ ਜਿਹੜੇ ਕਾਨੂੰਨ ਸੀ ਵਾਪਸ ਲੈਣੇ ਪਏ। ਕੁਝ ਲੋਕਾਂ ਦਾ ਖਿਆਲ ਹੈ ਕਿ ਭਾਰਤ 'ਚ ਸਮੇਂ-ਸਮੇਂ ਤੇ ਹੋਣ ਵਾਲੀ ਉਥਲ-ਪੁਥਲ ਵਿੱਚ ਕਿਸਾਨਾਂ ਦੀ ਕੋਈ ਅਹਿਮ ਭੂਮਿਕਾ ਹੀ ਨਹੀਂ ਸੀ, ਜਦਕਿ ਸੱਚ ਇਹ ਹੈ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਆਜ਼ਾਦੀ ਤੋਂ ਬਾਅਦ ਜਿੰਨੇ ਵੀ ਸੰਘਰਸ਼ ਹੋਏ, ਉਹਨਾਂ ਵਿੱਚ ਜਿਨ੍ਹਾਂ ਵੀ ਲੋਕਾਂ ਨੇ ਮੁੱਖ ਤੌਰ ਤੇ ਇਸ ਵਿੱਚ ਹਿੱਸਾ ਲਿਆ, ਉਹਨਾਂ ਵਿੱਚ ਆਦੀਵਾਸੀ, ਜਨਜਾਤੀ ਤੇ ਕਿਸਾਨਾਂ ਦਾ ਅਹਿਮ ਯੋਗਦਾਨ ਰਿਹਾ। ਭਾਰਤ ਵਿੱਚ ਆਜ਼ਾਦੀ ਪ੍ਰਾਪਤ ਕਰਨ ਲਈ ਜਿਹੜਾ 1857 ਦਾ ਗਦਰ ਹੋਇਆ, ਉਸ ਤੋਂ ਬਾਅਦ ਬਹੁਤ ਸਾਰੇ ਅੰਦੋਲਨ ਸ਼ੁਰੂ ਹੋਏ, ਜਿਨ੍ਹਾਂ ਵਿੱਚ ਬਹੁਤ ਗਿਣਤੀ ਅੰਦੋਲਨ ਕਿਸਾਨੀ ਨਾਲ ਸੰਬੰਧਿਤ ਸਨ। ਅੰਗਰੇਜ਼ ਹਕੂਮਤ ਤੇ ਉਸ ਵੇਲੇ ਦੇ ਰਿਆਸਤੀ ਲੋਕ ਉਹਨਾਂ ਤੋਂ ਨੀਲ ਦੀ ਖੇਤੀ ਕਰਾਉਣਾ ਚਾਹੁੰਦੇ ਸਨ। ਨੀਲ ਦੀ ਖੇਤੀ ਦੇ ਨਾਲ ਕਿਸਾਨਾਂ ਨੇ ਜਿੰਨੇ ਵੀ ਅੰਦੋਲਨ ਕੀਤੇ, ਉਹਨਾਂ ਅੰਦੋਲਨਾਂ ਤੋਂ ਬਾਅਦ ਇਸ ਧਰਤੀ ਦੇ ਉੱਤੇ ਬਹੁਤ ਕੁਝ ਪੈਦਾ ਹੋਇਆ, ਜਿਹਦੇ ਵਿੱਚੋਂ ਇੱਕ ਨੀਲ ਅੰਦੋਲਨ ਜਿਹੜਾ ਸੀਗਾ ਉਹ ਸਭ ਤੋਂ ਵੱਡਾ ਅੰਦੋਲਨ ਸੀ। ਔਰ ਜਿੰਨੇ ਵੀ ਅੰਦੋਲਨ ਇਹ ਹੋਏ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਸਾਨੀ ਦੇ ਵਿੱਚ ਹੋਇਆ ਕਰਦੇ ਸਨ। ਇਹਨਾਂ ਅੰਦੋਲਨਾਂ ਦੇ ਵਿੱਚੋਂ ਹੀ ਬਾਅਦ ਦੇ ਵਿੱਚ ਜਿਹੜੀ ਦੇਸ਼ ਦੀ ਆਜ਼ਾਦੀ ਵਾਲੀ ਲਹਿਰ ਉੱਭਰ ਕੇ ਸਾਹਮਣੇ ਆਈ। ਇਸ ਤਰ੍ਹਾਂ ਹੋਰ ਭਾਰਤ ਵਿੱਚ ਬਹੁਤ ਸਾਰੇ ਵਿਦਰੋਹ ਹੋਏ, ਜਿਨ੍ਹਾਂ ਦੇ ਵਿੱਚ ਮੁੱਖ ਭੂਮਿਕਾ ਕਿਸਾਨਾਂ ਦੀ ਹੋਇਆ ਕਰਦੀ ਸੀ। 1867 ਵਿੱਚ ਦੱਖਣ ਵਿਦਰੋਹ, ਜੋ ਉਸ ਵੇਲੇ ਦੇ ਸ਼ਾਹੂਕਾਰਾਂ ਦੇ ਵਿਰੁੱਧ ਸੀ, ਕਿਉਂਕਿ ਉਹ ਧੱਕੇ ਨਾਲ ਕਿਸਾਨਾਂ ਤੋਂ ਲਗਾਨ ਤੇ ਮਾਲੀਆ ਵਸੂਲਦੇ ਸਨ। ਕਿਸਾਨਾਂ ਨੂੰ ਇਹ ਗੱਲ ਭਾਉਂਦੀ ਨਹੀਂ ਸੀ। ਉਸ ਤੋਂ ਬਾਅਦ ਵਿਜੋਲੀਆ ਵਿਦਰੋਹ ਹੋਇਆ, ਜੋ ਅੱਧੀ ਸਦੀ ਤੱਕ ਚੱਲਿਆ। ਇਸ ਤੋਂ ਇਲਾਵਾ ਕਈ ਹੋਰ ਵਿਦਰੋਹ ਵੀ ਇਸ ਧਰਤੀ ਦੇ ਹੋਏ, ਜੇ ਸੱਤਿਆਗ੍ਰਹਿ, ਜਿਵੇਂ ਚੰਪਾਰਨ ਸੱਤਿਆਗ੍ਰਹਿ ਹੈ, ਪਵਨਾ ਕੂਕਾ ਅੰਦੋਲਨ। ਇਸ ਤੋਂ ਇਲਾਵਾ ਜਿਹੜਾ ਇੱਕ ਹੋਰ ਬਹੁਤ ਅੰਦੋਲਨ ਹੋਇਆ ਜਿਹਨੂੰ ਮੋਪਲਾ ਅੰਦੋਲਨ ਕਹਿੰਦੇ ਆ, ਖੇੜਾ ਸੱਤਿਆਗ੍ਰਹਿ ਵਗੈਰਾ ਵਗੈਰਾ। ਕਈ ਤਰ੍ਹਾਂ ਦੇ ਜਿਹੜੇ ਵਿਦਰੋਹ ਸੀ ਉਹ ਉਸ ਵੇਲੇ ਦੀ ਹਕੂਮਤ ਦੇ ਖਿਲਾਫ ਕਿਸਾਨਾਂ ਨੇ ਕੀਤੇ। ਪਰ ਸਾਰਿਆਂ ਦੇ ਵਿੱਚ ਜਿਹੜੀ ਅਸਲ ਭੂਮਿਕਾ ਹੋਇਆ ਕਰਦੀ ਸੀ ਉਹ ਕਿਸਾਨਾਂ ਦੀ ਹੁੰਦੀ ਸੀ। ਬਾਕੀ ਲੋਕ ਉਹਨਾਂ ਦਾ ਸਾਥ ਦਿੰਦੇ ਹੁੰਦੇ ਸੀ। ਇਹ ਸਾਰੇ ਦੇ ਸਾਰੇ ਜਿੰਨੇ ਅੰਦੋਲਨ ਹੋਏ, ਇਹ ਬਹੁਤ ਯੋਜਨਾਬੱਧ ਤਰੀਕੇ ਦੇ ਨਾਲ ਲੜੇ ਗਏ ਔਰ ਕਿਸਾਨ ਤੇ ਅੰਦੋਲਨਕਾਰੀ ਆਪਣੀ ਗੱਲ ਲੋਕਾਂ ਵਿੱਚ ਪਹੁੰਚਾਉਣ ਵਿੱਚ ਸਫਲ ਹੋਏ। ਇਹ ਨਹੀਂ, ਕਿਸਾਨਾਂ ਦੀ ਹਾਲਤ ਸੁਧਾਰਨ ਲਈ 1923 ਵਿੱਚ ਐਨ.ਜੀ. ਰੰਗਾ ਤੇ ਹੋਰਨਾਂ ਕਿਸਾਨ ਸਭਾਵਾਂ ਦੇ ਆਗੂਆਂ ਨੇ ਮਿਲ ਕੇ ਅਖਿਲ ਭਾਰਤੀ ਕਿਸਾਨ ਸਭਾ ਦਾ ਗਠਨ ਕੀਤਾ। ਪਰ ਆਜ਼ਾਦੀ ਤੋਂ ਬਾਅਦ ਵੀ ਕਿਸਾਨਾਂ ਦੀ ਹਾਲਤ ਉਹੀ ਰਹੀ ਜੋ ਆਜ਼ਾਦੀ ਤੋਂ ਪਹਿਲਾਂ ਸੀ।
ਅਖੀਰ ਦੇਸ਼ ਦੀ ਵੰਡ ਨਾਲ ਭਾਰਤ ਦੇ ਦੋ ਹਿੱਸੇ ਹੋ ਗਏ, ਹਿੰਦੁਸਤਾਨ ਤੇ ਪਾਕਿਸਤਾਨ। ਪਰ ਆਜ਼ਾਦ ਭਾਰਤ ਲਈ ਹੁਣ ਸਭ ਤੋਂ ਵੱਡੀ ਸਮੱਸਿਆ ਆਪਣੇ ਲੋਕਾਂ ਦਾ ਪੇਟ ਭਰਨ ਦੀ ਸੀ ਅਤੇ ਲਗਭਗ 30 ਕਰੋੜ ਜਨਤਾ ਦਾ ਪੇਟ ਭਰਨ ਦਾ ਭਾਰ ਕਿਸਾਨਾਂ ਤੇ ਆ ਗਿਆ ਅਤੇ ਇਸ ਵਕਤ ਤੱਕ ਦੇਸ਼ ਦੇ ਆਰਥਿਕ ਹਾਲਾਤ ਇੰਨੇ ਖਸਤੇ ਸਨ ਕਿ ਜਨਤਾ ਦਾ ਪੇਟ ਭਰਨ ਲਈ ਭਾਰਤ ਨੂੰ ਅਨਾਜ ਵਿਦੇਸ਼ਾਂ ਤੋਂ ਮੰਗਵਾਉਣਾ ਪਿਆ, ਜਿਸ ਨੇ ਅੱਗੇ ਜਾ ਕੇ ਹਰੇ ਇਨਕਲਾਬ ਨੂੰ ਜਨਮ ਦਿੱਤਾ। ਅੱਜ ਤੋਂ ਕੋਈ 60 ਸਾਲ ਪਹਿਲਾਂ ਭਾਰਤ ਭੁੱਖਮਰੀ ਦਾ ਸ਼ਿਕਾਰ ਸੀ। ਅਸੀਂ ਅਮਰੀਕਾ ਤੋਂ PL 480 ਉਹਨਾਂ ਦਾ ਇੱਕ ਲਾਅ ਹੈ, ਪਬਲਿਕ ਲਾਅ 480, ਜਿਹਦੇ ਵਿੱਚ ਅਸੀਂ ਜਿਹੜਾ ਫੂਡ ਏਡ ਜਿਹੜਾ ਮੰਗਵਾਉਂਦੇ ਸੀ ਤੇ ਉਹਨੂੰ ਸਾਨੂੰ ਸਸਤਾ ਫੂਡ ਦਿੰਦੇ ਸੀ। ਪਰ ਉਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਫੂਡ ਫਾਊਂਡੇਸ਼ਨ ਖਾਸ ਕਰਕੇ ਉਹਨਾਂ ਨੂੰ ਲੱਗਿਆ ਕਿ ਇਸ ਤਰ੍ਹਾਂ ਇੰਨੇ ਵੱਡੇ ਮੁਲਕ ਨੂੰ ਕਿੰਨਾ ਚਿਰ ਖਵਾਉਂਦੇ ਰਵਾਂਗੇ, ਤੇ ਨਾਲ ਉਹਦੇ ਜੁੜ ਗਿਆ ਗਲੋਬਲ ਐਗਰੀ ਬਿਜ਼ਨਸ ਦਾ ਇੰਟਰਸਟ ਜਿਹੜਾ ਉਹ ਜੁੜ ਗਿਆ। ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਹਿੰਦੁਸਤਾਨ ਦੇ ਵਿੱਚ ਹਰੀ ਕ੍ਰਾਂਤੀ ਜਿਹੜੀ ਹੈ ਉਹ ਲਿਆਂਦੀ ਜਾਵੇ, ਤੇ ਇਹਦਾ ਜਿਹੜਾ ਆਗਾਜ਼ ਹੈ ਹਰੀ ਕ੍ਰਾਂਤੀ ਦਾ ਉਹ ਪੰਜਾਬ ਤੋਂ ਹੁੰਦਾ ਹੈ। ਤੇ ਪੰਜਾਬ ਦੇ ਵਿੱਚ 1965 ਤੋਂ ਖਾਸ ਕਰਕੇ ਬ੍ਰੇਕ ਈਵਨ ਪੁਆਇੰਟ ਹੈ। ਪੰਜਾਬ ਵਿੱਚ ਕਿਉਂ ਗ੍ਰੀਨ ਰੈਵੋਲੂਸ਼ਨ ਮੋਢੀ ਬਣਿਆ, ਪੰਜਾਬ ਉਸ ਦਾ ਕਿਉਂ ਇੱਥੇ ਸਭ ਤੋਂ ਜ਼ਿਆਦਾ ਕਾਮਯਾਬੀ ਹੋਈ, ਉਸ ਦੇ ਕੁਝ ਕਾਰਨ ਨੇ ਕਿ ਪੰਜਾਬ ਵਿੱਚ ਇੱਕ ਪੀਰੀਨੀਅਲ ਰਿਵਰਸ ਜਿਹੜੇ ਨੇ 3 ਇੱਥੋਂ ਦੀ ਲੰਘਦੇ ਨੇ, ਤੇ ਇੱਥੋਂ ਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਵੀ ਬਹੁਤ ਵਧੀਆ ਹੈ। ਸੋ ਇਸ ਕਰਕੇ ਪੰਜਾਬ ਨੂੰ ਪਹਿਲਾ ਐਕਸਪੈਰੀਮੈਂਟ ਲੈਬ ਚੁਣਿਆ ਗਿਆ ਗ੍ਰੀਨ ਰੈਵੋਲੂਸ਼ਨ ਜਾਂ ਹਰੀ ਕ੍ਰਾਂਤੀ ਲਈ। ਹਰੀ ਕ੍ਰਾਂਤੀ ਨੇ ਸਾਨੂੰ ਜਿਹੜਾ ਸੀ ਉਹਨੇ ਸਾਨੂੰ ਇਹਨਾਂ ਜਿਹੜੀਆਂ ਹਾਈ ਯੀਲਡਿੰਗ ਵੈਰਾਈਟੀਜ਼ ਜਿਹੜੀਆਂ ਨੇ, ਜਿਨ੍ਹਾਂ ਨੇ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਸੀ, ਜਿਨ੍ਹਾਂ ਦੇ ਕੱਦ ਮਧਰੇ ਸੀ, ਉਹ ਸਾਨੂੰ ਦਿੱਤੀਆਂ। ਉਹਨਾਂ ਦੇ ਨਾਲ ਜਿਹੜੀਆਂ ਸੀ ਉਹਨਾਂ ਦੀ ਖਾਦ ਖੁਰਾਕ ਵਾਸਤੇ ਜਿਹੜੀਆਂ ਕੈਮੀਕਲ ਫਰਟੀਲਾਈਜ਼ਰ ਸੀ, NPK ਵਰਗੀਆਂ ਖਾਦਾਂ ਜਿਹੜੀਆਂ ਸੀ, ਉਹਨਾਂ ਦੀ ਜਿਹੜੀ ਮਹੱਤਤਾ ਉਹ ਸਾਨੂੰ ਦੱਸ ਕੇ ਉਹ ਸਾਨੂੰ ਦਿੱਤੀ। ਉਸ ਦੇ ਨਾਲ ਹੀ ਜਿਹੜੇ ਐਗਰੋ ਕੈਮੀਕਲ ਸੀ, ਜਿਹੜੇ ਇਹਨਾਂ ਫਸਲਾਂ ਦੇ ਉੱਤੇ ਕੋਈ ਕੀੜੇ ਮਕੌੜਿਆਂ ਦੀ ਗੱਲ ਆਉਣੀ ਸੀ, ਉਹਨਾਂ ਨੂੰ ਵੀ ਕੰਟਰੋਲ ਕਰਨ ਵਾਸਤੇ ਜਿਹੜੇ ਐਗਰੋ ਕੈਮੀਕਲ ਸੀ ਉਹ ਵੀ ਸਾਨੂੰ ਉਹਨਾਂ ਨੇ ਮੁਹੱਈਆ ਕਰਵਾਏ। ਤੇ ਇਸ ਦੇ ਨਾਲ ਇੱਕ ਮੈਕਨਾਈਜੇਸ਼ਨ ਜਿਹੜੀ ਸੀ ਉਹ ਇਸ ਦੇ ਵਿੱਚ ਜਿਹੜੀ ਸੀ ਉਹਨਾਂ ਨੇ ਨਵੀਆਂ ਮਸ਼ੀਨਰੀਆਂ ਜਿਹੜੀਆਂ ਸੀ, ਨਵੀਂ ਮਸ਼ੀਨਰੀ ਸਾਨੂੰ ਦਿੱਤੀ, ਕਿਉਂਕਿ ਅਸੀਂ ਦੇਖਦੇ ਉਸ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਨਾ ਟਰੈਕਟਰ ਸੀ ਤੇ ਨਾ ਕੋਈ ਹੋਰ ਮਸ਼ੀਨਰੀ ਸੀ, ਸਿਰਫ ਬਲਦਾਂ ਦੇ ਨਾਲ ਜਿਹੜੀ ਖੇਤੀ ਸੀ ਉਹਦੇ ਤੇ ਡਿਪੈਂਡੈਂਟ ਸੀ, ਤੇ ਬਲਦਾਂ ਦੀ ਖੇਤੀ ਦੇ ਨਾਲ ਅਸੀਂ ਉਨੇ ਝਾੜ ਜਾਂ ਉਹ ਨਹੀਂ ਸੀ ਲੈ ਸਕਦੇ ਜਿੰਨਾ ਕਿ ਬਾਅਦ ਦੇ ਵਿੱਚ ਹਾਈ ਯੀਲਡਿੰਗ ਵੈਰਾਈਟੀਜ਼ ਕਰਕੇ ਸਾਨੂੰ ਮਿਲਿਆ। ਉਸ ਵੇਲੇ ਜਿਹੜਾ ਗ੍ਰੀਨ ਰੈਵੋਲੂਸ਼ਨ ਹੈ ਉਹ ਮੁੱਖ ਤੌਰ ਤੇ ਕਣਕ ਤੇ ਝੋਨੇ ਦੀ ਫਸਲ 'ਚ ਹੀ ਆਇਆ, ਕਿਉਂਕਿ ਕਣਕ ਤੇ ਝੋਨਾ ਸਟੈਪਲ ਫੂਡ ਸੀ। ਤਾਂ ਇਸ ਕਰਕੇ ਇਹਦੇ ਵਿੱਚ ਕਿਉਂ ਕਾਮਯਾਬ ਹੋਇਆ? ਇੱਕ ਤਾਂ ਪੰਜਾਬ ਦੀ ਮਿਹਨਤੀ ਕਿਸਾਨੀ, ਪੰਜਾਬ ਦੀ ਜ਼ਰਖੇਜ਼ ਜ਼ਮੀਨ ਔਰ ਪੰਜਾਬ ਦਾ ਦਰਿਆਵਾਂ ਦਾ ਪਾਣੀ, ਨਹਿਰੀ ਪਾਣੀ ਔਰ ਧਰਤੀ ਹੇਠਲਾ ਪਾਣੀ, ਇਹ ਸਾਰਾ ਕੁਝ ਤਾਂ ਹੈ ਹੀ ਸੀ। ਇਹਦੇ ਨਾਲ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹ 1965 ਦੇ ਵਿੱਚ ਐਗਰੀਕਲਚਰ ਪ੍ਰਾਈਸ ਕਮਿਸ਼ਨ ਬਣਾਇਆ ਗਿਆ, ਜਿਹਦੇ ਵਿੱਚ ਇਹ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਹੈ ਉਹ ਦਿੱਤੀ ਗਈ, ਤੇ ਨਾਲ ਇਹ ਕਿਹਾ ਗਿਆ ਕਿ ਤੁਸੀਂ ਜਿੰਨਾ ਅਨਾਜ ਪੈਦਾ ਕਰੋਗੇ ਅਸੀਂ ਉਸ ਨੂੰ ਖਰੀਦਾਂਗੇ। ਸੋ ਇੱਕ ਤਾਂ ਓਪਨ ਐਂਡਡ ਪ੍ਰੋਕਿਉਰਮੈਂਟ, ਤੇ ਦੂਜਾ ਜਿਹੜਾ ਘੱਟੋ ਘੱਟ ਮੁੱਲ ਹੈ ਫਸਲਾਂ ਦਾ, ਉਹ ਇਸ ਨੇ ਪੰਜਾਬ ਨੂੰ ਦੇ ਵਿੱਚ ਗ੍ਰੀਨ ਰੈਵੋਲੂਸ਼ਨ ਦਾ ਮੋਢੀ ਬਣਾਇਆ, ਹਿੰਦੁਸਤਾਨ ਨੂੰ ਫੂਡ ਬੋਲ ਬਣਾ ਦਿੱਤਾ, ਔਰ ਨਾਲ ਹੀ ਦੇਸ਼ ਦੀ 1975 ਤੱਕ ਦੇਸ਼ ਜਿਹੜਾ ਹੈ ਉਹ ਅਸੀਂ ਨੈਟ ਇੰਪੋਰਟਰ ਦੀ ਬਜਾਏ ਫੂਡ ਗ੍ਰੇਨਸ ਦੇ ਵਿੱਚ ਅਸੀਂ ਸੈਲਫ ਸਫੀਸ਼ੀਐਂਟ ਹੋ ਗਏ, ਤੇ ਅੱਜ ਇਹ ਹਾਲਾਤ ਹੈ ਕਿ ਅਸੀਂ ਐਕਸਪੋਰਟ ਵੀ ਕਰ ਸਕਦੇ। ਕਿਸਾਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਹਾਲਤ ਹਰੇ ਇਨਕਲਾਬ ਨਾਲ ਵਿਗੜੀ। ਹੁਣ ਉਸ ਨੂੰ ਹੋਰ ਵਿਗਾੜਨ ਦੇ ਲਈ ਸਰਕਾਰਾਂ ਵਰਲਡ ਲੈਵਲ ਤੇ ਇਹਨਾਂ ਕਿਸਾਨਾਂ ਦੀ ਬਰਬਾਦੀ ਲਈ ਨਵੀਂ ਜ਼ਮੀਨ ਤਿਆਰ ਕਰ ਰਹੀਆਂ ਸਨ। ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ ਭਾਰਤੀ ਕਿਸਾਨਾਂ ਨੂੰ ਗੁਲਾਮ ਬਣਾਇਆ। ਅੱਜ ਉਹ ਸਾਡੇ ਰਾਜਨੇਤਾਵਾਂ ਲਈ ਵੋਟ ਬੈਂਕ ਨੇ, ਨੌਕਰਸ਼ਾਹਾਂ ਵੱਲੋਂ ਨਜ਼ਰਅੰਦਾਜ਼ ਕੀਤੇ ਜਾ ਰਹੇ ਨੇ ਤੇ ਵਿਚੋਲੀਏ ਉਹਨਾਂ ਦਾ ਸ਼ੋਸ਼ਣ ਕਰ ਰਹੇ ਨੇ। 1991 ਦੇ ਆਰਥਿਕ ਸੁਧਾਰਾਂ ਤੋਂ ਬਾਅਦ ਭਾਰਤ ਵਿਸ਼ਵ ਆਰਥਿਕ ਸ਼ਕਤੀ ਬਣਨ ਦਾ ਦਾਅਵਾ ਕਰਦਾ ਹੈ, ਪਰ ਕੀ ਵਾਕਈ ਅਜਿਹਾ ਹੈ? ਤੇ ਫਿਰ ਕਿਉਂ 1991 ਤੇ 2016 ਦਰਮਿਆਨ ਖੇਤੀਬਾੜੀ ਵਿਕਾਸ 1% ਦੇ ਕਰੀਬ ਰਿਹਾ?
ਜਦਕਿ ਸੇਵਾਵਾਂ ਅਤੇ ਉਦਯੋਗ 8% ਦੇ ਵਾਧੇ ਤੇ ਹਨ। ਇੱਕ ਮੈਨੂੰ ਲੱਗ ਰਿਹਾ ਕਿ ਸਾਰਾ ਜਿਹੜਾ ਸਿਲਸਿਲਾ ਹੈ ਇਹਨੂੰ ਇੱਕ ਸੰਦਰਭ 'ਚ ਰੱਖ ਕੇ ਦੇਖਣ ਦੀ ਲੋੜ ਹੈ। ਉਹ ਸੰਦਰਭ ਹੈ ਕਿ ਇੱਕ ਵਾਸ਼ਿੰਗਟਨ ਕੰਸੈਂਸਸ ਹੁੰਦਾ 1989 ਦੇ ਵਿੱਚ, ਵਾਸ਼ਿੰਗਟਨ 'ਚ ਫੈਸਲਾ ਹੁੰਦਾ ਕਿ ਸਾਰੇ ਕੁਛ ਨੂੰ ਤੁਸੀਂ ਪ੍ਰਾਈਵੇਟ ਕਰੋ ਤੇ ਅਨਾਜ ਜਿਹੜਾ ਉਸ ਤੇ ਸਬਸਿਡੀ ਘਟਾਓ ਤੇ ਜਿੰਨਾ ਪਬਲਿਕ ਸੈਕਟਰ ਜਿਹੜਾ ਘੱਟ ਤੋਂ ਘੱਟ ਕਰ ਦਿਓ। ਤੇ ਇਹਦੇ ਨਾਲ ਉਹ ਵਾਸ਼ਿੰਗਟਨ ਕੰਸੈਂਸਸ ਦੇ ਨਾਲ ਸਾਈਮਲਟੇਨੀਅਸਲੀ ਇੱਕ ਆਉਂਦਾ ਹੈਗਾ 1986 ਦਾ ਯੂਰੂਗਵੇ ਰਾਉਂਡ ਆਫ ਗੈਟ ਕਿ 1986 ਤੋਂ ਪਹਿਲਾਂ ਜਾਂ WTO ਜਦੋਂ ਬਣਦੀ ਹੈ 1995 ਵਿੱਚ, ਉਸ ਤੋਂ ਪਹਿਲਾਂ ਇੱਕ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫਸ ਹੁੰਦਾ ਸੀ। ਉਹ ਜਿਹੜਾ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫਸ ਆ ਉਹਦੇ ਵਿੱਚ ਐਗਰੀਕਲਚਰ ਉਹ ਤੋਂ ਬਾਹਰ ਸੀ ਤੇ 4 ਸਾਲਾਂ ਬਾਅਦ ਦੁਨੀਆ ਦੇ ਦੇਸ਼ ਜਿਹੜੇ ਆ ਉਹ ਬੈਠ ਕੇ 1 2 4 6 ਮਹੀਨੇ ਆਪਣੀ ਗੱਲਬਾਤ ਕਰਦੇ ਸੀ, ਫਿਰ ਅਗਲੇ 4 ਸਾਲਾਂ ਲਈ ਤੈਅ ਕਰਦੇ ਸੀ ਕਿ ਜਿਹੜਾ ਅੰਤਰਰਾਸ਼ਟਰੀ ਵਪਾਰ ਹੈ ਉਹਦੇ ਨਿਯਮ ਕੀ ਹੋਣਗੇ। ਸੋ ਉਹ ਜਿਹੜੇ ਨਿਯਮ ਨੇ ਉਹ ਤੈਅ ਹੁੰਦੇ ਸੀ। ਇਹ ਪਹਿਲੀ ਵਾਰ ਹੋਇਆ ਕਿ ਯੂਰੂਗਵੇ ਰਾਉਂਡ ਆਫ ਗੈਟ ਜਿਹੜਾ 86 ਤੋਂ ਲੈ ਕੇ 90 ਤੱਕ ਚੱਲਿਆ, ਲੰਬਾ ਬਹੁਤ ਚੱਲਿਆ, ਔਰ 90 ਦੇ ਵਿੱਚ ਇੱਕ ਅਰਥ ਡੰਕਲ ਉਹਦਾ ਆਥਰ ਹੁੰਦਾ ਤੇ ਉਹਨੂੰ ਡੰਕਲ ਤਜਵੀਜ਼ਾਂ ਕਿਹਾ ਜਾਂਦਾ। ਉਹਦੇ ਵਿੱਚ WTO ਦਾ ਬੇਸ ਬਣਦਾ। ਫਿਰ ਉਹ ਸਾਰੇ ਕੰਟਰੀਜ਼ ਜਿਹੜੇ ਮੈਂਬਰ ਨੇ 116 ਕੰਟਰੀ ਉਹਨਾਂ ਨੂੰ ਭੇਜਿਆ ਜਾਂਦਾ। ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਇਹ ਜਾਂ ਤਾਂ ਤੁਸੀਂ ਇਹਨੂੰ ਰਿਜੈਕਟ ਕਰ ਲਓ ਜਾਂ ਐਕਸੈਪਟ ਕਰ ਲਓ, ਕੋਈ ਹੋਰ ਚੁਆਇਸ ਨਹੀਂ, ਅਮੈਂਡਮੈਂਟ ਨਹੀਂ। ਔਰ ਪਹਿਲੀ ਵਾਰ ਵਰਲਡ ਦੀ ਹਿਸਟਰੀ 'ਚ ਖੇਤੀ ਨੂੰ ਅੰਤਰਰਾਸ਼ਟਰੀ ਵਪਾਰ ਸੰਸਥਾ ਦੇ ਘੇਰੇ ਵਿੱਚ ਲਿਆਂਦਾ ਗਿਆ। ਉਸ ਤੋਂ ਪਹਿਲਾਂ ਖੇਤੀ ਵੈਸੇ ਹੀ ਬਾਹਰ ਸੀਗੀ। ਇਸ ਲਈ ਇਹ ਤਿੰਨੋਂ ਹੀ ਕਾਨੂੰਨ ਹੁਣ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਡਿਕਟੇਟ ਉਹਨਾਂ ਨੂੰ ਲਾਗੂ ਕਰਨ ਲਈ ਬਣਾਏ ਨੇ। ਉਹ ਡਿਕਟੇਟ 2 ਕਿਸਮ ਦੇ ਨੇ। ਇੱਕ ਤਾਂ ਇਹ ਹੈ ਵੀ ਟੋਟਲੀ ਇੱਕ ਖੁੱਲੀ ਮੰਡੀ ਹੋਵੇ ਸੰਸਾਰ। ਦੂਜਾ, ਉਸ ਮੰਡੀ ਦੇ ਜਿਹੜਾ ਵਪਾਰ ਹੈ ਉਹ ਕਿਸੇ ਵੀ ਬੰਦਸ਼ ਤਹਿਤ ਨਾ ਹੋਵੇ। ਕਹਿਣ ਤੋਂ ਭਾਵ ਕੁਆਂਟੀਟੇਟਿਵ ਕੁਆਲੀਟੇਟਿਵ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਟ੍ਰੇਡ ਦੇ ਉੱਪਰ ਉਹ ਸਾਰੀਆਂ ਖੋਲ੍ਹ ਦਿੱਤੀਆਂ ਜਾਣ। ਔਰ ਇਹਦਾ ਮਕਸਦ ਇਹੀ ਸੀ ਕਿ ਕਿਵੇਂ ਨਾ ਕਿਵੇਂ ਖੇਤੀ ਤੇ ਕੰਟਰੋਲ ਕੀਤਾ ਜਾਵੇ, ਫਾਰਮਰਸ ਤੋਂ ਉਹ ਫਸਲਾਂ ਬਚਵਾਈਆਂ ਜਾਣ ਜਿਹੜੀਆਂ ਕਾਰਪੋਰੇਟਸ ਨੂੰ ਲੋੜ ਹੈ ਜਾਂ ਜਿਹੜੇ ਇਹ ਤੇ UNO ਦਾ ਇੱਕ ਰੈਜ਼ੋਲੂਸ਼ਨ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਤਕਰੀਬਨ 40% ਜਿਹੜੀ ਪਾਪੂਲੇਸ਼ਨ ਹੈ ਗਲੋਬ ਦੀ ਉਹ ਫੂਡ ਇਨਸਿਕਿਉਰਿਟੀ ਹੋਣ ਜਾ ਰਹੀ ਹੈ। ਤੇ ਇਸ ਕਰਕੇ ਵੀ ਇਹ ਜਿਹੜਾ ਕਾਰਪੋਰੇਟਸ ਆ ਉਹ ਤੇ ਕਬਜ਼ਾ ਕਰਨਾ ਚਾਹੁੰਦੇ ਨੇ। ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੀ ਹਦਾਇਤਾਂ ਨੂੰ ਉਹਦੇ ਡਿਕਟੇਟਸ ਨੂੰ ਮੰਨਦੇ ਹੋਏ ਸਰਕਾਰ ਨੇ ਜਾਰੀ ਕੀਤੇ। ਉਹਦਾ ਕਾਰਨ ਇਹ ਹੈ ਵੀ ਜਿੰਨੀਆਂ ਮਿਨਿਸਟਰ ਲੈਵਲ ਦੀਆਂ ਮੀਟਿੰਗ ਹੁਣ ਤੱਕ ਸਾਡੀ ਸਰਕਾਰ ਉੱਥੇ ਗਈ, ਹਰ ਮੀਟਿੰਗ ਦੇ ਵਿੱਚ ਦਿਸ ਇਜ਼ ਔਨ ਰਿਕਾਰਡ ਕਿ ਸਾਡੀ ਸਰਕਾਰ ਟਾਈਮ ਲੈ ਕੇ ਆਉਂਦੀ ਹੈ ਕਿ ਸਾਨੂੰ 1 ਸਾਲ ਦਾ ਸਮਾਂ ਹੋਰ ਦਿਓ, ਅਸੀਂ ਤਾਂ ਫਿਰ ਲਾਗੂ ਕਰਾਂਗੇ। ਪਰ ਇਹ ਕਿੰਨੀ ਕੁ ਦੇਰ ਕਰਨਗੇ? ਜੇ ਸਰਕਾਰ WTO ਦੀ ਮੈਂਬਰ ਰਹੇਗੀ ਤਾਂ ਸੂਨਰ ਔਰ ਲੇਟਰ ਉਹਨਾਂ ਨੂੰ ਇਹ ਜਿਹੜੀ ਪਾਲਿਸੀ ਹੈ ਛੱਡਣੀ ਪਏਗੀ। MSP ਖਤਮ ਕਰਨੀ ਪੈਣੀ ਹੈ, ਸਰਕਾਰੀ ਖਰੀਦ ਖਤਮ ਕਰਨੀ ਪੈਣੀ ਹੈ, ਸਰਕਾਰੀ ਮੰਡੀਆਂ ਤੋੜਨੀਆਂ ਪੈਣੀਆਂ। ਇਸ ਲਈ ਕਲੀਅਰ ਡਿਕਟੇਟਸ ਨੇ ਉਹਦੇ, ਇਹਨਾਂ ਨੂੰ ਮੰਨ ਕੇ ਕਾਨੂੰਨ ਬਣੇ ਤਾਂ ਅਸੀਂ ਇਸ ਨੂੰ ਕਿਸਾਨ ਪੰਜਾਬ ਦਾ ਨਹੀਂ ਸਾਰੇ ਦੇਸ਼ ਦਾ ਕਿਸਾਨ ਇਹ ਸਮਝਦਾ ਹੈ। ਕਾਨੂੰਨ ਜੇ ਇਨ ਬਿਨ ਲਾਗੂ ਹੋ ਗਏ, ਸਰਕਾਰੀ ਮੰਡੀਆਂ ਖਤਮ, MSP ਖਤਮ, ਸਰਕਾਰੀ ਖਰੀਦ ਖਤਮ, ਤਾਂ ਫਿਰ ਪੱਲੇ ਸਾਡੇ ਕੀ ਰਿਹਾ? ਪੰਜਾਬ ਦੀ ਭੂਗੋਲਿਕ ਸਥਿਤੀ ਹੀ ਕੁਝ ਅਜਿਹੀ ਸੀ ਜੋ ਹਰ ਪੱਖੋਂ ਪੰਜਾਬ ਦੀ ਧਰਤੀ ਉੱਤਮ ਖੇਤੀ ਲਈ ਵਧੀਆ ਸੀ। ਪੰਜਾਬ ਨੇ ਇਸ ਦੇ ਚੱਲਦਿਆਂ ਘੱਟ ਸਮੇਂ 'ਚ ਹੀ ਬਹੁਤ ਮੁਨਾਫਾ ਵੀ ਕਮਾਇਆ। ਪਰ ਹੌਲੀ-ਹੌਲੀ ਪੰਜਾਬ ਦੀ ਹਾਲਤ ਅੱਜ ਉਸ ਮੁਕਾਮ ਤੇ ਪਹੁੰਚ ਗਈ ਹੈ ਕਿ ਪੰਜਾਬ ਆਪਣੀ ਹੀ ਧਰਤੀ ਤੋਂ ਹੋਰ ਮੁਨਾਫਾ ਨਹੀਂ ਕਮਾ ਸਕਦਾ। ਤੇ ਦੂਜੇ ਪਾਸੇ ਕਿਸਾਨਾਂ ਦੇ ਹਾਲਾਤ ਜੋ ਕਿ ਦਿਨ-ਬ-ਦਿਨ ਬੇਹੱਦ ਮਾੜੇ ਹੁੰਦੇ ਜਾ ਰਹੇ ਨੇ ਅਤੇ ਉਹਨਾਂ ਲਈ ਖੇਤੀ ਹੁਣ ਘਾਟੇ ਦਾ ਸੌਦਾ ਬਣ ਗਈ ਹੈ। ਇਸ ਕਰਕੇ ਪੰਜਾਬ ਦੇ ਵਿੱਚ ਉਸ ਵੇਲੇ ਪਹਿਲੋਂ ਆਪਣਾ ਕੋ ਦਰਿਆਈ ਪਾਣੀ ਜਿਹੜਾ ਸੀ ਉਹ ਬਹੁਤਾਤ ਦੇ ਵਿੱਚ ਹੋਣ ਕਰਕੇ ਆਪਣੇ ਕੋਲ ਨਹਿਰਾਂ ਦਾ ਸਿਸਟਮ ਸੀ। ਉਹਨਾਂ ਨਹਿਰਾਂ ਦੇ ਰਾਹੀਂ ਅਸੀਂ ਇਹ ਜਿਹੜੇ ਇਰੀਗੇਸ਼ਨ ਦੀਆਂ ਲੋੜਾਂ ਨੂੰ ਪੂਰੀਆਂ ਕੀਤਾ। ਜਦੋਂ ਬਾਅਦ ਦੇ ਵਿੱਚ ਕੁਝ ਫੈਸਲੇ ਕਰਕੇ ਪੰਜਾਬ ਦੇ ਪਾਣੀ ਨੂੰ ਦੂਸਰੀਆਂ ਸਟੇਟਾਂ ਨੂੰ ਦੇ ਦਿੱਤਾ ਗਿਆ ਤੇ ਫਿਰ ਉਹ ਪਾਣੀ ਸਾਡੇ ਕੋਲ ਘਟਣ ਕਰਕੇ ਫਿਰ ਸਾਨੂੰ ਜਿਹੜਾ ਸੀ ਉਹ ਆਪਣੇ ਟਿਊਬਲ ਦੇ ਇਰੀਗੇਸ਼ਨ ਆ
ਉਹਦੇ ਉੱਤੇ ਨਿਰਭਰ ਹੋਣਾ ਪਿਆ ਤੇ ਉਹਦੇ ਨਾਲ ਜਿਹੜਾ ਸੀ ਮੁੜ ਕੇ ਸਾਡੇ ਜਿਹੜੇ ਪਾਣੀ ਦਾ ਲੈਵਲ ਜਿਹੜਾ ਸੀ ਉਹ ਇੱਕ ਸਾਲ ਦੇ ਵਿੱਚ 1-1 ਮੀਟਰ ਥੱਲੇ ਜਾਣਾ ਸ਼ੁਰੂ ਹੋ ਗਿਆ। ਇੱਕ ਬਹੁਤ ਵੱਡਾ ਬੋਝ ਜਿਹੜਾ ਸੀ ਉਹ ਪੰਜਾਬ ਦੇ ਸਿਰ ਸਾਡੇ ਪੈ ਗਿਆ। ਉਸ ਬੋਝ ਨੇ ਜਿਹੜਾ ਸੀ ਕਿਸਾਨੀ ਦਾ ਲੱਕ ਤੋੜਨ ਦੇ ਵਿੱਚ ਉਹਨੇ ਵੀ ਯੋਗਦਾਨ ਰਿਹਾ ਤੇ ਇਸ ਤਰ੍ਹਾਂ ਕਰਕੇ ਜਿਹੜੀ ਕਿਸਾਨੀ ਸੀ ਉਹ ਹਰੀ ਖੇਤੀ ਦਾ ਜਿਹੜਾ ਸਵਾਦ ਸੀ ਬਹੁਤਾ ਲੰਮਾ ਸਮਾਂ ਨਾ ਲੈ ਸਕੀ ਤੇ ਉਸ ਤੋਂ ਬਾਅਦ ਜਿਹੜੀ ਡੇ ਬਾਈ ਡੇ ਆ ਕਿਸਾਨਾਂ ਦੇ ਵਿੱਚ ਸਗੋਂ ਆਤਮ ਹੱਤਿਆ ਦੀ ਜਿਹੜੀ ਆ ਉਹ ਰੁਝਾਨ ਵਧਦੇ ਰਹੇ। ਅਤੇ ਦੂਜੇ ਪਾਸੇ ਕਿਸਾਨਾਂ ਦੀ ਇਸ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਸਰਕਾਰਾਂ ਕਿਸਾਨਾਂ ਨੂੰ ਹੋਰ ਦਬਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। 2014 ਵਿੱਚ ਕੇਂਦਰ 'ਚ ਆਉਣ ਲਈ ਮੋਦੀ ਸਰਕਾਰ ਨੇ ਇਹ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਦੇ ਹੀ ਉਹ ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨਗੇ ਤਾਂ ਕਿ ਮੰਡੀਕਰਨ ਨੂੰ ਸੁਧਾਰਿਆ ਜਾ ਸਕੇ। ਪਰ ਸੱਤਾ 'ਚ ਆਉਂਦੇ ਹੀ ਮੋਦੀ ਸਰਕਾਰ ਨੇ ਵੀ ਉਹੀ ਕੀਤਾ ਜੋ ਸਭ ਕਰਦੇ ਨੇ, अपने कीते हुए वादे तो मुकर जाना। कि मेरे किसान भाइयों को मैं वादा करता हूं कि भारतीय जनता पार्टी की सरकार बनने के बाद पहली ही मीटिंग में पहला ही काम किसानों की कर्ज माफी का कर दिया जाएगा। भाइयों बहनों, भारतीय जनता पार्टी की दिल्ली में सरकार आएगी। मैं आपको विश्वास दिलाना चाहता हूं, मेरे किसी किसान को ज्यादा ब्याज दे करके ऋण लेने के लिए साहूकार के घर के पर न जाना पड़े, ये परिस्थितियां पैदा करना चाहता। पर अपने इस वायदे दी आड़ च केंद्र सरकार ने किसानां लई नवे खेती कानून लिआंदे ने जिन्हां नूं किसानां लई डेथ वारंट दस्सिया जा रहा है। किसानां दा कहना है कि सरकार ने किसानां दी चीखा तैयार कीती है ਤੇ ਅੱਜ ਤੱਕ 600 ਤੋਂ ਵੱਧ ਕਿਸਾਨ ਇਸ ਅੰਦੋਲਨ 'ਚ ਆਪਣੀ ਆਹੂਤੀ ਦੇ ਚੁੱਕੇ ਨੇ। ਚ ਆਏ ਆ, ਇਹਨਾਂ ਦਾ ਦੁੱਖ ਦਰਦ ਦੇਖ ਕੇ ਮਨ ਬਹੁਤ ਭਰਿਆ ਹੈ। ਦੁੱਖ ਦਾ ਲੱਗਦਾ ਨਾ ਬਜ਼ੁਰਗ ਬੈਠੇ ਨੇ 80 ਸਾਲ ਦੇ। सरकार हल कर सकती है और जान के लटका रही है इसको ताकि आप बैठ के तंग होके अपने अपने घर चले जाए। ਮੌਜੂਦਾ ਖੇਤੀ ਕਾਨੂੰਨ ਜਿਹੜੇ ਆਏ ਨੇ ਹੁਣ ਇਹ ਡੈਥ ਵਾਰੰਟ ਇਹਨਾਂ ਨੂੰ ਇਸ ਕਰਕੇ ਕਿਹਾ ਗਿਆ ਕਿਉਂਕਿ 1995 ਦੇ ਵਿੱਚ ਜਦੋਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੋਣ ਦੇ ਵਿੱਚ ਆਈ ਸੀ ਔਰ ਸਾਡਾ ਦੇਸ਼ ਇਹਦਾ ਮੈਂਬਰ ਬਣਿਆ ਸੀ ਤਾਂ ਉਸ ਵਕਤ ਵੀ ਜੇ ਤੁਸੀਂ ਸਟੇਟਮੈਂਟਸ ਕੱਢੋ ਤਾਂ ਉਦੋਂ ਵੀ ਦੇਸ਼ ਦੇ ਕਿਸਾਨਾਂ ਨੇ ਇਹ ਕਿਹਾ ਸੀ ਵੀ ਜੋ ਹਿੰਦੁਸਤਾਨ ਦੀ ਸਰਕਾਰ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਮੈਂਬਰ ਬਣ ਕੇ ਉਸ ਐਗਰੀਮੈਂਟ ਤੇ ਸਾਈਨ ਕੀਤੇ ਨੇ ਉਹ ਕਿਸਾਨਾਂ ਦੇ ਡੈਥ ਦੇ ਵਾਰੰਟ ਨੇ। ਸਰਕਾਰ ਵੱਲੋਂ ਇਹ ਕਾਨੂੰਨ ਬਹੁਤ ਹੀ ਗਲਤ ਸਮੇਂ ਲਿਆਂਦੇ ਗਏ। 2020 ਵਿੱਚ ਜਦੋਂ ਪੰਜਾਬ ਅਤੇ ਹਰਿਆਣਾ ਦੋਵਾਂ ਰਾਜਾਂ ਵਿੱਚ ਨਿਊਨਤਮ ਮੁੱਲ ਦੇ ਆਧਾਰ ਤੇ ਕਣਕ ਖਰੀਦੀ ਜਾ ਚੁੱਕੀ ਸੀ ਤੇ ਕਿਸਾਨ ਸੂਰਜਮੁਖੀ, ਮੱਕੀ ਸਾਂਭਣ ਤੇ ਝੋਨਾ ਲਗਾਉਣ ਦੇ ਵਿੱਚ ਰੁੱਝੇ ਹੋਏ ਸਨ ਤਾਂ ਸਾਰਾ ਦੇਸ਼ ਕੋਰੋਨਾ ਦੇ ਖਿਲਾਫ ਜੰਗ ਲੜ ਰਿਹਾ ਸੀ। ਉਸ ਵੇਲੇ ਕਿਸਾਨਾਂ ਦੀ ਖੇਤੀਬਾੜੀ 'ਚ ਸੁਧਾਰਾਂ ਨੂੰ ਲੈ ਕੇ ਖਾਸ ਕੋਈ ਮੰਗ ਵੀ ਨਹੀਂ ਸੀ। ਸੈਂਟਰਲ ਸਰਕਾਰ ਨੂੰ ਪਤਾ ਨਹੀਂ ਕੀ ਮਜਬੂਰੀ ਸੀ ਕਿ ਆਪਣਾ ਧਿਆਨ ਕੋਰੋਨਾ ਜਿਹੀ ਗੰਭੀਰ ਬਿਮਾਰੀ ਤੋਂ ਮੋੜ ਕੇ ਇੱਕੋ ਹੀ ਦਿਨ ਯਾਨੀ ਕਿ 5 ਜੂਨ 2020 ਨੂੰ ਹੀ ਤਿੰਨੇ ਆਰਡੀਨੈਂਸ ਜਾਰੀ ਕਰ ਦਿੱਤੇ। ਸਰਕਾਰ ਨੇ ਸਤੰਬਰ 2020 ਨੂੰ ਬੜੇ ਹੀ ਨਾਟਕੀ ਢੰਗ ਨਾਲ ਪਾਰਲੀਮੈਂਟ ਦੇ ਸਾਰੇ ਨਿਯਮਾਂ ਨੂੰ ਤੋੜ ਕੇ ਕਾਨੂੰਨ ਬਣਾ ਦਿੱਤੇ। ਜਿਹੜਾ ਅੱਜ ਦਾ ਰਵੱਈਆ ਹੈ ਉਹਦੇ ਤੋਂ ਤਾਂ ਇਹ ਲੱਗ ਰਿਹਾ ਵੀ ਲੋਕਤੰਤਰ ਸਰਕਾਰ ਨਹੀਂ ਹੈਗੀ, ਤਾਨਾਸ਼ਾਹ ਦੀ ਸਰਕਾਰ ਹੈ। ਸਾਡੇ ਤੇ ਤਾਂ ਦੇਖੋ ਇੱਕ ਤਾਂ ਕਰੋਨਾ ਡਿੱਗਿਆ, ਉਹ ਤਾਂ ਡਿੱਗਿਆ ਸਾਰੀ ਦੁਨੀਆ ਤੇ ਆ ਜਿਹੜੇ ਬਿਜਲੀ ਸਾਡੇ ਤੇ ਸੁੱਟੀ ਏ MSP ਵਾਲੀ ਜੁਲਾਈ ਦੇ ਵਿੱਚ, ਦੇਖੋ ਅੱਜ 5 ਮਹੀਨੇ ਹੋ ਗਏ ਆਪਾਂ ਨੂੰ ਲੱਗਿਆ ਨੂੰ। ਸੋ ਅਸੀਂ ਮੇਰੇ ਕਹਿਣ ਤੋਂ ਸਿਰਫ ਭਾਵੇਂ ਹੈ ਕਿ ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। 2020 ਤੱਕ ਸਿਰਫ 10 ਦਿਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੇ ਲੋਅਰ ਹਾਊਸ, ਅੱਪਰ ਹਾਊਸ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਇੰਡੀਆ 25 ਸਤੰਬਰ ਨੂੰ ਸੈਂਟ ਦਿੰਦਾ ਹੈ, 27 ਸਤੰਬਰ ਨੂੰ ਅਫੀਸ਼ੀਅਲ ਨੋਟੀਫਿਕੇਸ਼ਨ ਗਜ਼ਟ ਦੇ ਵਿੱਚ ਜਿਹੜਾ ਇਹਨਾਂ ਦਾ ਬਿੱਲ ਉਹ ਆ ਜਾਂਦਾ ਹੈ। ਔਰ ਉਸ ਟਾਈਮ ਤੇ ਜਿਹੜਾ ਹੈ ਕੋਈ ਵੀ ਰਾਜਨੀਤਿਕ ਪਾਰਟੀ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਆਮ ਪਾਰਟੀ ਹੈ ਤੇ ਚਾਹੇ ਕਾਂਗਰਸ ਪਾਰਟੀ ਹੈ, ਇਹਨਾਂ ਦੇ ਕਿਸੇ ਵੀ ਪਾਰਲੀਮੈਂਟ ਮੈਂਬਰ ਨੇ ਉਹਦੇ ਤੇ ਕੋਈ ਵਿਰੋਧ ਨਹੀਂ ਕੀਤਾ। ਇਹਦਾ ਮਤਲਬ ਇਹ ਹੋਇਆ ਕਿ ਇਹ ਸਾਰੇ ਦੇ ਸਾਰੇ ਇਕੱਠੇ ਨੇ।
ਇਹ ਤਾਂ ਉਸ ਟਾਈਮ ਦੇ ਉੱਤੇ ਉੱਠੇ ਨੇ ਜਦੋਂ ਅਸੀਂ ਸਾਡੇ ਵੱਲੋਂ ਇਹ ਪਹਿਲਾਂ ਤਾਂ ਵੇਖੋ ਤੁਹਾਡੇ ਸਾਹਮਣੇ ਅਸੀਂ ਮੰਗ ਪੱਤਰ ਦਿੰਦੇ ਰਹੇ, ਜਦੋਂ ਜੂਨ ਦੇ ਵਿੱਚ ਇਹਨਾਂ ਨੇ ਆਰਡੀਨੈਂਸ ਲੈਂਦੇ ਨੇ, ਉਸ ਤੋਂ ਬਾਅਦ ਜਦੋਂ ਇਹਨਾਂ ਨੇ ਪਾਰਲੀਮੈਂਟ ਹਾਊਸ ਦੇ ਵਿੱਚ ਇਹਨਾਂ ਨੂੰ ਬਤੌਰ ਬਿੱਲ ਲਿਆ ਕੇ ਤੇ ਜਿਹੜੇ ਸੀ ਉਹ ਇਹਨਾਂ ਨੇ ਪਾਸ ਕਰਕੇ ਤੇ ਕਾਨੂੰਨ ਬਣਾਤਾ, ਜਿਨ੍ਹਾਂ ਦਾ ਕਿਸਾਨੀ ਤੇ ਭਾਰੇ ਪੈਣ ਦੇ ਅੰਦੇਸ਼ਿਆਂ, ਸਿੱਟਿਆਂ ਤੇ ਅਸਹਿਯੋਗ ਦੇ ਨੁਕਸਾਨ ਤੇ ਗੰਭੀਰ ਚਰਚਾ ਚੱਲ ਰਹੀ ਹੈ। ਇਸ ਸੰਦਰਭ 'ਚ ਤਿੰਨਾਂ ਕਾਨੂੰਨਾਂ ਦਾ ਸੰਵਿਧਾਨਿਕ ਤੇ ਕਾਨੂੰਨੀ ਨੁਕਤੇ ਤੋਂ ਅਧਿਐਨ ਕਰਨਾ ਜ਼ਰੂਰੀ ਬਣ ਜਾਂਦਾ ਹੈ। ਪਹਿਲਾ ਕਾਨੂੰਨ ਜਿਹੜਾ ਹੈ ਉਹ APMC ਤੇ MSP ਨੂੰ ਅਫੈਕਟ ਕਰਦਾ ਹੈ। ਉਹਦੇ ਵਿੱਚ APMC ਤੇ MSP ਜਿਹੜਾ ਹੈਗਾ ਉਹ ਕਿਸਾਨਾਂ ਦਾ ਖਦਸ਼ਾ ਹੈ, ਔਰ ਮੈਨੂੰ ਆਪ ਵੀ ਲੱਗਦਾ ਹੈ ਕਿ ਜਿਸ ਕਿਸਮ ਨਾਲ ਸਰਕਾਰ ਨੇ ਪ੍ਰੋਕਿਉਰਮੈਂਟ ਘਟਾਉਣੀ ਹੈ, ਜਿਸ ਕਿਸਮ ਨਾਲ ਸਰਕਾਰ ਨੇ ਬਫਰ ਸਟਾਕ ਜਿਹੜੇ ਉਹ ਘਟਾਣੇ ਨੇ, ਔਰ ਜਿਸ ਕਿਸਮ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਪ੍ਰੋਕਿਉਰਮੈਂਟ 'ਚ ਲਿਆਉਣਾ ਹੈ, ਮੈਨੂੰ ਲੱਗਦਾ ਹੈ ਕਿ ਜਿਹੜਾ ਐਗਰੀਕਲਚਰ ਪ੍ਰੋਡਕਟ ਮਾਰਕੀਟ ਕਮੇਟੀਆਂ ਨੇ ਜਿਹੜੀਆਂ ਕਮੇਟੀਆਂ ਉਹ ਕਹਿ ਲਓ ਕਿ ਜਿੱਥੇ ਜਾ ਕੇ ਕਿਸਾਨ ਵੇਚ ਸਕਦਾ ਫਸਲ, ਉਹ ਆਪਣੇ ਆਪ 'ਚ ਉਹਨਾਂ ਦੀ ਇੱਕ ਨੈਚੁਰਲ ਵੇ ਨਾਲ ਜਿਹੜੀ ਹੈ ਉਹ ਡੈਥ ਹੋ ਜਾਣੀ ਹੈ। ਔਰ ਇਸੇ ਕਰਕੇ ਜੇ ਸਰਕਾਰ ਨੇ ਪ੍ਰੋਕਿਉਰਮੈਂਟ ਘਟਾਈ ਤਾਂ MSP ਤੇ ਵੀ ਇੰਪੈਕਟ ਪੈਣਾ, ਕਿਉਂਕਿ ਜਿਹੜਾ ਪ੍ਰਾਈਵੇਟ ਪਲੇਅਰ ਹੈ ਉਹਦਾ ਜਿਹੜਾ ਇੱਕੋ ਇੱਕ ਮਕਸਦ ਹੈ ਪ੍ਰੋਫਿਟ ਕਮਾਉਣਾ। ਸੋ ਇਹ ਕਾਨੂੰਨ ਇਸ ਸਿਸਟਮ ਨੂੰ ਖਤਮ ਕਰਨ ਲਈ, ਮੁਕਾਬਲੇ ਤੇ ਇੱਕ ਪ੍ਰਾਈਵੇਟ ਢਾਂਚਾ ਖੜਾ ਕਰਨ ਲਈ ਇਸ ਨਾਂ ਥੱਲੇ, ਕਿਉਂਕਿ ਸਰਕਾਰ ਨੇ ਪੈਸਾ ਲਾਉਣਾ ਨਹੀਂ, ਪੈਸਾ ਅਦਾਨੀ ਅੰਬਾਨੀ ਨੇ ਲਾਉਣਾ, ਇਹ ਸਿਸਟਮ ਨੂੰ ਖਤਮ ਕਰਨਾ ਚਾਹੁੰਦੇ ਨੇ। ਖੇਤੀਬਾੜੀ ਦਾ ਪ੍ਰਬੰਧ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਇਹਨੂੰ ਟੋਟਲ ਕਾਰਪੋਰੇਟ ਘਰਾਣੇ ਦੇ ਹਵਾਲੇ ਕਰਨਾ ਚਾਹੁੰਦੇ। ਇੱਕ ਤਾਂ ਇਹ ਹੈ, ਦੂਜਾ ਕੰਟਰੈਕਟ ਫਾਰਮਿੰਗ ਦੇ ਨਾਂ ਦੇ ਥੱਲੇ ਉਹ ਵੱਡੇ ਫਾਰਮ ਬਣਾ ਕੇ ਗਰੀਬ ਕਿਸਾਨਾਂ ਦੀਆਂ ਜ਼ਬਰਦਸਤੀ ਜ਼ਮੀਨਾਂ ਠੇਕੇ ਦੇ ਉੱਪਰ ਲੈ ਕੇ 20 ਸਾਲ ਦਾ ਪਟਾ 30 ਸਾਲ ਦਾ ਪਟਾ ਹੋਵੇ, ਉਹਨਾਂ ਨਾਲ ਕੰਟਰੈਕਟ ਕਰਨਗੇ ਵੀ ਤੁਸੀਂ ਇਹ ਫਸਲ ਬੀਜੋ, ਇਹਦਾ ਭਾਅ ਹੋਏਗਾ, ਅਸੀਂ ਖਰੀਦਾਂਗੇ। ਪਰ ਜਦੋਂ ਫਸਲ ਰਾਈਪ ਹੋਏਗੀ ਤਾਂ ਉਹਨਾਂ ਨੇ ਕਈ ਸ਼ਰਤਾਂ ਉਸ ਦੇ ਉੱਪਰ ਲਾਉਣੀਆਂ ਕਿ ਇਹ ਤੁਹਾਡੀ ਫਸਲ ਦੀ ਕੁਆਲਿਟੀ ਠੀਕ ਨਹੀਂ ਹੈ, ਇਹਦਾ ਦਾਣਾ ਠੀਕ ਨਹੀਂ ਹੈ, ਤਾਂ ਉਹਨਾਂ ਦੇ ਉੱਪਰ ਜਿਹੜਾ ਰੇਟ ਤੈਅ ਕੀਤਾ ਉਹਦੇ ਉੱਪਰ ਕੱਟ ਲਾਣਗੇ, ਉਹਦੇ ਉੱਪਰ ਡਿਸਪਿਊਟ ਪੈਦਾ ਹੋਣਗੇ। ਜੇ ਡਿਸਪਿਊਟ ਪੈਦਾ ਹੋਏ ਉਹਦੇ ਵਿੱਚ ਸਰਕਾਰ ਨੇ ਸਿਵਲ ਕੋਰਟ ਦੀ ਜੁਰਿਡਿਕਸ਼ਨ ਉਹਨੂੰ ਬਾਹਰ ਕਰ ਦਿੱਤਾ ਹੈ ਕਿ ਅਸੀਂ ਫੈਸਲਾ ਕਰਨਗੇ। ਸੋ ਕੰਟਰੈਕਟ ਫਾਰਮਿੰਗ ਦੇ ਨਾਂ ਥੱਲੇ ਸਰਕਾਰ ਛੋਟੇ ਕਿਸਾਨਾਂ ਨੂੰ 86% ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰੇਗੀ, ਬੇਜ਼ਮੀਨੇ ਬਣਾਊਗੀ, ਔਰ ਇਹ ਜ਼ਮੀਨਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਗੀ। ਤੀਜਾ ਕਾਨੂੰਨ ਜਿਹੜਾ ਹੈਗਾ ਉਹਦੇ ਬਾਰੇ ਮੈਂ 1 ਮਿੰਟ 'ਚ ਗੱਲ ਕਰਨੀ ਚਾਹਾਂਗਾ ਤੁਹਾਡੇ ਨਾਲ ਜਾਣਕਾਰੀ ਲਈ। ਉਹ ਇਹ ਹੈ ਕਿ ਜ਼ਰੂਰੀ ਵਸਤਾਂ ਐਕਟ ਹੈ 1955 'ਚ ਜ਼ਰੂਰੀ ਵਸਤਾਂ ਐਕਟ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਸੀ, ਜਿਹਦੇ ਵਿੱਚ ਸਾਰੇ ਅਨਾਜ ਦੀਆਂ ਫਸਲਾਂ, ਦਾਲਾਂ, ਪਿਆਜ਼, ਇਹ ਸਾਰਾ ਕੁਝ ਜਿਹੜਾ ਉਹਦੇ ਵਿੱਚ ਆਂਦਾ ਸੀਗਾ। ਸੋ ਇਹ ਜਦੋਂ ਇਹ ਆਂਦਾ ਸੀ ਤਾਂ ਇਹਨੂੰ ਜ਼ਰੂਰੀ ਵਸਤਾਂ ਇਸ ਕਰਕੇ ਸੀ ਕਿ ਉਹਨਾਂ ਦਾ ਤੁਸੀਂ ਇੱਕ ਹੱਦ ਤੋਂ ਵੱਧ ਭੰਡਾਰਨ ਨਹੀਂ ਕਰ ਸਕਦੇ, ਇੱਕ ਹੱਦ ਤੋਂ ਵੱਧ ਤੁਸੀਂ ਉਹਨਾਂ ਦਾ ਆਪਣੇ ਜਿਹੜਾ ਭੰਡਾਰਨ ਹੀ ਨਹੀਂ ਕਰ ਸਕਦੇ, ਜ਼ਖੀਰੇਬਾਜ਼ੀ ਤਾਂ ਅਲਾਊਡ ਹੀ ਨਹੀਂ ਸੀ। ਸੋ ਮੈਨੂੰ ਲੱਗਦਾ ਕਿ ਇਹ ਸਾਰੇ ਸਿਲਸਿਲੇ ਵਿੱਚ ਜੇ ਹੁਣ ਇਹਨਾਂ ਅਮੈਂਡਮੈਂਟਸ ਕੀਤੀਆਂ ਨੇ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਜ਼ਰੂਰੀ ਵਸਤਾਂ ਅਨਾਜ ਤੋਂ ਬਿਨਾਂ ਜੋ ਹੋਰ ਜ਼ਰੂਰੀ ਵਸਤਾਂ ਕੀ ਨੇ, ਪਿਆਜ਼, ਸਬਜ਼ੀਆਂ, ਇਹਨਾਂ ਤੋਂ ਬਿਨਾਂ ਹੋਰ ਜ਼ਰੂਰੀ ਵਸਤਾਂ ਕੀ ਨੇ। ਤੇ ਇਹਦੇ ਵਿੱਚ ਹੋਇਆ ਇਹ ਹੈ ਕਿ ਇਹਦੇ ਨਾਲ ਨਾ ਕੇਵਲ ਕਿਸਾਨਾਂ ਤੇ ਸ਼ਾਇਦ ਘਾਟੇ ਦਾ ਅਸਰ ਹੋਵੇ, ਪਰ ਆਮ ਜਿਹੜਾ ਨਾਗਰਿਕ ਹੈ ਹਿੰਦੁਸਤਾਨ ਦਾ, ਖਾਸ ਕਰ ਗਰੀਬ ਆਦਮੀ, ਮਿਡਲ ਕਲਾਸ, ਉਸ ਤੇ ਇਸ ਦਾ ਬੁਰਾ ਪ੍ਰਭਾਵ ਇਹ ਪੈਣਾ ਕਿ ਜਦੋਂ ਖਰੀਦ ਕੇ ਤੁਸੀਂ ਭੰਡਾਰਨ ਕਰ ਲਿਆ, ਅਨਲਿਮਿਟਿਡ ਭੰਡਾਰਨ ਕਰ ਲਿਆ ਔਰ ਜ਼ਖੀਰੇਬਾਜ਼ੀ ਕਰ ਲਈ, ਤਾਂ ਉਸ ਤੋਂ ਬਾਅਦ ਤੁਸੀਂ ਉਹਦੀ ਬਲੈਕ ਮਾਰਕੀਟਿੰਗ ਨੂੰ ਵੀ ਹੋਏਗੀ। ਤੇ ਬਲੈਕ ਮਾਰਕੀਟਿੰਗ ਤਾਂ ਹੁਣ ਜਦੋਂ ਐਸੈਂਸ਼ੀਅਲ ਕਮੋਡਿਟੀ ਐਕਟ ਹੈਗਾ ਉਦੋਂ ਹੋ ਰਹੀ ਹੈ, ਤਾਂ ਪਹਿਲਾਂ ਜਿਹੜੀ ਹੈ ਉਹ ਕਿਉਂ ਨਾ ਹੁੰਦੀ, ਹੁਣ ਜ਼ਿਆਦਾ ਹੋਏਗੀ। ਔਰ ਇੱਕ ਮੋਨੋਪਲੀ ਜਿਹੜਾ ਪ੍ਰਾਈਸ ਹੈ ਕੰਜ਼ਿਊਮਰਸ ਨੂੰ ਉਹ ਦੇਣੀ ਪਏਗੀ। ਜਾਂ ਜਿਨ੍ਹਾਂ ਸੂਬਿਆਂ ਦੇ ਵਿੱਚ MSP ਨਹੀਂ ਹੋਏਗੀ, ਲੋੜ ਹੋਏਗੀ, ਉਹਨਾਂ ਸੂਬਿਆਂ 'ਚ ਅਨਾਜ ਪਹੁੰਚਾਉਣਗੇ, ਮਹਿੰਗੀਆਂ ਕੀਮਤਾਂ ਤੇ ਲੋਕਾਂ ਦੀ ਲੁੱਟ ਕਰਨਗੇ। ਸੋ ਤੀਜਾ ਕਾਨੂੰਨ ਹੈ ਜ਼ਖੀਰੇਬਾਜ਼ੀ ਨੂੰ, ਬਲੈਕ ਮਾਰਕੀਟਿੰਗ ਨੂੰ, ਹੋਰਡਿੰਗ ਨੂੰ ਜਨਮ ਦਿੰਦਾ ਹੈ, ਜਿਹਨੇ ਖਪਤਕਾਰ ਨੂੰ ਵੀ ਲੁੱਟਣਾ, ਮਨੁੱਖਤਾ ਦੀ ਵੀ ਲੁੱਟ ਕਰਨੀ ਹੈ। ਤੀਜਾ ਕਾਨੂੰਨ ਉਸ ਤੋਂ ਵੀ ਖਤਰਨਾਕ ਹੈ। ਇਹਨਾਂ ਕਾਨੂੰਨਾਂ ਦਾ ਅਸਰ ਸਿਰਫ ਕਿਸਾਨਾਂ ਤੇ ਨਹੀਂ ਬਲਕਿ ਉਪਭੋਗਤਾ ਤੇ ਸਮੂਚੇ ਤੌਰ ਤੇ ਪੈਣਾ ਹੈ। ਖਾਣ ਵਾਲੀਆਂ ਵਸਤੂਆਂ, ਰਾਸ਼ਨ ਕਾਰਡਾਂ ਤੇ ਬਜਾਏ ਕੁਝ ਨਗਦ ਪੈਸੇ ਉਹਨਾਂ ਦੇ ਖਾਤੇ ਵਿੱਚ ਪਾ ਕੇ ਵੰਡ ਪ੍ਰਣਾਲੀ ਨੂੰ ਕਰਪਟ ਹੋਇਆ ਕਹਿ ਕੇ ਬੰਦ ਕਰ ਦਿੱਤਾ ਜਾਵੇਗਾ।
ਸਭ ਨੂੰ ਇਹ ਵਸਤੂਆਂ ਮਾਰਕੀਟ ਤੋਂ ਖਰੀਦਣੀਆਂ ਪੈਣਗੀਆਂ, ਜਿਸ ਦੇ ਉੱਪਰ ਕਾਰਪੋਰੇਟ ਸੈਕਟਰ ਦਾ ਕੰਟਰੋਲ ਹੋਵੇਗਾ ਤੇ ਉਹ ਆਪਣੇ ਰੇਟਾਂ ਤੇ ਇਹਨਾਂ ਨੂੰ ਵੇਚਣਗੇ, ਜਿਸ ਨਾਲ ਗਰੀਬ ਆਦਮੀ, ਕਿਸਾਨ ਤੇ ਸਮੂਚਾ ਉਪਭੋਗਤਾ ਵਰਗ ਵੀ ਪ੍ਰਭਾਵਿਤ ਹੋਵੇਗਾ। ਇਹ ਕੰਟਰੈਕਟ ਫਾਰਮਿੰਗ ਮੈਂ ਜਦੋਂ ਪੜ੍ਹੋ ਤੇ ਤੁਹਾਨੂੰ ਐ ਲੱਗਦਾ ਕਿ ਕੁਝ ਵੀ ਗਲਤ ਨਹੀਂ ਹੈ, ਪਰ ਅਲਟੀਮੇਟਲੀ ਜਿਵੇਂ ਗ੍ਰੀਨ ਰੈਵੋਲੂਸ਼ਨ ਲਈ ਅਨੇਬਲਿੰਗ এনवायरमेंट ਬਣਿਆ ਹੈਗਾ, ਉਸੇ ਤਰ੍ਹਾਂ ਹੀ ਅਨੇਬਲਿੰਗ এনवायरमेंट ਜਿਹੜਾ ਇਹਨੇ ਕੰਟਰੈਕਟ ਫਾਰਮਿੰਗ ਨੇ ਐਸਾ ਬਣਾ ਦੇਣਾ ਕਿ ਇਹ ਅਲਟੀਮੇਟਲੀ ਜਿਹੜੇ ਕਿਸਾਨਾਂ ਦੇ ਹਿੱਤ 'ਚ ਨਹੀਂ, ਕਾਰਪੋਰੇਟਸ ਦੇ ਹਿੱਤ 'ਚ ਭੁਗਤਣਗੇ। ਔਰ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਉਹ ਜ਼ਮੀਨ ਹਥਿਆ ਲੈਣਗੇ, ਪਰ এনवायरमेंट ਇਦਾਂ ਦਾ ਬਣ ਸਕਦਾ ਹੈ ਕਿ ਛੋਟਾ ਕਿਸਾਨ ਜਿਹੜਾ ਉਹ ਇਸ ਲਈ ਮਜਬੂਰ ਵੀ ਹੋ ਜਾਵੇ ਜ਼ਮੀਨ ਵੇਚਣ ਲਈ। ਸੋ ਇਹ ਇਸ ਕਿਸਮ ਦਾ ਹੈ। ਸੋ ਇਹ ਤਿੰਨੇ ਕਾਨੂੰਨ ਜਿਹੜੇ ਕੁੱਲ ਮਿਲਾ ਕੇ ਉਦੇਸ਼ ਇਹ ਹੈ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ ਔਰ ਸਰਕਾਰੀ ਖਰੀਦ ਤੋਂ ਬਚਣਾ ਚਾਹੁੰਦੀ ਹੈ। ਇਸ ਨੂੰ ਇੱਕ ਮੰਡੀ ਇੱਕ ਦੇਸ਼ ਇੱਕ ਮੰਡੀ ਦੇ ਨਾਂ ਤੇ, ਖੁੱਲੀ ਮੰਡੀ ਦੇ ਨਾਂ ਤੇ ਖੇਤੀਬਾੜੀ ਦੀ ਐਡਮਿਨਿਸਟ੍ਰੇਸ਼ਨ ਨੂੰ ਮੁੱਠੀ ਭੜਕਾਉਣ ਨੂੰ ਸੌਂਪਣਾ ਚਾਹੁੰਦੀ ਹੈ ਕਾਰਪੋਰੇਟ ਸੈਕਟਰ ਨੂੰ। ਦੂਜਾ ਜਿਹੜਾ ਇੱਕ ਕਮਾਲ ਦੀ ਹੋਰ ਹੈ, ਪਹਿਲੇ ਦੋਨਾਂ ਕਾਨੂੰਨ ਐਕਚੁਅਲੀ ਤਾਂ ਇਹ ਤਿੰਨੇ ਕਾਨੂੰਨ ਇਕੱਠੇ ਰੱਖ ਕੇ ਪੜ੍ਹਨੇ ਚਾਹੀਦੇ ਆ ਔਰ ਤਿੰਨਾਂ ਕਾਨੂੰਨਾਂ ਦਾ ਇੰਪੈਕਟ ਵੀ ਇਕੱਠਾ ਹੀ ਹੋਣਾ ਹੈਗਾ। ਸੋ ਇਸ ਕਰਕੇ ਇਹ ਜਿਹੜਾ ਸਾਰਾ ਸਿਲਸਿਲਾ ਹੈ ਇਹਦੇ ਨਾਲ ਇੱਕ ਮਨਾਪਸੋਨੀ ਹੋਣੀ ਆ। ਮਨਾਪਸੋਨੀ ਇਹ ਹੈ ਕਿ ਉਹ ਹੁੰਦਾ ਕਿ ਥੋੜੇ ਜਿਹੇ ਖਰੀਦਣ ਵਾਲੇ ਨੇ ਜਾਂ ਇੱਕ ਖਰੀਦਣ ਵਾਲਾ। ਤਾਂ ਜਦੋਂ ਕਿਸਾਨ ਤਾਂ 15 ਕਰੋੜ ਨੇ ਹਿੰਦੁਸਤਾਨ 'ਚ, ਉਹ ਜਦੋਂ ਆਪਣੀ ਫਸਲ ਵੇਚਣ ਲਈ ਆਉਣਗੇ, ਥੋੜੇ ਜਿਹੇ ਖਰੀਦਣਗੇ ਤਾਂ ਉਹ ਕਹਿਣਗੇ ਭਾਈ ਅਸੀਂ ਤਾਂ ਹੋਰ ਨਹੀਂ ਖਰੀਦਣਾ, ਇੰਨਾ ਹੀ ਖਰੀਦਣਾ, ਇਸ ਕਰਕੇ ਤੁਸੀਂ ਇਸ ਭਾਅ ਵੇਚਣਾ ਤੇ ਵੇਚ ਦਿਓ। ਇਸੇ ਲਈ ਮੈਨੂੰ ਜੋ ਲੱਗ ਰਿਹਾ, ਇਸੇ ਲਈ ਜਿਹੜਾ MSP ਨੂੰ ਕਾਨੂੰਨੀ ਦਰਜਾ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਸਰਕਾਰ ਇਹ ਸਮਝਦੀ ਹੈ ਕਿ ਫਿਰ ਪ੍ਰਾਈਵੇਟ ਕੰਪਨੀਆਂ ਤੇ ਕੇਸ ਚਲਾਉਣੇ ਪੈਣਗੇ ਜੇ ਉਹਨਾਂ ਨੇ ਘੱਟ ਖਰੀਦੀ। ਜੇ ਨਾ, ਜਾਂ ਇਹ ਵੀ ਹੋ ਸਕਦਾ ਹੈ ਕਿ ਉਹ ਕਿਸਾਨ ਮਜਬੂਰ ਹੋ ਕੇ ਉਹਨਾਂ ਨੂੰ ਘੱਟ ਤੇ ਵੇਚ ਸਕੇ ਤੇ ਲਿਖਤੀ ਰੂਪ 'ਚ ਉਹ MSP ਹੋਵੇ। ਸੋ ਇਸ ਕਰਕੇ ਬੜੇ ਕੁਛ ਇਹਦੇ ਜਿਹੜੇ ਗਲਤ ਨਤੀਜੇ ਭੁਗਤ ਰਹੇ ਨੇ। ਲੋਕਤੰਤਰੀ ਦੇਸ਼ ਦੇ ਵਿੱਚ ਜੇਕਰ ਜਨਤਾ ਦੇ ਵੱਲੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰਕਾਰ ਸਰਕਾਰ ਇਸ ਗੱਲ ਤੇ ਗੌਰ ਕਰਨ ਦੀ ਬਜਾਏ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਤੇ ਕਿਉਂ ਤੁਲੀ ਹੋਈ ਹੈ। ਕਈ ਵਾਰੀ ਇੱਕ ਸਵਾਲ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਜੇ ਇਹ ਤਿੰਨ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ, ਆਮ ਲੋਕਾਂ ਦੇ ਹਿੱਤ ਵਿੱਚ ਨਹੀਂ, ਤਾਂ ਫਿਰ ਕੇਂਦਰ ਸਰਕਾਰ ਨੂੰ ਐਸੀ ਕੀ ਮਜਬੂਰੀ ਸੀ ਕਿ ਇਹਨਾਂ ਨੇ ਇਹ ਕਾਨੂੰਨ ਜਿਹੜੇ ਆ ਇਹ ਪਾਸ ਕੀਤੇ। ਇਹ ਸਵਾਲ ਮੇਰੇ ਜ਼ਹਿਨ 'ਚ ਵੀ ਆਉਂਦਾ, ਮੇਰੇ ਵਰਗੇ ਹੋਰ ਬਹੁਤ ਸਾਰੇ ਲੋਕਾਂ ਦੇ ਜ਼ਹਿਨ 'ਚ ਆਉਂਦਾ। ਅਸੀਂ ਉਠਾਏ ਵੀ ਨੇ ਇਹ ਸਵਾਲ ਬੜੀ ਵਾਰ, ਲਿਖਤ ਵਿੱਚ ਵੀ, ਬੋਲ ਕੇ ਵੀ। ਸੋ ਇਹ ਆਪਣੇ ਆਪ 'ਚ ਇੱਕ ਸ਼ੱਕ ਪਾਉਂਦਾ ਹੈ ਕਿ ਕਿਤੇ ਨਾ ਕਿਤੇ ਹੋਰ ਕਿਸਾਨਾਂ ਦੇ ਨਾਂ ਤੇ ਕਿਸੇ ਹੋਰ ਸੈਕਟਰ ਨੂੰ, ਜਿਹੜੀਆਂ ਕੰਪਨੀਆਂ ਨੇ ਪ੍ਰਾਈਵੇਟ, ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਹੋ ਰਹੀ ਹੈ, ਜਾਂ ਅੰਤਰਰਾਸ਼ਟਰੀ ਪ੍ਰੈਸ਼ਰ ਜਿਹੜਾ ਹੈ, ਖਾਸ ਕਰਕੇ ਜਿਹੜਾ ਸੰਸਾਰ ਵਪਾਰ ਸੰਸਥਾ ਦਾ ਹੈ, ਜਿਹਦੇ ਵਿੱਚ ਉਹ ਕਹਿੰਦੇ ਕਿ ਸਬਸਿਡੀਆਂ ਘਟਾਓ, ਜਿਹਦੇ ਵਿੱਚ ਉਹ ਕਹਿੰਦੇ ਆਪਣਾ ਬਫਰ ਸਟਾਕ ਘਟਾਓ ਅਨਾਜ ਦਾ, ਇਹ ਤੋਂ ਹੀ 20 ਮਿਲੀਅਨ ਟਨ ਤੋਂ ਜ਼ਿਆਦਾ ਨਹੀਂ ਰੱਖ ਸਕਦੇ, ਤੁਹਾਨੂੰ ਲੋੜ ਹੀ ਨਹੀਂ ਹੈ ਇਸ ਤੋਂ। ਔਰ ਇਹਦੇ ਨਾਲ ਇੱਕ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਸ ਤੇ ਵੀ ਬੁਰਾ ਪ੍ਰਭਾਵ ਜਿਹੜਾ ਉਹ ਪੈਣਾ ਹੈ। ਇਹ ਜਿਹੜਾ ਤਿੰਨ ਕਾਨੂੰਨ ਲਿਆਂਦੇ ਗਏ ਨੇ, ਇਹ ਸਿਰਫ ਤੇ ਸਿਰਫ ਹਿੰਦੁਸਤਾਨ ਦੀ ਸਰਕਾਰ ਦੀ ਆਪਣੀ ਸੋਚ ਚੋਂ ਹੀ ਨਿਕਲਿਆ ਹੈ। ਇੱਕ ਅੰਤਰਰਾਸ਼ਟਰੀ ਪ੍ਰੈਸ਼ਰ ਵੀ ਹੈ ਔਰ ਇੱਕ ਕਾਰਪੋਰੇਟ ਦਾ ਪ੍ਰੈਸ਼ਰ ਵੀ ਹੈ। ਉਹ ਕਾਰਪੋਰੇਟ ਇੰਡੀਅਨ ਵੀ ਹੈ, ਉਹ ਕਾਰਪੋਰੇਟ ਜਿਹੜੀ ਹੈ ਉਹ ਸਾਡੀ ਵੀ ਹੈ। ਜੇ ਸੁਧਾਰ ਦੇ ਨਾਂ ਦੇ ਉੱਤੇ ਲੈ ਕੇ ਆਏ ਨੇ ਤਾਂ ਇਹ ਇਸ ਤਰ੍ਹਾਂ ਨਹੀਂ ਹੋਣਾ, ਇਹਦਾ ਸੁਧਾਰ ਨਹੀਂ ਹੋਣਾ, ਬਲਕਿ ਇਸ ਤਰੀਕੇ ਨਾਲ ਕਿਸਾਨਾਂ ਨੂੰ ਖੇਤੀ ਚੋਂ ਬੇਦਖਲ ਕਰ ਦਿੱਤਾ ਜਾਊਗਾ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਤੋਂ ਨਿਕਲ ਕੇ ਇੱਕ ਤੂਫਾਨ ਆਇਆ ਹੈ। ਕਿਸਾਨਾਂ ਦੇ ਹੱਕ 'ਚ ਅੱਜ ਸਾਰਾ ਹਿੰਦੁਸਤਾਨ ਆਇਆ ਹੈ। ਅੱਜ ਸਾਰੇ ਦੇਸ਼ ਵਿੱਚ ਮੋਦੀ ਸਰਕਾਰ ਦੇ ਖਿਲਾਫ ਹਵਾ ਵਗਣੀ ਸ਼ੁਰੂ ਹੋ ਗਈ ਹੈ। ਉਹ ਮੋਦੀ ਜਿਹੜਾ ਕਹਿੰਦਾ ਸੀ 40 ਸਾਲ ਰਾਜ ਕਰਨਾ ਹੈ, ਸਾਨੂੰ ਕੋਈ ਬਦਲ ਨਹੀਂ ਸਕਦਾ। ਦੇਸ਼ ਦੇ ਕੋਨੇ-ਕੋਨੇ ਤੋਂ ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਹਿੰਦੁਸਤਾਨ ਦਾ ਦਿਲ ਕਹੀ ਜਾਣ ਵਾਲੀ ਦਿੱਲੀ ਨੂੰ ਘੇਰੀ ਬੈਠੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਸਾਡੀਆਂ ਨਸਲਾਂ ਨੂੰ ਉਜਾੜ ਦੇਣਗੇ ਤੇ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਇਹ ਅੰਦੋਲਨ ਸ਼ੁਰੂ ਕੀਤਾ ਗਿਆ ਹੈ। ਜੋ ਮੋਦੀ ਜੀ ਨੇ ਕਾਲੇ ਕਾਨੂੰਨ ਲਾਗੂ ਕੀਤੇ ਆ ਕਿਸਾਨਾਂ ਲਈ, ਉਹ ਕਿਸਾਨਾਂ ਲਈ ਮੌਤ ਹੈ। ਜੇਕਰ ਉਹ ਲਾਗੂ ਹੁੰਦੇ ਆ ਤਾਂ ਕਿਸਾਨੀ ਖਤਮ ਆ, ਜੇ ਕਿਸਾਨੀ ਖਤਮ ਆ ਤਾਂ ਨੌਜਵਾਨੀ ਤਾਂ ਖਤਮ ਹੀ ਆ। ਜ਼ਮੀਨਾਂ ਦੇ ਵਿੱਚ
ਸੋਨਾ ਜਮਾਉਣ ਵਾਲੇ ਜਿਹੜੇ ਕਿਸਾਨ ਨੇ, ਜਦੋਂ ਉਹਨਾਂ ਨੇ ਭੰਪਿਆ ਕਿ ਕਾਨੂੰਨ ਇੱਥੇ ਆਏ ਔਰ ਇਹ ਸਾਡੀ ਖੇਤੀਬਾੜੀ ਦੇ ਹਮਲਾ ਹੋਣਗੇ, ਸਾਡੀ ਜ਼ਮੀਨਾਂ ਨੂੰ ਹਥਿਆਉਣ ਦਾ ਕੰਮ ਲਾਉਣਗੇ, ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਆਰਡੀਨੈਂਸ 5 ਜੂਨ ਨੂੰ ਆਏ, ਪੰਜਾਬ ਤੋਂ ਹੀ ਅੰਦੋਲਨ ਸ਼ੁਰੂ ਹੋਇਆ। 3 ਮਹੀਨੇ ਪੰਜਾਬ ਦੇ ਕਿਸਾਨ ਪਹਿਲਾਂ ਰੇਲਾਂ ਰੋਕ ਕੇ ਬੈਠੇ, ਸੜਕਾਂ ਰੋਕ ਕੇ ਬੈਠੇ। ਸਾਰੇ ਜਿਹੜੇ ਕਾਰਪੋਰੇਟ ਵੱਡੇ ਘਰਾਣੇ ਸਨ, ਉਹਨਾਂ ਦੇ ਕਾਰੋਬਾਰ ਬੰਦ ਕੀਤੇ ਸੀ। ਅਗਸਤ ਤੋਂ ਲੈ ਕੇ ਟੋਲ ਪਲਾਜ਼ੇ ਖੁੱਲੇ ਨੇ। ਅੱਜ ਲਗਭਗ ਨਾਰਦਰਨ ਇੰਡੀਆ ਦੇ ਵਿੱਚ ਸਾਰੇ ਟੋਲ ਪਲਾਜ਼ੇ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਕੋਲ ਠੇਕੇ ਤੇ ਨੇ, ਉਹਨਾਂ ਨੂੰ ਸੱਟ ਮਾਰ ਰਹੇ, ਸਾਰੇ ਖੁੱਲੇ ਨੇ। ਸੋ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਮੇਨਲੀ। ਅੱਜ ਪੰਜਾਬ ਤੋਂ ਸ਼ੁਰੂ ਹੋ ਕੇ ਅਜੇ ਦੇਸ਼ ਦਾ ਅੰਦੋਲਨ ਹੈ। ਸਰਕਾਰ ਕਹੀ ਜਾਂਦੀ ਹੈ ਪੰਜਾਬ ਤੇ ਹਰਿਆਣੇ ਦਾ ਹੈ। ਅੱਜ ਤਾਂ ਤੁਸੀਂ ਦੱਖਣ ਭਾਰਤ ਦੇ ਦੇਖੋ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਅੱਜ ਕਿਸਾਨ ਅੰਦੋਲਨ ਦੀ ਗੁੰਜਾਂ ਪੈਂਦੀਆਂ ਨੇ। ਸਾਡੇ ਦੇਸ਼ 'ਚ ਨਹੀਂ, ਵਿਦੇਸ਼ਾਂ ਦੇ ਵਿੱਚ ਇੰਗਲੈਂਡ ਦੀ ਪਾਰਲੀਮੈਂਟ ਨੂੰ ਖੇਤੀ ਕਾਨੂੰਨ ਦਾ ਬਹਿਸ ਕਰਨੀ ਪਈ, ਨਿਊਜ਼ੀਲੈਂਡ ਦੀ ਪਾਰਲੀਮੈਂਟ ਨੂੰ ਬਹਿਸ ਕਰਨੀ ਪਈ। I would be remiss if I didn't start also by recognizing the news coming out of India about the protests by farmers. Many constituents, especially those emanating from the Punjab and other parts of India, and I were horrified to see footage of water cannon, tear gas and brute force being used against peacefully protesting farmers. So will the Prime Minister convey to the Indian Prime Minister our heartfelt anxieties, our hopes for a speedy resolution to the current deadlock, and does he agree that everyone has a fundamental right to peaceful protest? ਅਮਰੀਕਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਪੰਜਾਬੀ ਭਾਈਚਾਰੇ ਨੇ, ਭਾਰਤੀ ਜਿਹੜੇ ਲੋਕ ਨੇ, ਸਾਰੇ ਦੇਸ਼ਾਂ 'ਚ ਵੱਡੇ ਜਲਸੇ ਜਲੂਸ ਕਰਕੇ ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਔਰ ਕਰ ਵੀ ਰਹੇ ਹੈ। ਔਰ ਅੱਜ ਸਾਰੇ ਦੇਸ਼ ਦੇ ਵਿੱਚ ਮੈਂ ਕਹਾਂਗਾ ਕਿ ਜਿਹੜਾ ਬਿਰਤਾਂਤ ਹੈ, ਨੈਰੇਟਿਵ ਹੈ, ਉਹ ਕਿਸਾਨੀ ਮੁੱਦੇ ਦੇ ਉੱਪਰ ਹੈ, ਜਿਹੜਾ ਕਿ ਕਿਸਾਨੀ ਦੇ ਉੱਪਰ ਕਦੇ ਵੀ ਨਹੀਂ ਸੀ। ਸਰਕਾਰ ਨੇ ਕਦੇ ਸਾਡੇ ਖੇਤੀਬਾੜੀ ਕਿਸਾਨ ਦੇ ਮੁੱਦੇ ਤੇ ਬਹਿਸ ਹੀ ਨਹੀਂ ਹੋਣ ਦਿੱਤੀ। ਪੰਜਾਬ ਦੇ ਅੰਦੋਲਨ ਦੀ ਇਹ ਦੇਣ ਹੈ, ਦੇਸ਼ ਦੇ ਅੰਦੋਲਨ ਦੀ ਦੇਣ ਹੈ ਕਿ ਅੱਜ ਤੁਸੀਂ ਜਿੱਥੇ ਮਰਜ਼ੀ ਜਾਓ, ਬਹਿਸ ਖੇਤੀ ਮੁੱਦੇ ਦੇ ਉੱਪਰ ਹੁੰਦੀ ਹੈ, ਕਿਸਾਨੀ ਦੇ ਉੱਪਰ ਬਹਿਸ ਹੁੰਦੀ ਹੈ। ਔਰ ਸਰਕਾਰ ਨੂੰ ਮਜਬੂਰ ਕੀਤਾ ਹੈ। ਉਹ ਅੱਜ ਭਾਵੇਂ ਇਸ ਨੂੰ ਨੈਗੇਟਿਵ ਢੰਗ ਨਾਲ ਵੀ ਕਹਿਣ, ਮੋਦੀ ਨੂੰ ਮਜਬੂਰ ਹੋ ਕੇ ਖੇਤੀ ਦੀ ਗੱਲ ਕਰਨੀ ਪੈਂਦੀ ਹੈ, ਖੇਤੀਬਾੜੀ ਕਾਨੂੰਨਾਂ ਦੀ ਗੱਲ ਕਰਨੀ ਪੈਂਦੀ ਹੈ। ਜਿੱਥੇ ਹੀ ਬੋਲਦਾ ਹੈ, ਇਸ ਅੰਦੋਲਨ ਦੀ ਬਹੁਤ ਵੱਡੀ ਦੇਣ ਹੈ। ਇਹ ਅੰਦੋਲਨ ਅੱਗੇ ਵਧ ਰਿਹਾ ਆਪਣੀ ਰਫ਼ਤਾਰ ਨਾਲ। ਸਭ ਤੋਂ ਵੱਡਾ ਮੈਂ ਕਹੂੰਗਾ ਵਰਲਡ ਲੈਵਲ ਦਾ ਸ਼ਾਂਤਮਈ ਅੰਦੋਲਨ ਹੈ, ਇੰਨਾ ਲੰਬਾ ਚੱਲਣ ਵਾਲਾ। ਇਹ ਪਹਿਲਾ ਅੰਦੋਲਨ ਹੈ ਔਰ ਸਾਡੇ ਦੇਸ਼ ਦੇ ਵਿੱਚ 100 ਸਾਲਾਂ ਤੋਂ ਬਾਅਦ ਹੋਇਆ। ਪੂਰੇ ਦੇਸ਼ ਵਿੱਚ ਤੇ ਖਾਸ ਕਰਕੇ ਨਾਰਥ ਇੰਡੀਆ ਦੇ ਐਜੀਟੇਸ਼ਨ ਕਰ ਰਹੇ ਨੇ ਵਿਚਾਰੇ। ਇੰਨੇ ਜਿਹੜੀਆਂ ਵਿਪਰੀਤ ਹਾਲਤਾਂ 'ਚ 4 ਮਹੀਨਿਆਂ ਤੋਂ ਦਿੱਲੀ ਬੈਠੇ ਨੇ। ਕੋਈ 300 ਦੇ ਕਰੀਬ ਮਰ ਵੀ ਗਿਆ ਕਿਸਾਨ ਇਸ ਪ੍ਰੋਸੈਸ 'ਚ। ਤਾਂ ਮੈਨੂੰ ਲੱਗਦਾ ਕਿ ਇਹਦਾ ਇੱਕ ਕਿਸਾਨਾਂ ਦੇ ਹਿੱਤ ਵਿੱਚ ਨਹੀਂ, ਔਰ ਕਿਸਾਨਾਂ ਨੂੰ ਇਹ ਗੱਲ ਜਿਹੜੀ ਹੈ ਉਹ ਸਮਝ ਆ ਗਈ ਹੈ। ਪਰ ਅੱਜ ਦੀ ਡੇਟ 'ਚ ਸਟੇਲਮੇਟ ਚੱਲ ਰਿਹਾ। ਸਰਕਾਰ ਵੀ ਅੜੀ ਹੋਈ ਹੈ। ਕਿਸਾਨ ਕਹਿੰਦੇ ਨੇ ਕਿ ਅਸੀਂ ਤਾਂ ਕਾਨੂੰਨ ਰੱਦ ਹੀ ਕਰਾਣੇ ਨੇ, ਤੇ ਸਰਕਾਰ ਕਹਿੰਦੀ ਕਿ ਰੱਦ ਨਹੀਂ, ਅਸੀਂ ਇਹਨਾਂ ਨੂੰ 1.5-2 ਸਾਲਾਂ ਲਈ ਜਿਹੜੀ ਹੈ ਉਹ ਸਸਪੈਂਡ ਕਰ ਦਿੰਦੇ ਹਾਂ। ਸੋ ਮੈਨੂੰ ਲੱਗਦਾ ਕਿ ਇਹ ਇੱਕ ਹੋਰ ਸੰਦਰਭ 'ਚ ਹੈ ਔਰ ਇਹਦਾ ਕੋਈ ਹੱਲ ਲੱਭਣ ਦੀ ਲੋੜ ਜਿਹੜੀ ਹੈ ਉਹ ਜ਼ਰੂਰੀ ਹੈ ਕਿ ਕਿਸ ਨਾਲ ਜਿਹੜਾ। ਤੇ ਮੈਨੂੰ ਲੱਗਦਾ ਕਿ ਜਿਹੜੇ ਕਿਸਾਨ ਨੇ ਉਹ ਐਜੀਟੇਸ਼ਨ ਮੈਂ ਨਹੀਂ ਕਹਾਂਗਾ, ਦੇ ਆਰ ਨਾਟ ਐਜੀਟੇਟਰਸ। ਉਹਨਾਂ ਨੂੰ ਮਜਬੂਰ ਹੋਏ ਨੇ ਇਸ ਐਜੀਟੇਸ਼ਨ ਕਰਨ ਲਈ। ਰਾਦਰ ਮੈਂ ਕਹਾਂਗਾ ਪ੍ਰੋਟੈਸਟ ਹੈ, ਰੋਸ ਹੈ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਉਹਨਾਂ ਦੀ ਰੋਜੀ ਰੋਟੀ ਖਤਰੇ 'ਚ ਹੈ, ਉਹਨਾਂ ਦਾ ਰੁਜ਼ਗਾਰ ਖਤਰੇ 'ਚ ਹੈ, ਉਹਨਾਂ ਦੀ ਜ਼ਮੀਨ ਦੀ ਮਲਕੀਅਤ ਖਤਰੇ 'ਚ ਹੈ। ਸੋ ਮੈਨੂੰ ਲੱਗਦਾ ਕਿ ਇਹ ਖਦਸ਼ੇ ਜਿਹੜੇ ਕਿਸਾਨਾਂ ਦੇ, ਉਹਨਾਂ ਨੂੰ ਐਡਰੈਸ ਕਰਨਾ ਬੜਾ ਲਾਜ਼ਮੀ ਹੈ। ਔਰ ਜਿੰਨਾ ਚਿਰ ਇਹ ਐਡਰੈਸ ਨਹੀਂ ਹੁੰਦੇ, ਕਿਸਾਨਾਂ ਦੇ ਖਦਸ਼ੇ ਬਣੇ ਰਹਿਣਗੇ, ਕਿਸਾਨਾਂ ਦੇ ਸਿਰ ਤੇ ਤਲਵਾਰ ਵੀ ਲਟਕਦੀ ਰਹੇਗੀ। ਔਰ ਮੈਨੂੰ ਲੱਗਦਾ ਕਿ ਇਹ ਇਸ ਕਰਕੇ ਕਿ ਸਰਕਾਰ ਦਾ ਜਿਹੜਾ ਐਟੀਟਿਊਡ ਹੈ ਕਿਸਾਨਾਂ ਦੇ ਪ੍ਰਤੀ, ਉਹ ਵੀ ਮੈਨੂੰ ਲੱਗਦਾ ਕਿ ਉਸ ਤੇ ਵੀ ਗੱਲ ਕਰਨੀ ਬਣਦੀ ਹੈ। ਉੱਥੇ ਹੀ ਇਸ ਮੂਵਮੈਂਟ ਨੂੰ ਖਦੇੜਨ ਦੇ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਕਈ ਤਰ੍ਹਾਂ ਦੇ ਬਲਾਂ ਦਾ ਇਸਤੇਮਾਲ ਕੀਤਾ। ਹੋ ਚੁੱਕੀ ਹੈ। ਤਸਵੀਰਾਂ ਗਲੋਬਲ ਪੰਜਾਬ ਟੀਵੀ ਦੇ ਐਕਸਕਲੂਸਿਵ ਤਸਵੀਰਾਂ ਇਸ ਸਮੇਂ ਦੇਖ ਸਕਦੇ ਹੋ। ਅਸੀਂ ਸੰਭੂ ਬਾਰਡਰ ਤੇ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਹਾਂ ਅਤੇ ਪੁਲਿਸ ਨੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਹਰਿਆਣਾ ਦੀ ਪੁਲਿਸ ਅਤੇ ਰੈਪਿਡ ਪੁਲਿਸ ਨੇ ਪੱਥਰ ਲਗਾਏ ਗਏ ਨੇ। ਪੂਰੀ ਰਣਨੀਤੀ ਦੇ ਤਹਿਤ ਜਿਹੜਾ ਪੁਲਿਸ ਦੇ ਵੱਲੋਂ ਪੱਥਰ ਲਗਾਏ ਗਏ ਨੇ, ਸੰਗਲਾਂ ਦੇ ਨਾਲ ਪੱਥਰਾਂ ਨੂੰ ਨਾਲ ਜੋੜਿਆ ਗਿਆ ਤਾਂ ਕਿ ਕੋਈ ਇਹਨਾਂ ਨੂੰ ਹਿਲਾਉਣ ਦਾ ਯਤਨ ਨਾ ਕਰੇ। ਨਾਲ ਬੈਰੀਕੇਡਿੰਗ ਕੀਤੀ ਗਈ ਹੈ। ਪਰ ਇਹ ਕਿਸਾਨ ਕਿੱਥੇ ਮੰਨਣ ਵਾਲੇ ਸਨ।
ਕਹਿਣਾ ਤਾਂ ਹੀ ਚਾਹੁੰਦੇ ਅਸੀਂ ਤੇ ਦਿੱਲੀ ਜਾ ਕੇ ਰਵਾਂਗੇ ਜੀ। ਸਰਕਾਰ ਜਿੰਨੇ ਮਰਜ਼ੀ ਬੈਰੀਕੇਡ ਲਾਵੇ, ਜੋ ਮਰਜ਼ੀ ਕਰ ਲੇ, ਅਸੀਂ ਪਿੱਛੋਂ ਵੀ ਸਾਰੇ ਬੈਰੀਕੇਡ ਤੋੜ ਕੇ ਆਏ ਆ, ਅੱਗੋਂ ਵੀ ਤੋੜ ਕੇ ਦਿੱਲੀ ਪਹੁੰਚ ਕੇ ਰਵਾਂਗੇ। ਚਾਹੇ ਇੱਥੇ ਤੁਹਾਨੂੰ 2 ਮਹੀਨੇ ਰਹਿਣਾ ਪਏ, 6 ਮਹੀਨੇ ਰਹਿਣਾ ਪਏ, ਉਹਦਾ ਸਾਨੂੰ ਕੋਈ ਡਰ ਨਹੀਂ। ਕੋਈ ਇਹਨਾਂ ਦੇ ਅਥਰੂ ਗੈਸਾਂ ਦਾ ਕੋਈ ਨਹੀਂ, ਕੋਈ ਇਹਨਾਂ ਦੇ ਪਾਣੀ ਵਿਛੜਨ ਦਾ ਕੋਈ ਡਰ ਨਹੀਂ। ਜਦੋਂ ਸਾਰੇ ਕਿਸਾਨ ਇਕੱਠੇ ਹੋ ਗਏ, ਇਹਨਾਂ ਦੇ ਬੈਰੀਕੇਡ ਤਾਂ ਅਸੀਂ ਤੋੜ ਕੇ ਲੰਘਾਂਗੇ ਜੀ। ਤਾਂ ਇਹਨਾਂ ਤੋਂ ਬੈਰੀਕੇਡ ਤਾਂ ਅਸੀਂ ਨਾ ਡਰਦੇ ਹਾਂ, ਅਸੀਂ ਇਹਨਾਂ ਦੇ ਰੇਤੇ ਤੋਂ ਡਰਦੇ ਹਾਂ। ਰੇਤਾ ਤਾਂ ਅਸੀਂ ਇੱਕ ਮੁੱਠੀ ਨਾਲ ਸਾਡੀਆਂ ਮਾਈਆਂ ਹੀ ਛੱਡ ਦੇਣਗੀਆਂ। ਅੜੀਆਂ ਬਤੀਰ ਹੈ ਸਰਕਾਰ ਦਾ ਇਹ। ਅਸੀਂ ਚੇਤਾਵਨੀ ਦਿੰਦੇ ਹਾਂ ਇੱਥੇ ਮੋਦੀ ਸਰਕਾਰ ਨੂੰ, ਦਿੱਲੀ ਪੁਲਿਸ ਨੂੰ ਖਾਸ ਤੌਰ ਤੇ ਚੇਤਾਵਨੀ ਦਿੰਦੇ ਹਾਂ ਵੀ ਬੰਦਿਆਂ ਵਾਂਗ ਬਿਹੇਵ ਕਰੋ। ਅਸੀਂ ਸਖਤ ਕਦਮ ਚੁੱਕਾਂਗੇ, ਫਿਰ ਤੁਹਾਡੀ ਜ਼ਿੰਮੇਵਾਰੀ ਹੋਏਗੀ। ਅਸੀਂ ਸ਼ਾਂਤਮਈ ਰਹੇ ਹਾਂ, ਸ਼ਾਂਤਮਈ ਰਹਾਂਗੇ, ਪਰ ਇਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਜੋ ਤੁਹਾਡੀਆਂ ਆਪ ਹੁਦਰੀਆਂ ਕਾਰਵਾਈਆਂ ਨੇ। ਬੌਖਲਾਹਟ 'ਚ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਲਈ ਪਹਿਲਾ ਸੱਦਾ ਦਿੱਤਾ, ਪਰ ਇਹ ਸੱਦਾ ਸਿਰਫ ਫਾਰਮੈਲਿਟੀ ਹੀ ਸੀ। ਮੀਟਿੰਗ ਦਾ ਮਕਸਦ ਸਿਰਫ ਕਿਸਾਨਾਂ ਨੂੰ ਸਮਝਾਉਣਾ ਸੀ। ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਦੀ ਵੱਡੀ ਖਬਰ ਮੀਟਿੰਗ ਦੇ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀ ਹੈ। ਵਿਗਿਆਨ ਭਵਨ ਦੇ ਵਿੱਚ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿਚਕਾਰ ਮੀਟਿੰਗ ਚੱਲੀ ਸੀ, ਪਰ ਮੀਟਿੰਗ ਦੇ ਵਿੱਚ ਤਲਖੀ ਸ਼ੁਰੂ ਹੋਈ ਆ। ਅੱਜ ਇੱਕ ਅਹਿਮ ਦਿਨ ਮੰਨਿਆ ਜਾ ਰਿਹਾ ਕਿਉਂਕਿ ਕੇਂਦਰ ਸਰਕਾਰ ਤੇ ਕਿਸਾਨ ਆਗੂਆਂ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ। भारत सरकार किसानों से लगातार चर्चा कर रही है और मुझे आशा है कि चर्चा के सकारात्मक परिणाम निकलेंगे। 3 ਕਾਨੂੰਨ ਰੱਦ ਤੇ ਜਿਹੜੀ MSP ਹੈ ਉਹਦਾ ਕਿਵੇਂ ਜਿਹੜਾ ਹੈਗਾ ਵੀ ਉਹਨੂੰ ਕਿਵੇਂ ਕਾਨੂੰਨੀ ਰੂਪ ਦਿੱਤਾ ਜਾਵੇ, ਉਹਦੇ ਉੱਤੇ ਜਿਹੜੀ ਹੈਗੀ ਅੱਜ ਜਿਹੜੀ ਹੈ ਚਰਚਾ ਹੋਣੀ ਹੈ। ਹਲੇ ਵੇਖੋ ਜਿਹੜੀਆਂ ਮੀਟਿੰਗਾਂ ਨੇ ਨਾ 8ਵੇਂ ਗੇਟ ਦੀ ਗੱਲਬਾਤ ਹੋ ਰਹੀ ਆ। ਫਸਟ ਗੇਟ ਨੂੰ ਛੱਡ ਕੇ ਸਾਰੀਆਂ ਮੀਟਿੰਗਾਂ 'ਚ ਗਵਰਨਮੈਂਟ ਬੈਕ ਫੁੱਟ ਤੇ ਗਈ ਆ। 11 ਦੌਰ ਦੀਆਂ ਮੀਟਿੰਗਸ ਤੋਂ ਬਾਅਦ ਵੀ ਇਹਨਾਂ ਮੀਟਿੰਗਾਂ ਨੇ ਕਿਸਾਨਾਂ ਨੂੰ ਨਾ ਉਮੀਦ ਹੀ ਕੀਤਾ, ਪਰ ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਫੈਸਲੇ ਤੇ ਹੀ ਅੜੇ ਰਹੇ। ਅਪਡੇਟ ਇਹ ਆ ਰਹੀ ਹੈ ਕਿ ਕਿਸਾਨਾਂ ਦੇ ਨਾਲ ਜਿਹੜੀ ਕੇਂਦਰ ਸਰਕਾਰ ਦੀ ਮੀਟਿੰਗ ਸੀ ਉਹ ਖਤਮ ਹੋ ਚੁੱਕੀ ਹੈ। ਗੱਲ ਤੇ ਅੜੇ ਹੋਏ ਆ, ਕੁਝ ਵੀ ਨਹੀਂ ਨਿਕਲ ਆਣਾ ਹੈਗਾ ਮੀਟਿੰਗ ਜੋ ਲੱਗ ਗਿਆ। ਇਹ ਲੰਬਾ ਚੱਲੂਗਾ ਅੰਦੋਲਨ। ਮੈਨੂੰ ਇਹ ਦੱਸ ਮੈਂ ਤੈਨੂੰ ਕੀ ਕਹਿ ਕੇ ਗਿਆ? ਹਾਂ ਸਰ, ਤੁਸੀਂ ਕਿਹਾ ਸੀ ਕਿ ਬੇਸਿੱਟਾ ਰਹੂਗੀ ਮੀਟਿੰਗ। ਬੇਸਿੱਟਾ ਰਹੀ ਵੀਰ ਜੀ, ਸੀਨੀਅਰ ਲੀਡਰਸ਼ਿਪ ਸਾਡੀ ਗਈ ਸੀ, ਜਿਹੜੀ ਮੀਟਿੰਗ ਆ ਉਹ ਬਿਲਕੁਲ ਬੇਸਿੱਟਾ ਰਹੀ ਹੈ। ਇਹਦੇ ਵਿੱਚ ਕੋਈ 1% ਵੀ ਕੋਈ ਸਰਕਾਰ ਦਾ ਜਿਹੜਾ ਪੋਜ਼ਿਟਿਵ ਰਵੱਈਆ ਬਿਲਕੁਲ ਨਹੀਂ ਸੀ। ਉਹ ਲੋਕਾਂ ਨੂੰ ਅਸੀਂ ਫਿਰ ਵਿਸ਼ਵਾਸ, ਦੁਨੀਆ ਦੇ ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ, ਵਿਸ਼ੇਸ਼ ਕਰਕੇ ਪੰਜਾਬ ਹਰਿਆਣੇ ਦੇ ਕਿਸਾਨਾਂ ਨੂੰ ਅਪੀਲ ਕਰਦੇ ਆ, ਵਿਸ਼ਵਾਸ ਦਿਵਾਉਂਦੇ ਆ। ਅਸੀਂ ਅੱਜ ਵੀ ਮੀਟਿੰਗ ਦੇ ਵਿੱਚ ਜਿਹੜੇ ਮੁੱਦੇ ਤੁਹਾਨੂੰ ਲੈ ਕੇ ਇਕੱਠੇ ਕੀਤਾ ਹੈ ਉਹਨਾਂ ਮੁੱਦਿਆਂ ਤੇ ਕਾਇਮ ਆ ਔਰ ਸਰਕਾਰ ਨੂੰ ਝੁਕਾਏ ਬਗੈਰ ਅਸੀਂ ਇੱਥੋਂ ਟਾਂਗ ਤਰ੍ਹਾਂ ਖੜੇ ਰਵਾਂਗੇ। ਨਾ ਪ੍ਰਾਈਮ ਮਿਨਿਸਟਰ ਨੇ ਅਜੇ ਤੱਕ ਕੋਈ ਮੀਟਿੰਗ ਲਈ ਆ, ਹੋਮ ਮਿਨਿਸਟਰ ਨੇ ਵੀ ਕੇਵਲ ਇੱਕ ਮੀਟਿੰਗ ਲਈ ਹੈ। ਇਸ ਕਰਕੇ ਇਹ ਜਿਹੜੇ ਹੇਠਲੇ ਦਰਜੇ ਦੇ ਮਿਨਿਸਟਰ ਨੇ ਇਹਨਾਂ ਕੋਲ ਫੈਸਲਾ ਕਰਨ ਦੀ ਤਾਕਤ ਵੈਸੇ ਵੀ ਹੈ ਨਹੀਂ ਗੀ। ਔਰ ਅਕਤੂਬਰ ਤੋਂ ਲੈ ਕੇ 20 ਜਨਵਰੀ ਤੱਕ 11 ਮੀਟਿੰਗਾਂ ਹੁੰਦੀਆਂ ਨੇ ਔਰ ਇੱਕ ਪਹਿਲੀਆਂ ਕੁਝ ਮੀਟਿੰਗਾਂ ਤਾਂ ਦੋਨੇ ਧਿਰਾਂ ਅੜੀਆਂ ਹੀ ਰਹੀਆਂ ਕਿ ਨਹੀਂ ਇਹ ਤਾਂ ਤੁਹਾਡੇ ਹਿੱਤ 'ਚ ਹੈ, ਤੁਸੀਂ ਸੋਚੋ। ਫਿਰ ਸਰਕਾਰ ਨੇ ਕਿਹਾ ਕਿ ਨਹੀਂ, ਤੁਸੀਂ ਨਾ ਸਾਨੂੰ ਦੱਸੋ ਇਹ 'ਚ ਨੁਕਸ ਕੀ ਹੈ, ਅਸੀਂ ਨੁਕਸ ਦੂਰ ਕਰ ਦਿਆਂਗੇ। ਕਿਸਾਨਾਂ ਨੂੰ ਲੱਗਿਆ ਕਿ ਨੁਕਸ ਕੁਝ ਦੂਰ ਨਹੀਂ ਹੋਣੇ। ਕਿਸਾਨਾਂ ਨੇ ਇੱਕ ਵਾਰੀ ਲਿਖ ਕੇ ਵੀ ਦਿੱਤਾ ਕੁਝ ਪੁਆਇੰਟਸ, ਤੇ ਕਿਸਾਨ ਇਹ ਕਹਿ ਰਹੇ ਸੀ ਕਿ ਜੇ ਇੰਨੇ ਜ਼ਿਆਦਾ ਇਹਦੇ 'ਚ ਖਾਮੀਆਂ ਨੇ ਤੇ ਕਿਉਂ ਨਹੀਂ ਰਿਪੀਲ ਕਰ ਲੈਂਦੇ। ਫਿਰ ਜਿਹੜੀ 10 ਜਨਵਰੀ ਨੂੰ 20 ਜਨਵਰੀ ਨੂੰ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਸਰਕਾਰ ਪਹਿਲੀ ਵਾਰ ਇਹ ਆਪਣੀ ਇੱਕ ਪ੍ਰਪੋਜ਼ਲ ਲਿਆਂਦੀ ਹੈ ਕਿ ਠੀਕ ਹੈ ਅਸੀਂ ਇਹਨਾਂ ਨੂੰ 1.5 ਸਾਲ ਲਈ ਸਸਪੈਂਡ ਕਰ ਦਿੰਦੇ ਹਾਂ, ਇੱਕ ਕਮੇਟੀ ਬਣਾ ਦਿੰਦੇ ਹਾਂ, ਕਮੇਟੀ ਆਪਣਾ ਜਿਹੜਾ ਉਹ ਇਸ ਤੇ ਕਰੇਗੀ। ਆਖਰੀ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਸਿਰਫ ਇੰਨੀ ਗੱਲ ਹੁੰਦੀ ਹੈ, ਕਿਸਾਨ ਕਹਿੰਦੇ ਕਿ ਅਸੀਂ ਸਾਨੂੰ ਮਨਜ਼ੂਰ ਨਹੀਂ ਤੇ ਸਰਕਾਰ ਕਹਿੰਦੀ ਠੀਕ ਹੈ ਫਿਰ ਤੁਸੀਂ ਆਪਣਾ ਪੜਿਆ ਵਿਚਾਰ ਲਓ। ਤੇ ਉਸ ਤੋਂ ਬਾਅਦ 22 ਜਨਵਰੀ ਨੂੰ ਕੋਈ ਮੀਟਿੰਗ ਹੀ ਨਹੀਂ ਹੋਈ। ਸੋ ਮੈਨੂੰ ਲੱਗਦਾ ਇਹ ਸਟੇਲਮੇਟ ਗਲਤ ਹੈ ਔਰ ਕਿਸਾਨਾਂ ਤੇ ਜਿਹੜੇ ਐਲੀਗੇਸ਼ਨ ਚਲਾਏ ਜਾ ਰਹੇ ਨੇ, ਜਾਂ ਜੇ ਸਰਕਾਰ ਸੋਚਦੀ ਹੈ ਕਿ ਆਪੇ ਫਿਜ਼ਲ ਆਊਟ ਹੋ ਜਾਊਗੀ ਲੰਬੀ ਗੱਲ ਚੱਲ ਕੇ, ਮੈਨੂੰ ਲੱਗਦਾ ਕਿ ਇਹ ਐਟੀਟਿਊਡ ਠੀਕ ਨਹੀਂ। ਪੰਜਾਬੀ ਹਮੇਸ਼ਾ ਆਪਣੀ ਫਰਾਖਦਿਲੀ ਲਈ ਜਾਣੇ ਜਾਂਦੇ ਹਨ। ਮੀਟਿੰਗਾਂ ਬੇਸਿੱਟਾ ਨਿਕਲਣ ਤੋਂ ਬਾਅਦ ਵੀ ਪੰਜਾਬੀ ਹਾਰ ਨਾ ਮੰਨਦੇ ਹੋਏ ਉਸ ਰੱਬ ਦੀ ਰਜ਼ਾ ਵਿੱਚ ਰਹਿ ਕੇ ਆਪਣੀ ਲੜਾਈ ਲੜਨਾ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਉਹ ਲਗਾਤਾਰ ਲੜ ਵੀ ਰਹੇ ਨੇ। ਇਸੇ ਲਈ ਹੀ ਤਾਂ ਕਿਸਾਨਾਂ ਦੇ ਇਸ ਸੰਘਰਸ਼ ਦੀ ਸਫਲਤਾ ਲਈ ਅੱਜ ਹਰ ਘਰ ਦੁਆ ਕਰ ਰਿਹਾ ਹੈ। ਇਹਨਾਂ ਖੜਕਾਉਣ ਟੱਲੀਆਂ, ਇਹਨਾਂ ਖੜਕਾਉਣ ਟੱਲੀਆਂ, ਇਹ ਤਾਂ ਜਾਣਦੇ ਨੇ ਖੰਡਾ ਖੜਕਾਣਾ। ਉੱਤੇ ਕੰਮ ਕਰੇ ਮੋਦੀਆ, ਕੰਮ ਵਿਗੜਿਆ ਸੰਭਾਲਿਆ ਨਹੀਂ ਜਾਣਾ। ਉਹ ਜੋ ਲੋਕਾਂ ਨਾਲ ਅਰਜੂ ਸੁਣਨਾ ਕਰ ਜੂ ਪੁਲਿਸ ਤੇਰਾ ਠਾਣਾ।
ਕਿਸਾਨ ਅੰਦੋਲਨ ਸ਼ਾਇਦ ਹੀ ਇਸ ਦੁਨੀਆ 'ਚ ਪਹਿਲਾ ਅਜਿਹਾ ਅੰਦੋਲਨ ਹੋਵੇਗਾ ਜਿਸ ਨੂੰ ਖਤਮ ਕਰਨ ਲਈ ਸਰਕਾਰ ਨੂੰ ਹਰ ਮੁਮਕਿਨ ਕੋਸ਼ਿਸ਼ ਕਰਨੀ ਪੈ ਰਹੀ ਹੈ। ਸ਼ਾਇਦ ਸਰਕਾਰ ਨੂੰ ਇਹ ਮੌਕਾ ਮਿਲਿਆ 26 ਜਨਵਰੀ ਨੂੰ। 26 ਜਨਵਰੀ ਸਾਡੇ ਕਿਸਾਨ ਅੰਦੋਲਨ ਦੇ ਪੀਕ ਸੀ। ਉਦੋਂ ਇੱਕ ਸਿਖਰ ਆ ਗਿਆ ਸੀ। ਅਸੀਂ ਕਿਸਾਨ ਪਰੇਡ ਕਰਨ ਦਾ ਐਲਾਨ ਕੀਤਾ, ਜਿਹੜੀ ਕਿ ਰਿਪਬਲਿਕਨ ਪਰੇਡ ਦੇ ਮੁਕਾਬਲੇ ਅਸੀਂ ਇਹ ਦੱਸਣਾ ਚਾਹੁੰਦੇ ਸੀ ਦੇਸ਼ ਔਰ ਵਿਦੇਸ਼ ਦੇ ਲੋਕਾਂ ਨੂੰ ਕਿ ਸਾਡੇ ਕਿਸਾਨ ਇੰਨੇ ਦੁਖੀ ਨੇ। ਇਹਨਾਂ ਕਿਸਾਨਾਂ ਦੇ ਖਿਲਾਫ ਇਹੋ ਜਿਹੇ ਕਾਲੇ ਕਾਨੂੰਨ ਸਰਕਾਰ ਨੇ ਬਣਾਏ, ਉਹਨਾਂ ਦੇ ਖਿਲਾਫ ਲੜਾਈ ਲੜ ਰਹੇ ਹੈ। ਔਰ ਦਿੱਲੀ ਦੇ ਲੋਕਾਂ ਨੂੰ ਵੀ ਅਸੀਂ ਇੱਕ ਮੈਸੇਜ ਦੇਣਾ ਸੀ ਕਿ ਜਦੋਂ ਸਰਕਾਰ ਜਸ਼ਨ ਮਨਾ ਰਹੀ ਹੈ ਆਜ਼ਾਦੀ ਦੇ, ਉਸੇ ਦੇਸ਼ ਦਾ ਕਿਸਾਨ ਜਿਹੜਾ ਅੰਨਦਾਤਾ ਹੈ ਉਹਦੀ ਹਾਲਤ ਇਹ ਹੈ, ਇਹ ਪਰੇਡ ਅਸੀਂ ਕਰਨੀ ਸੀ। ਉਹ ਪਰੇਡ ਦਾ ਸਾਨੂੰ ਰੂਟ ਮਿਲਿਆ ਸੀ। ਲੱਖਾਂ ਲੋਕ, ਲੱਖਾਂ ਟਰੈਕਟਰ ਦਿੱਲੀ ਦੇ ਬਾਰਡਰਸ ਦੇ ਉੱਪਰ ਪਹੁੰਚੇ ਸੀ ਔਰ ਸਰਕਾਰ ਬੀਜੇਪੀ ਬੜੀ ਘਬਰਾਈ ਹੋਈ ਸੀ, ਭੈਭੀਤ ਸੀ। ਜੇ ਉਹ ਕਿਸਾਨ ਪਰੇਡ ਹੋ ਜਾਂਦੀ, ਮੈਂ ਕਹਿੰਦਾ ਵੀ ਸਰਕਾਰ ਨੂੰ ਉਸੇ ਵੇਲੇ ਖੇਤੀ ਕਾਨੂੰਨ ਰੱਦ ਕਰਨੇ ਪੈਣੇ ਸੀ, ਕਿਉਂਕਿ ਉਹ ਪਰੇਡ ਇੱਕ ਦਿਨ ਨਹੀਂ ਹੋ ਸਕਦਾ 3 ਦਿਨ ਜਾਰੀ ਰਹਿੰਦੀ। ਸਰਕਾਰ ਭੈਭੀਤ ਹੋਣ ਦੇ ਨਾਤੇ ਸਰਕਾਰ ਇਹ ਸਮਝਦੀ ਸੀ ਵੀ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਸਾਬੋਤਾਜ ਕੀਤਾ ਜਾਏ, ਫੇਲ ਕੀਤਾ ਜਾਏ। ਦਿੱਲੀ ਵਿੱਚ ਟਰੈਕਟਰ ਪਰੇਡ ਨੂੰ ਲੈ ਕੇ ਜਿੱਥੇ ਹਰ ਕੋਈ ਉਤਸ਼ਾਹਿਤ ਸੀ, ਉੱਥੇ ਹੀ ਨੌਜਵਾਨਾਂ ਵਿੱਚ ਇਸ ਗੱਲ ਦਾ ਰੋਸ ਸੀ ਕਿ ਦਿੱਲੀ ਪੁਲਿਸ ਵੱਲੋਂ ਦਿੱਤਾ ਗਿਆ ਰੂਟ ਕਿਸਾਨ ਜਥੇਬੰਦੀਆਂ ਵੱਲੋਂ ਮੰਨ ਲਿਆ ਗਿਆ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਇੱਕ ਕਿਸਾਨ ਜਥੇਬੰਦੀ ਨੇ ਨੌਜਵਾਨਾਂ ਨੂੰ ਰਿੰਗ ਰੋਡ ਤੇ ਲੈ ਕੇ ਜਾਣ ਦਾ ਫੈਸਲਾ ਕਰ ਲਿਆ। ਦਰਅਸਲ ਕਾਲ ਵਾਕਿਆ ਹੀ ਰਿੰਗ ਰੋਡ ਦੀ ਸੀਗੀ ਦਿੱਤੀ ਹੋਈ, ਪਰ ਉਹ ਜਦੋਂ ਸਰਕਾਰ ਕੋਲੋਂ ਰਿੰਗ ਰੋਡ ਮੰਗਿਆ ਗਿਆ ਤੇ ਸਰਕਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਤੇ ਮਾਹੌਲ ਨੂੰ ਦੇਖਦੇ ਹੋਏ ਜਿਹੜੇ ਆਗੂ ਗਏ ਸਨ, ਕਿਉਂਕਿ ਆਗੂਆਂ ਨੂੰ ਇਹ ਕਹਿ ਦਿੱਤਾ ਗਿਆ ਸੀ ਵੀ ਤੁਸੀਂ ਜੋ ਫੈਸਲਾ ਕਰ ਆਓਗੇ ਅਸੀਂ ਉਹ ਸਾਰੇ ਮੰਨ ਲਾਂਗੇ। ਸੋ ਇਸ ਕਰਕੇ ਜਿਹੜੇ ਆਗੂ ਗਏ ਸਨ ਉਹਨਾਂ ਨੇ ਮਾਹੌਲ ਨੂੰ ਦੇਖਦੇ ਹੋਏ ਉਹ ਰਿੰਗ ਰੋਡ ਜਿਹੜਾ ਉਹਦੀ ਬਜਾਏ ਜਿਹੜੇ ਹੋਰ ਰੂਟ ਦਿੱਤੇ ਗਏ, ਉਹਨਾਂ ਨੇ ਕਿਹਾ ਵੀ ਦਿੱਲੀ ਦੇ ਆਬਾਦੀ ਵਾਲੇ ਰੂਟ ਸਨ ਉਹਨਾਂ ਦੇ ਵਿੱਚ ਦੀ ਅਸੀਂ ਮਤਲਬ ਲੰਘ ਕੇ ਜਾਣਾ, ਉਸ ਜਗ੍ਹਾ ਉਸ ਰਿੰਗ ਰੋਡ ਤੋਂ ਬਾਹਰ ਦੀ ਰਿੰਗ ਰੋਡ ਨੂੰ ਟੱਚ ਕਰਕੇ ਮੁੜ ਜਾਂਦਾ ਸੀ ਉਹ। ਸੋ ਉਹ ਰੂਟ ਉਹਨਾਂ ਨੇ ਲੈ ਲਿਆ, ਪਰ ਉਹ ਕਿਤੇ ਨਾ ਕਿਤੇ ਉਹਦੇ ਨਾਲ ਜਿਹੜਾ ਨੌਜਵਾਨਾਂ ਦੇ ਵਿੱਚ ਸੀ ਉਹ ਰੋਸ ਪਾਇਆ ਗਿਆ। ਅਸੀਂ ਪਰ ਰਿੰਗ ਰੋਡ ਤੇ ਹੀ ਜਾਵਾਂਗੇ, ਜੋ ਇਹਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਵੀ ਰਿੰਗ ਰੋਡ ਜਾਣਾ ਤਾਂ ਰਿੰਗ ਰੋਡ ਹੀ ਜਾਵਾਂਗੇ। ਅਸੀਂ ਉਹਨਾਂ ਦੇ ਨਕਸ਼ੇ ਤੇ ਨਹੀਂ ਚੱਲਾਂਗੇ। 2 ਕਰੋੜ ਇਹ ਰੈਲੀ ਕਰਕੇ ਅਸੀਂ ਰਿੰਗ ਰੋਡ ਤੇ ਨਹੀਂ ਜਾਵਾਂਗੇ। ਮੁੱਕੇਗਾ ਪੰਜਾਬ ਤੋਂ ਕਿਹੜੀ ਖਾਤਰ? ਕਿਉਂਕਿ ਰਿੰਗ ਰੋਡ ਤੇ ਜਾਣਾ, ਆਪਾਂ ਰਿੰਗ ਰੋਡ ਤੇ ਹੀ ਜਾਵਾਂਗੇ। 3-4 ਵਾਰੀ ਕਿਸਾਨ ਜਥੇਬੰਦੀ ਦੀਆਂ ਮੀਟਿੰਗਾਂ ਹੋਣੀਆਂ ਨੇ, ਕੋਈ ਇਹਨਾਂ ਦਾ ਹੁਣ ਤੱਕ ਮੈਪ ਨਹੀਂ ਬਣਿਆ। ਇਹ ਕਦੋਂ ਬਣੇਗਾ? 26 ਤਰੀਕ ਨੂੰ ਬਣੇਗਾ ਜਾਂ ਪਰਸੋਂ ਬਣੇਗਾ? ਇਹ ਸਾਨੂੰ ਮੈਪ ਚਾਹੀਦਾ ਹੈ ਕਿਸੇ ਵੀ ਹਾਲਤ 'ਚ। ਕਿਸਾਨ ਜਥੇਬੰਦੀਆਂ ਵੱਲੋਂ ਨੌਜਵਾਨਾਂ ਨੂੰ ਟਰੈਕਟਰ ਪਰੇਡ ਲਈ 10 ਵਜੇ ਦੀ ਕਾਲ ਦਿੱਤੀ ਜਾਂਦੀ ਹੈ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਵੇਰੇ 7:30 ਵਜੇ ਹੀ ਆਪਣਾ ਵੱਡਾ ਕਾਫਲਾ ਲੈ ਕੇ ਪਰੇਡ ਲਈ ਤੁਰ ਪੈਂਦੀ ਹੈ। ਉਹ ਲਗਭਗ 7:15 ਵਜੇ 7:20 ਤੇ ਉਹ ਨਿਕਲ ਗਿਆ, ਕਿਉਂਕਿ ਮੈਨੂੰ ਤਦ ਪਤਾ ਹੈ ਮੈਂ ਉਸਲੇ ਮੋਹਰੇ ਖੜਾ ਸੀ ਜਿਹੜੀ ਗੁਰੂ ਤੇਗ ਬਹਾਦਰ ਮੈਮੋਰੀਅਲ ਪਾਰਕ ਹੈ। ਪਰ ਜਦੋਂ ਮੈਂ ਉੱਧਰ ਗਿਆ ਮੈਂ ਕਿਹਾ ਵੀ ਅਸੀਂ ਵਰਦੀਆਂ ਲੈ ਕੇ ਆਈਏ, ਤਾਂ ਮੈਂ ਹਜੇ ਉੱਥੇ ਮੈਮੋਰੀਅਲ ਪਾਰਕ 'ਚ ਖੜਾ ਸੀ ਤਾਂ ਜਾਨੂੰ ਉਹ ਕਾਫਲਾ ਜਿਹੜਾ ਪੰਧੇਰ ਸਾਹਿਬ ਦੀ ਉੱਧਰੋਂ ਪੰਨੂ ਸਾਹਿਬ ਦੀ ਸਟੇਜ ਤੋਂ ਉਹ ਬੈਰੀਕੇਡ ਜਦੋਂ ਛੁੱਟੇ, ਜਕਾਰੇ ਛੁੱਟੇ, ਤਾਂ ਫਿਰ ਉਹ ਲੋਕ ਨੱਠ ਪਏ, ਭੱਜ ਪਏ। ਫਿਰ ਸਾਡੇ ਵਾਲੀ ਜਿਹੜੀ ਸਾਈਡ ਤੋਂ ਵੀ ਪਰਲੀ ਸਾਈਡ ਸੀ ਉਹਨਾਂ ਵਾਲੀ ਸਾਈਡ ਉਹ ਵੀ ਨੌਜਵਾਨਾਂ ਨੇ ਬੈਰੀਕੇਡ ਜਿਹੜੇ ਖਿੱਚ ਕੇ ਇੱਧਰੋਂ ਵੀ ਕੁਝ ਨੌਜਵਾਨ ਉਹਨਾਂ ਦੇ ਨਾਲ ਹੀ ਨਿਕਲ ਗਏ। ਸੋ ਸਾਡੀ ਪਰੇਡ ਦੇ ਮੁਕਾਬਲੇ ਉਹਨਾਂ ਨੇ ਉਸ ਨੂੰ ਸੈਬੋਟੇਜ ਕਰਨ ਲਈ ਤਾਂ ਕੁਝ ਸ਼ਰਾਰਤੀ ਅੰਸਰ, ਸਮਾਜ ਵਿਰੋਧੀ ਅੰਸਰਾਂ ਰਾਹੀਂ ਇੱਕ ਕੌਨਸਪੀਰੇਸੀ ਰਚ ਕੇ ਜਿਹੜਾ ਸਾਡਾ ਰੂਟ ਸੀ ਉਹਨੂੰ ਬੰਦ ਕੀਤਾ। ਜਿੱਧਰ ਨੂੰ ਉਹ ਚਾਹੁੰਦੇ ਸੀ ਕਿ ਆਊਟਰ ਰਿੰਗ ਰੋਡ ਹੈ, ਲਾਲ ਕਿਲ੍ਹਾ ਹੈ, ਕਿਉਂਕਿ ਇੱਕ ਉਹ ਬੜੀ ਗੰਭੀਰ ਚਾਲ ਸੀ। ਬਿਲਕੁਲ ਮੈਂ ਇਹਦੇ ਵਿੱਚ ਕਿਸੇ ਨੌਜਵਾਨ ਦੀ ਮਿਲੀ ਭੁਗਤ ਨਹੀਂ ਕਹੂੰਗਾ ਸਰਕਾਰ ਨੂੰ, ਇਹ ਕਿਉਂਕਿ ਉਹਨਾਂ ਦੀ ਆਈਬੀ ਦੇ ਲੋਕ ਵਿੱਚ ਘੁੰਮਦੇ ਨੇ, ਉਹਨਾਂ ਨੇ ਨੌਜਵਾਨਾਂ ਦੇ ਗੁੱਸੇ ਨੂੰ, ਨੌਜਵਾਨਾਂ ਦੇ ਜੋਸ਼ ਨੂੰ ਭਾਂਪ ਲਿਆ ਹੋਇਆ ਸੀ। ਉਹਨਾਂ ਨੂੰ ਇਹ ਗੱਲ ਦਾ ਪਤਾ ਸੀ ਕਿ ਇਹਨਾਂ ਦਾ ਗੁੱਸਾ ਸੀ ਕਿਵੇਂ ਵਰਤਣਾ, ਉਹ ਵਰਤ ਗਏ, ਸਾਡੇ ਗੁੱਸੇ ਤੇ ਜੋਸ਼ ਨੂੰ ਵਰਤ ਗਏ ਉਹ ਨੌਜਵਾਨਾਂ ਦੇ ਨੂੰ। ਸੋ ਉਹਨਾਂ ਨੇ ਉਹ ਬੈਰੀਕੇਡ ਉਦਾਂ ਦੇ ਨਰਮ ਜਿਹੇ ਰੱਖੇ ਹੋਏ ਸੀ ਵੀ ਜਿਹੜੇ ਤੋੜਿਆਂ ਟੁੱਟ ਜਾਣ। ਬੈਰੀਕੇਡ ਵੀ ਇੱਕੋ ਹੀ ਸੀ, ਮੁਕਰਬਾ ਚੌਂਕ ਤੇ ਮੁੜ ਕੇ ਲਾਲ ਕਿਲ੍ਹੇ ਤੱਕ ਕੋਈ ਬੈਰੀਕੇਡ ਹੈ ਹੀ ਨਾ ਸੀ। ਇਹ ਤਾਂ ਦੌੜੇ ਗਏ, ਭੱਜੇ ਗਏ। ਸਰਕਾਰ ਦੀ ਮਤਲਬ ਜੇ ਮਨਸ਼ਾ ਹੁੰਦੀ ਰੋਕਣ ਦੀ ਤਾਂ ਰਸਤੇ 'ਚ ਹੋਰ ਕੋਈ ਬੈਰੀਕੇਡ ਹੁੰਦੇ, ਕੋਈ ਬੈਰੀਕੇਡ ਹੈ ਹੀ ਨਾ ਸੀ। ਸਰਕਾਰ ਤੋਂ ਨਾਰਾਜ਼ ਨੌਜਵਾਨਾਂ ਨੇ ਦਿੱਲੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ, ਜਿਸ ਲਈ ਸਰਕਾਰ ਤੇ ਵੀ ਕਈ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ। ਦੇਖੋ ਇਹ ਨੌਜਵਾਨਾਂ 'ਚ ਜੋਸ਼ ਸੀ, ਗੁੱਸਾ ਸੀ।
ਇਹ ਜਿਹੜੀ ਸਰਕਾਰ ਦੇ ਅਸੀਂ ਮੰਗੇ ਨਹੀਂ ਤੈਨੂੰ ਕਾਲੇ ਕਾਨੂੰਨ, ਧੱਕੇ ਨਾਲ ਸਾਡੇ ਗਲ 'ਚ ਫਾ ਪਾਤਾ। ਫਿਰ ਉਸ ਤੋਂ ਬਾਅਦ ਅਸੀਂ ਰਿੰਗ ਰੋਡ ਮੰਗਿਆ, ਉਹ ਨਹੀਂ ਦਿੱਤਾ, ਖੱਜਲ ਹੋ ਰਹੇ ਸੀ। ਸੋ ਨੌਜਵਾਨਾਂ 'ਚ ਗੁੱਸਾ ਸੀ, ਜੋਸ਼ ਸੀ। ਉਹ ਗੁੱਸੇ ਦੇ ਨਾਲ ਵੀ ਕਈ ਆਗੂਆਂ ਨੇ ਵੀ ਸਟੇਜ ਤੋਂ ਕਹਿਤਾ ਸੀ, ਕਿਸੇ ਨੇ ਕਹਿਤਾ ਦਿੱਲੀ ਦੀ ਹਿੱਕ ਤੇ ਟਰੈਕਟਰ ਚੱਲਣਗੇ, ਕਿਸੇ ਨੇ ਕਿਹਾ ਉੱਥੇ ਅਸੀਂ ਲਾਲ ਕਿਲੇ ਜਾਵਾਂਗੇ। ਉਹ ਕੁਛ ਆਗੂਆਂ ਨੇ ਵੀ ਇਦਾਂ ਕਹਿਤਾ ਵਿੱਚੋਂ। ਸੰਯੁਕਤ ਮੋਰਚੇ ਵੱਲੋਂ ਕੀਤਾ ਗਿਆ 17 ਜਨਵਰੀ ਨੂੰ ਭਾਈ ਰਿੰਗ ਰੋਡ ਤੇ ਮਾਰਚ ਕਰਨਾ, ਅਸੀਂ ਉੱਥੇ ਕਹਿੰਦੇ ਆਪਾਂ ਕੋਲੇ ਰਿੰਗ ਰੋਡ ਤੇ ਜਾਵਾਂਗੇ। ਸੋ ਜਦੋਂ ਕਹਿਣ ਦੇ ਨਾਲ ਨੌਜਵਾਨਾਂ 'ਚ ਇੱਕ ਗੱਲ, ਨੌਜਵਾਨ ਤੱਕ ਤੁਸੀਂ ਮੂੰਹੋਂ ਕੱਢ ਦਿਓ, ਫੜ ਲੈਣਗੇ ਉਹ। ਤੇ ਜਦੋਂ ਉਹ ਗੱਲ ਪਕੜ ਲਈ ਉਹਨਾਂ ਨੇ, ਉਹ ਫਿਰ ਨੌਜਵਾਨ ਜਾ ਚੜੇ। ਮੈਂ ਉਹ 'ਚ ਕਿਸੇ ਦਾ ਦੋਸ਼ ਨਹੀਂ ਮੰਨਦਾ, ਕਿਸੇ ਦੀ ਕੋਈ ਮਨਸ਼ਾ ਨਹੀਂ ਸੀ ਇਹ, ਕਿਉਂਕਿ ਇੱਕ ਉਹ ਬੜੀ ਗੰਭੀਰ ਚਾਲ ਸੀ ਕਿ ਲਾਲ ਕਿਲੇ ਦੇ ਉੱਪਰ ਇੱਕ ਐਸਾ ਝੰਡਾ ਲਹਿਰਾ ਦਈਏ ਔਰ ਲਹਿਰਾ ਕੇ ਇਹ ਹੋਵੇ ਵੀ ਇਹ ਪੰਜਾਬ ਦੇ ਜਿਹੜੇ ਲੋਕ ਨੇ, ਸਿੱਖ ਨੇ, ਇਹ ਤਾਂ ਸੈਪਰੇਟਿਸਟ ਨੇ, ਇਹ ਖਾਲਿਸਤਾਨੀ ਨੇ, ਇਹ ਕੋਈ ਵੱਖਰਾ ਰਾਜ ਚਾਹੁੰਦੇ ਨੇ। ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰੀਏ ਵੱਖਵਾਦੀ ਕਹਿ ਕੇ, ਔਰ ਮੁਕਾਬਲੇ ਦੇ ਜਿਹੜੇ ਹਰਿਆਣੇ ਦੇ ਲੋਕ ਨੇ ਉਹਨਾਂ ਨੂੰ ਕਹੀਏ ਵੀ ਇਹ ਨੈਸ਼ਨਲ ਫਲੈਗ ਦੀ ਬੜੀ ਤੋਹੀਨ ਹੋ ਗਈ ਹੈ, ਡਿਸਰਿਸਪੈਕਟ ਹੋ ਗਈ ਹੈ, ਇਹ ਪੰਜਾਬ ਦੇ ਲੋਕਾਂ ਨੇ ਕੀਤੀ, ਜਿਹੜੇ ਅੱਤਵਾਦੀ ਵੱਖਵਾਦੀ ਨੇ। ਤਾਂ ਪੰਜਾਬ ਦੇ ਹਰਿਆਣਾ ਲੜੇ, ਔਰ ਮੈਂ ਕਹਾਂਗਾ ਦੇਸ਼ ਦੇ ਵਿੱਚ 84 ਵਰਗੇ ਦੰਗੇ ਵੀ ਹੋ ਜਾਣ, ਫਿਰਕੂ ਪੱਤਾ ਖੇਡ ਕੇ ਇਹ ਸਰਕਾਰ ਨੇ ਖੇਡਿਆ ਸੀ। ਅਸੀਂ ਬੜੇ ਇਸ ਤੋਂ ਸਾਵਧਾਨ ਵੀ ਰਹੇ। ਅਸੀਂ ਉਸੇ ਵੇਲੇ ਕਿਸਾਨ ਪਰੇਡ ਨੂੰ ਜਿਹੜਾ ਵਾਪਸ ਵੀ ਲਿਆ। ਇਹ ਸਾਰਾ ਕੰਮ ਸਰਕਾਰ ਨੇ ਆਪ ਕੀਤਾ। ਇਹ ਸਾਡੇ ਐਜੀਟੇਸ਼ਨ ਨੂੰ ਫੇਲ ਕਰਨ ਵਾਸਤੇ ਇਹ ਸਰਕਾਰ ਦੀ ਇੱਕ ਸਾਜ਼ਿਸ਼ ਸੀ। ਇਹ ਕਹਿਣ ਲੱਗੇ ਜੀ ਉੱਥੇ ਰਾਸ਼ਟਰੀ ਝੰਡਾ ਜਿਹੜਾ ਉਹਦਾ ਨਿਰਾਦਰ ਕੀਤਾ ਗਿਆ। ਜਿਹੜਾ ਝੰਡਾ ਉੱਥੇ ਚੜਿਆ ਉਹ ਕੇਸਰੀ ਨਿਸ਼ਾਨ ਸਾਹਿਬ ਹੈ, ਉੱਥੇ ਰਾਸ਼ਟਰੀ ਝੰਡਾ ਨਹੀਂ ਲਾਇਆ ਗਿਆ, ਉਹਦੀ ਬੇਅਦਬੀ ਨਹੀਂ ਕੀਤੀ ਗਈ, ਉਹ ਥੱਲੇ ਨਹੀਂ ਸੁੱਟਿਆ। ਵੇਖੋ ਮੈਂ ਇਹ ਗੱਲ ਕਹਾਂਗਾ, ਕੇਸਰੀ ਨਿਸ਼ਾਨ ਸਾਹਿਬ ਚਲਾਉਣਾ ਕੀ ਉੱਤੇ ਜਿਹੜਾ ਇਹ ਸਰਕਾਰ ਬਣਾਉਣਾ ਚਾਹੁੰਦੀ ਸੀ ਵੀ ਖਾਲਿਸਤਾਨ ਜੀ, ਇਹ ਖਾਲਿਸਤਾਨ ਕੀ ਕੇਸਰੀ ਨਿਸ਼ਾਨ ਜਿਹੜਾ ਆ, ਕੇਸਰੀ ਰੰਗ ਜਿਹੜਾ ਆ ਉਹ ਖਾਲਿਸਤਾਨ ਮੰਗਦਾ ਹੈ। ਤੇ ਉਹ ਕੇਸਰੀ ਜੇਕਰ ਨਿਸ਼ਾਨ ਸਾਹਿਬ ਲਾ ਦਿੱਤਾ ਤੇ ਉੱਥੇ ਕਿੱਥੇ ਲਿਖਿਆ ਵੀ ਖਾਲਿਸਤਾਨ ਮੰਗਦੇ ਨੇ? ਉਹ ਤਾਂ ਸਾਡੀ ਕੌਮ ਦਾ ਸਿੰਬਲ ਹੈ, ਉਹਨੂੰ ਰੰਗਤ ਗਲਤ ਦਿੱਤੀ ਗਈ। ਉਹ ਕੋਈ ਏਡੀ ਗੱਲ ਨਹੀਂ ਹੈਗੀ, ਉਹ ਮੈਂ ਉਹਨੂੰ ਵੱਡੀ ਗੱਲ ਨਹੀਂ ਸਮਝਦਾ। ਇਹ ਜਿਹੜਾ ਅੰਦੋਲਨ ਸੀ ਲੀਹੋਂ ਲਾਉਣ ਦਾ ਯਤਨ ਕੀਤਾ ਗਿਆ, ਪਰ ਰਾਕੇਸ਼ ਟਕੈਤ ਦੀ ਅੱਖ ਦਾ ਹੰਝੂ ਦੁਬਾਰਾ ਇਸ ਅੰਦੋਲਨ ਨੂੰ ਪੈਰਾਂ ਸਿਰ ਖੜਾ ਕਰਨ ਵਾਸਤੇ ਅੱਗੇ ਆਇਆ। ਉਸ ਕਰਕੇ ਇਹ ਅੰਦੋਲਨ ਦੁਬਾਰਾ ਤੋਂ ਜਿਹੜਾ ਹੈਗਾ ਪਹਿਲਾਂ ਨਾਲੋਂ ਵੀ ਬਿਹਤਰ ਤਰੀਕੇ ਨਾਲ ਚੱਲ ਰਿਹਾ ਹੈ। ਇਹਦੇ ਵਿੱਚ ਮੈਂ ਸਮਝਦਾ ਕਿ ਕਿਸਾਨ ਜਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਹੈ। ਉਹਨਾਂ ਨੂੰ ਜਿਹੜੀ ਪਿੱਛੇ ਵਾਪਰ ਗਿਆ, ਭਵਿੱਖ ਵਿੱਚ ਅਜਿਹਾ ਨਾ ਵਾਪਰੇ, ਉਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਸਰਕਾਰਾਂ ਅੰਦੋਲਨ ਫੇਲ ਕਰਨ ਵਾਸਤੇ ਕੁਝ ਹੱਥ ਕੰਡੇ ਵਰਤਦੀਆਂ। ਸਰਕਾਰ ਨੇ ਮੌਕਾ ਸਾਨੂੰ ਦਿੱਤਾ, ਪੁਲਿਸ ਵਾਲੀਆਂ ਵਰਦੀਆਂ ਪਾ ਕੇ ਸਾਡੇ ਮੁੰਡੇ ਤੇ ਹਮਲਾ ਕਰਤਾ, ਫਿਰ ਰਸ਼ਕੇਸ਼ ਟਕੈਂਸ ਤੇ ਹਮਲਾ ਕਰਤਾ। ਉੱਥੇ ਪੂਰੀ ਤਿਆਰੀ ਸੀ ਉਹਨਾਂ ਦੀ, ਉੱਥੇ ਟਕੈਂਸਾ ਵੜ ਗਈ। ਟਕੈਂਸਾ ਵੜ ਕੇ ਬੰਦਾ ਜਜ਼ਬਾਤੀ ਹੋ ਗਿਆ, ਹੋ ਹੀ ਜਾਂਦਾ ਕਿ ਵੀ ਯਾਰ ਐਡਾ ਵੱਡਾ ਹਮਲਾ ਹੋ ਰਿਹਾ। ਕੁਛ ਉੱਥੇ ਆਪਣੇ ਸਰਦਾਰ ਕਿਸਾਨ ਸੀ, ਉਹਨਾਂ ਨੇ ਕਹਿਤਾ ਵੀ ਟਕੈਂਸ ਸਾਹਿਬ ਅਸੀਂ ਮਰ ਜਾਗੇ, ਅਸੀਂ ਉਹ ਕੌਮ ਆ, ਤੇਰੇ ਹੱਥ ਨਹੀਂ ਅਸੀਂ ਲੱਗਣ ਦੇ, ਚਿੰਤਾ ਨਾ ਕਰ। ਉਹ ਜਦੋਂ ਪ੍ਰਭਾਵਿਤ ਹੋ ਗਿਆ, ਹਰਿਆਣੇ ਵਾਲੇ, ਯੂਪੀ ਵਾਲੇ, ਉੱਥੇ ਲੱਖਾਂ 'ਚ ਫਿਰ ਇਕੱਠ ਹੋ ਗਿਆ। ਮੌਕਾ ਦੇ ਦਿੱਤਾ ਨਾ, ਉਦੋਂ ਬਾਅਦ ਸਾਰੇ ਲੋਕਾਂ ਦੀ ਹਮਦਰਦੀ ਜੜ ਗਈ। ਲੋਕਾਂ ਵੀ ਐਂ ਧੱਕਾ ਕਿਵੇਂ ਕਰ ਦਿੰਦਾਂਗੇ, ਲੋਕ ਜਾਣੇ ਸ਼ੁਰੂ ਹੋ ਗਏ। ਖਾ ਪੰਚਾਇਤਾਂ ਨੇ ਮਤੇ ਪਾਤੇ, ਤੇ ਪੰਜਾਬ ਦੀਆਂ ਚਾਹੇ ਕਾਂਗਰਸੀ ਪੰਚਾਇਤਾਂ ਨੇ, ਚਾਹੇ ਅਕਾਲੀ ਪੰਚਾਇਤਾਂ ਨੇ, ਸਾਰੀਆਂ ਪੰਚਾਇਤਾਂ ਨੇ ਉਹਨਾਂ ਨੇ ਮਤੇ ਪਾਤੇ। ਹੁਣ ਸਾਨੂੰ ਤਾਂ ਸੋਚ ਹੀ ਮੁੱਕ ਗਈ। 26 ਜਨਵਰੀ ਦੇ ਅਗਲੇ ਹੀ ਦਿਨ ਵੱਡੀ ਗਿਣਤੀ ਵਿੱਚ ਕਿਸਾਨ ਲਾਪਤਾ ਹੋ ਗਏ, ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਇਹ ਪਾਇਆ ਗਿਆ ਕਿ ਉਹ ਜੇਲ੍ਹਾਂ 'ਚ ਬੰਦ ਨੇ। ਪਰ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਸਰਕਾਰ ਨੇ ਜੋ ਜ਼ਬਰ ਕੀਤਾ ਹੈ, ਸਾਡੇ 150 ਤੋਂ ਵੱਧ ਕਿਸਾਨਾਂ ਨੂੰ ਜਿਹੜਾ ਜੇਲ੍ਹਾਂ 'ਚ ਬੰਦ ਕੀਤਾ। ਉਹਨਾਂ ਦੇ ਉੱਪਰ ਬੜੀਆਂ IPC ਦੀਆਂ ਸੰਗੀਨ ਧਾਰਾਵਾਂ 'ਚ 307, 395, 397 ਜਿਨ੍ਹਾਂ ਦੇ ਵਿੱਚ ਬੇਲ ਵੀ ਨਹੀਂ ਹੁੰਦੀ, ਉਹਨਾਂ 'ਚ ਬੰਦ ਕੀਤਾ। ਔਰ ਜਿਹੜੇ ਸਾਰੇ ਕਿਸਾਨ ਲੀਡਰਸ ਨੇ, ਮੁੱਖ ਜਥੇਬੰਦੀਆਂ ਦੇ, ਮੇਰੇ ਸਮੇਤ, ਉਹਨਾਂ ਦੇ ਉੱਪਰ 3-3 FIR ਦਰਜ ਕੀਤੀਆਂ। ਇਹਨਾਂ ਸੰਗੀਨ ਧਾਰਾਵਾਂ ਦੇ ਵਿੱਚ ਰਿਪਰੈਸ਼ਨ ਕੀਤਾ, ਜਿਹੜਾ ਰਿਪਰੈਸ਼ਨ ਹੁਣ ਵੀ ਜਾਰੀ ਹੈ। ਇੱਥੇ ਹੀ ਬਸ ਨਹੀਂ ਕੀਤੀ, ਉਸ ਤੋਂ ਪਹਿਲਾਂ ਸਾਨੂੰ 26 ਤੋਂ ਪਹਿਲਾਂ NIA ਦੇ ਨੋਟਿਸ ਜਾਰੀ ਕੀਤੇ। NIA ਦੇ ਨੋਟਿਸ ਕੀ ਸਨ? ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ, ਜਿਹੜੀ ਬਹੁਤ ਹੀ ਕ੍ਰਿਮੀਨਲ ਲੋਕਾਂ ਦੀ ਇਨਵੈਸਟੀਗੇਸ਼ਨ ਕਰਦੀ ਹੈ। ਇੱਕ FIR ਜਿਹੜੀ 15/12/2020 ਨੂੰ ਕੁਝ ਵਿਦੇਸ਼ਾਂ 'ਚ ਬੈਠੇ ਜਿਹੜੇ ਸੈਪਰੇਟਿਸਟ ਖਾਲਿਸਤਾਨੀ ਨੇ, ਉਹਨਾਂ ਦੇ ਖਿਲਾਫ ਦਰਜ ਕੀਤੀ ਸੀ। ਉਹ ਸਾਡੇ ਕਿਸਾਨਾਂ ਦੇ ਖਿਲਾਫ ਦਰਜ NIA ਦੇ ਨੋਟਿਸ ਕੱਢਣੇ ਸ਼ੁਰੂ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਹਨਾਂ ਦੇ ਮੰਤਰੀ ਦਿਨ ਰਾਤ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਦੇ ਨੇ ਤੇ ਬਿਹਾਰ 'ਚ ਖਤਮ ਕੀਤੇ ਮੰਡੀ ਸਿਸਟਮ ਦਾ ਜ਼ਿਕਰ ਕਰਦੇ ਨੇ। ਜੁਲਾਈ 2019 'ਚ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਰਾਜ ਸਭਾ 'ਚ ਇੱਕ ਅੰਕੜਾ ਪੇਸ਼ ਕੀਤਾ ਸੀ ਕਿ ਹਰਿਆਣਾ ਦਾ ਕਿਸਾਨ ਦੇਸ਼ 'ਚ ਸਭ ਤੋਂ ਵੱਧ ਕਮਾਉਂਦਾ ਹੈ
ਅਤੇ ਇੱਕ ਮਹੀਨੇ 'ਚ ਉਹ 11,434 ਰੁਪਏ ਕਮਾ ਲੈਂਦਾ ਹੈ। ਖੇਤੀ ਕਾਨੂੰਨਾਂ ਦੀ ਜ਼ਿੰਦਾ ਜਾਗਦੀ ਮਿਸਾਲ ਸਾਨੂੰ ਬਿਹਾਰ 'ਚ ਵੇਖਣ ਨੂੰ ਮਿਲਦੀ ਹੈ। ਬਿਹਾਰ 'ਚ 2006 'ਚ ਮੰਡੀ ਸਿਸਟਮ ਖਤਮ ਕਰ ਦਿੱਤਾ ਗਿਆ ਸੀ, ਜਿਸ ਦਾ ਨਤੀਜਾ ਇਹ ਹੈ ਕਿ ਬਿਹਾਰ ਦਾ ਕਿਸਾਨ ਦੇਸ਼ 'ਚ ਸਭ ਤੋਂ ਘੱਟ ਯਾਨੀ ਕਿ 5,000 ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ। ਇੱਕ ਹੋਰ ਬੜੀ ਅਜੀਬ ਗੱਲ ਹੈ ਕਿ ਇਹ ਕਹਿ ਰਹੇ ਨੇ ਕਿ ਦੇਖੋ ਜਿੱਥੇ ਵੀ ਐਮਐਸਪੀ ਜਾਂ ਏਪੀਐਮਸੀ ਨਹੀਂ ਹੈ ਉੱਥੇ ਕਿਸਾਨਾਂ ਦੀ ਹਾਲਤ ਸੁਧਰੀ ਹੈ। ਇਹ ਵੀ ਮਿਸਨੋਮਰ ਹੈ। ਬਿਹਾਰ ਉਹਦੀ ਸਟਾਰਕ ਐਗਜ਼ਾਮਪਲ ਹੈ ਕੇਸ ਦੇ। ਜਿਹੜੀ ਸਟਾਰਕ ਐਗਜ਼ਾਮਪਲ ਇਹ ਹੈ ਕਿ ਬਿਹਾਰ ਦੇ ਵਿੱਚ ਕੀ ਹੋਇਆ ਕਿ 2006 ਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਆ ਉਹਨੇ ਏਪੀਐਮਸੀ ਐਕਟ ਖਤਮ ਕਰ ਦਿੱਤਾ ਔਰ ਅੱਜ ਹਾਲਾਤ ਇਹ ਹੈ ਕਿ ਬਿਹਾਰ ਦੇ ਕਿਸਾਨਾਂ ਨੂੰ ਕਿਸੇ ਫਸਲ ਤੇ ਵੀ ਐਮਐਸਪੀ ਨਹੀਂ ਮਿਲ ਰਹੀ ਔਰ ਵੈਸੇ ਵੀ ਬਿਹਾਰ ਦੇ ਕਿਸਾਨ ਬਹੁਤ ਛੋਟੇ ਕਿਸਾਨ ਨੇ ਔਰ ਨਾ ਮਿਲਣ ਕਰਕੇ ਉਹਨਾਂ ਦੀ ਆਮਦਨ ਹੋਰ ਵੀ ਘਟ ਜਾਂਦੀ ਹੈ ਤੇ ਉਹ ਵਿਚਾਰੇ ਦੂਜੀਆਂ ਸਟੇਟਾਂ 'ਚ ਜਾ ਕੇ ਲੇਬਰ ਦਾ ਕੰਮ ਵੀ ਕਰ ਰਹੇ ਨੇ, ਮਾਈਗ੍ਰੈਂਟ ਵਰਕਰ ਦੇ ਤੌਰ ਤੇ। ਔਰ ਇਹ ਜਿਹੜਾ ਇਸ ਨੂੰ ਕਹਿਣਾ ਕਿ ਬਿਹਾਰ 'ਚ ਨਹੀਂ ਹੈ, ਸਗੋਂ ਉਹਨੂੰ ਦੇਖਣਾ ਚਾਹੀਦਾ ਕਿ ਬਿਹਾਰ ਦਾ ਮਾਡਲ ਤੁਹਾਡਾ ਫੇਲ ਹੋ ਗਿਆ। ਅਸਲ ਦੇ ਵਿੱਚ ਜਿਹੜੀਆਂ 23 ਫਸਲਾਂ ਨੇ ਉਹਨਾਂ ਦੇ ਵਿੱਚ 2-3 ਫਸਲਾਂ ਨੂੰ ਛੱਡ ਕੇ ਕਣਕ, ਝੋਨਾ ਜਾਂ ਕਦੀ ਕਾਟਨ ਹੈ, ਕਾਟਨ ਕਾਰਪੋਰੇਸ਼ਨ ਆਫ ਇੰਡੀਆ ਉਹਦੇ 'ਚ ਐਂਟਰ ਕਰ ਜਾਂਦੀ ਹੈ। ਬਾਕੀਆਂ ਤੇ ਤਾਂ ਐਮਐਸਪੀ ਮਿਲਦੀ ਨਹੀਂ। ਤਾਂ ਹੀ ਤਾਂ ਜਿਹੜੀ ਦੂਜੀਆਂ ਸਟੇਟਾਂ ਈਵਨ ਬਿਹਾਰ ਹੈ, ਯੂਪੀ ਦੇ ਕਿਸਾਨ ਆ ਉਹ ਪੰਜਾਬ ਜਾਂ ਹਰਿਆਣੇ 'ਚ ਆ ਕੇ ਆਪਣੀਆਂ ਫਸਲਾਂ ਵੇਚਦੇ ਨੇ ਔਰ ਉਹਦੇ 'ਚ ਕਿਸਾਨਾਂ ਨੂੰ ਫਾਇਦਾ ਨਹੀਂ ਹੁੰਦਾ। ਜਿਹੜੇ ਉੱਥੋਂ ਦੇ ਲੋਕਲ ਵਪਾਰੀ ਨੇ ਜਾਂ ਦੂਸਰੇ ਵਪਾਰੀ ਨੇ ਉਹ ਕਿਸਾਨਾਂ ਤੋਂ 400-500 ਰੁਪਇਆ ਪ੍ਰਤੀ ਕੁਇੰਟਲ ਘੱਟ ਖਰੀਦ ਕੇ ਤੇ ਇੱਥੇ ਆ ਕੇ ਐਮਐਸਪੀ ਤੇ ਵੇਚ ਦਿੰਦੇ ਨੇ ਤੇ ਓਵਰਨਾਈਟ ਦਿਨਾਂ 'ਚ ਹੀ ਉਹ ਕਰੋੜਾਂ ਰੁਪਏ ਜਿਹੜੇ ਉਹ ਕਮਾ ਲੈਂਦੇ ਨੇ। ਇਹਨੂੰ ਵੇਖਣ ਦੀ ਲੋੜ ਹੈ ਕਿ ਜਿੱਥੇ ਏਪੀਐਮਸੀ ਐਮਐਸਪੀ ਨਹੀਂ ਲਾਗੂ ਹੋ ਰਹੀ ਉੱਥੇ ਕਿਸਾਨਾਂ ਦਾ ਜਿਹੜਾ ਇਸ ਤੋਂ ਆਰਥਿਕ ਤੌਰ ਤੇ ਹੋਰ ਵੀ ਮਾੜਾ ਹਾਲ ਹੈ। ਸਿਰਫ 6% ਕਿਸਾਨ ਹੀ ਆਪਣੀ ਫਸਲ ਐਮਐਸਪੀ ਤੇ ਵੇਚ ਪਾਉਂਦੇ ਨੇ ਤੇ ਬਾਕੀ ਖੁੱਲੇ ਬਾਜ਼ਾਰ 'ਚ ਆਪਣੀ ਫਸਲ ਵੇਚ ਰਹੇ ਨੇ। ਇੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਇਹ ਕਿਸਾਨ ਆਪਣੀ ਮਰਜ਼ੀ ਨਾਲ ਖੁੱਲੇ ਬਾਜ਼ਾਰ 'ਚ ਇਹ ਫਸਲ ਵੇਚ ਰਹੇ ਨੇ ਤਾਂ ਜ਼ਿਆਦਾਤਰ ਕਿਸਾਨਾਂ ਦੀ ਆਮਦਨੀ ਕਿਉਂ ਨਹੀਂ ਵਧੀਆ ਹੋ ਰਹੀ? ਭਾਵੇਂ ਕਿ ਮੰਡੀ ਸਿਸਟਮ ਵਿੱਚ ਆੜ੍ਹਤੀ ਕਿਸਾਨਾਂ ਦਾ ਸ਼ੋਸ਼ਣ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ 100 ਰੁਪਏ ਦੀ ਗਾਰੰਟੀ ਜ਼ਰੂਰੀ ਹੁੰਦੀ ਹੈ। ਪਰ ਜਿਨ੍ਹਾਂ ਕੋਲ ਮੰਡੀ ਨਹੀਂ ਹੈ ਉਹਨਾਂ ਨੂੰ 300 ਦਾ ਘਾਟਾ ਪੈ ਰਿਹਾ ਹੈ। ਤਾਂ ਤੁਸੀਂ ਸਮਝ ਹੀ ਲਿਆ ਹੋਣਾ ਹੈ ਕਿ ਬਿਹਾਰ ਤੇ ਹਰਿਆਣਾ ਦੇ ਕਿਸਾਨਾਂ ਦੇ ਤਜਰਬੇ 'ਚ ਕਿੰਨਾ ਕੁ ਫਰਕ ਹੈ। 1900 ਦੇ ਵਿੱਚ ਅਮਰੀਕਾ ਦੀ 40% ਦੀ ਆਬਾਦੀ ਖੇਤੀ ਨਾਲ ਜੁੜੀ ਸੀ, ਜੋ ਘਟ ਕੇ ਹੁਣ ਲਗਭਗ ਸਿਰਫ 2% ਤੱਕ ਹੀ ਰਹਿ ਗਈ ਹੈ। ਉੱਥੇ ਹੀ ਭਾਰਤ 'ਚ ਸਿਰਫ 15% ਦੀ ਆਬਾਦੀ ਹੀ ਖੇਤੀ ਤੋਂ ਹਟੀ। ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਅਮਰੀਕਾ ਦਾ ਕਿਸਾਨ ਖੇਤੀ ਦੀ ਲਾਗਤ ਨੂੰ ਬਚਾਉਣ ਲਈ ਭਾਰਤ ਦੇ ਕਿਸਾਨਾਂ ਤੋਂ 220 ਗੁਣਾ ਜ਼ਿਆਦਾ ਸਬਸਿਡੀ ਪਾਉਂਦਾ ਹੈ। ਪਰ ਸਵਾਲ ਇਹ ਹੈ ਕਿ ਭਾਰਤ ਦੇ ਕਿਸਾਨਾਂ ਨਾਲੋਂ ਅਮਰੀਕਾ 'ਚ ਪ੍ਰਤੀ ਕਿਸਾਨ ਇੰਨੀ ਜ਼ਿਆਦਾ ਸਬਸਿਡੀ ਪਾਉਣ ਦੇ ਬਾਵਜੂਦ ਵੀ ਅਮਰੀਕਾ ਖੇਤੀ 'ਚ ਆਤਮ ਨਿਰਭਰ ਕਿਉਂ ਨਹੀਂ ਬਣ ਸਕਿਆ? ਔਰ ਅਮਰੀਕਾ, ਕੈਨੇਡਾ, ਜਾਪਾਨ, ਬਹੁਤ ਸਾਰੇ ਈਵਨ ਚਾਈਨਾ, ਬਹੁਤ ਸਾਰੇ ਕੰਟਰੀਆਂ 'ਚ ਬਹੁਤ ਵੱਡੀਆਂ ਸਬਸਿਡੀਜ਼ $400 ਬਿਲੀਅਨ ਤੱਕ ਵੀ ਸਬਸਿਡੀ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ। ਔਰ ਜਾਪਾਨ ਤਾਂ ਬਹੁਤ ਜ਼ਿਆਦਾ ਸਬਸਿਡੀਜ਼ ਦੇ ਰਿਹਾ ਹੈ, ਯੂਰਪ ਬਹੁਤ ਜ਼ਿਆਦਾ ਸਬਸਿਡੀਜ਼ ਦੇ ਰਿਹਾ ਹੈ। ਔਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਬਹੁਤ ਲੋਕ ਕਹਿੰਦੇ ਨੇ ਕਿ ਦੇਖੋ ਅਮਰੀਕਾ ਦੀ ਜਿਹੜੀ ਐਗਰੀਕਲਚਰ ਬੜੀ ਐਫੀਸ਼ੀਐਂਟ ਹੈ। ਭਾਈ ਉਹ ਤਾਂ ਸਬਸਿਡੀਆਂ ਕਰਕੇ ਐਫੀਸ਼ੀਐਂਟ ਹੈ। ਤੁਸੀਂ ਅੱਜ ਸਬਸਿਡੀਜ਼ ਬੰਦ ਕਰ ਦਿਓ, ਕਿਸਾਨ ਤਾਂ ਖੇਤੀ 'ਚੋਂ ਬਾਹਰ ਹੋ ਜਾਣਗੇ। ਅਮਰੀਕਾ ਦੇ ਖੇਤੀ ਸਿਸਟਮ ਨੂੰ ਲੈ ਕੇ ਇੱਕ ਸਵਾਲ ਇਹ ਵੀ ਹੈ ਕਿ ਅਮਰੀਕਾ 'ਚ ਕਿਸਾਨਾਂ ਕੋਲ ਭਾਰਤ ਦੇ ਕਿਸਾਨਾਂ ਨਾਲੋਂ ਕਿਤੇ ਜ਼ਿਆਦਾ ਜ਼ਮੀਨ ਹੈ। ਇਸ ਦਾ ਮਤਲਬ ਇਹ ਬਣਦਾ ਹੈ ਕਿ ਅਮਰੀਕਾ ਦਾ ਕਿਸਾਨ ਵੱਧ ਅਮੀਰ ਹੋਣਾ ਚਾਹੀਦਾ ਹੈ, ਪਰ ਅਜਿਹਾ ਕੁਝ ਵੀ ਨਹੀਂ ਹੈ। ਔਰ ਅੱਜ ਵੀ ਉੱਥੇ ਜਿਹੜੇ ਆ ਨਾ ਉਹ ਜੇ ਟੋਟਲ ਕ੍ਰੌਪ ਦਾ ਵੇਖਿਆ ਜੇ ਤੇ 1% ਤੋਂ ਵੀ ਘੱਟ ਵਰਕਫੋਰਸ ਉਹਨਾਂ ਦੀ ਖੇਤੀ 'ਚ ਹੈ ਕਿ 250 ਏਕੜ ਤੱਕ ਜਿਹੜੇ ਫਾਰਮਰ ਨੇ ਨਾ ਉਹ ਅਨਵਾਇਬਲ ਹੋ ਰਹੇ ਨੇ। ਮਤਲਬ 250 ਏਕੜ ਆਪਣੇ ਦਾ ਕਿਆਸ ਕਰਨਾ ਵੀ ਔਖਾ ਹੈ ਕਿ ਕਿਸੇ ਦੀ 250 ਏਕੜ ਜ਼ਮੀਨ ਹੋਏਗੀ ਹੈ। ਸੋ ਇਹ ਤੇ ਦੂਸਰੇ ਪਾਸੇ ਡੇਅਰੀ ਫਾਰਮਰ ਜਿਹੜੇ ਨੇ ਦੁੱਧ ਦਾ ਉਤਪਾਦਨ ਵਧ ਰਿਹਾ ਪਰ ਡੇਅਰੀ ਫਾਰਮਰ ਘਟ ਰਹੇ ਨੇ। ਸੋ ਮੈਨੂੰ ਲੱਗਦਾ ਕਿ ਇਹ ਸਾਰਾ ਜਿਹੜਾ ਸਿਲਸਿਲਾ ਹੈ ਇਹ ਉਸ ਸੰਦਰਭ 'ਚ ਦੇਖਣ ਦੀ ਲੋੜ ਹੈ। ਔਰ ਨਾਲ ਜਿਹੜੀ EMPLOYMENT ਹੈ ਉਹ ਘਟ ਰਹੀ ਹੈ। ਈਵਨ ਹਿੰਦੁਸਤਾਨ ਦੇ ਵਿੱਚ ਅੱਜ ਦੇਖਿਆ ਜਾਵੇ ਤਾਂ 1960 ਦੇ ਵਿੱਚ ਕੋਈ 60-65% ਜਿਹੜੀ ਆਮਦਨ ਹੈ ਉਹ ਖੇਤੀ ਤੋਂ ਆ ਰਹੀ ਸੀ। ਹੁਣ ਜਿਹੜੀ ਆਮਦਨ 14% ਆ ਰਹੀ ਹੈ। ਸੋ 50% 45% ਵਰਕਫੋਰਸ ਅਜੇ ਵੀ ਤੇ ਤੁਸੀਂ ਦੇਖੋ ਕ੍ਰਾਈਸਿਸ ਕਿੰਨਾ ਵੱਡਾ ਹੈ ਕਿ
ਜਿਹੜੇ ਖੇਤੀ 'ਚ ਵਰਕਫੋਰਸ ਲੱਗੀ ਆ, ਭਾਵੇਂ ਉਹ ਕਲਟੀਵੇਟਰ ਨੇ, ਭਾਵੇਂ ਉਹ ਲੇਬਰਰਸ ਨੇ, ਉਹ ਉਹਨਾਂ ਦੀ ਆਮਦਨ ਸਿਰਫ ਸਾਰਿਆਂ ਦੀ 45-50% ਕੋਲ 14% ਹੈ ਦੇਸ਼ ਦੀ। ਸੋ ਇਹ ਇੱਕ ਕ੍ਰਾਈਸਿਸ ਆ। ਉਹ ਇਸੇ ਕਰਕੇ ਹਿੰਦੁਸਤਾਨ 'ਚ ਪਿਛਲੇ 20 ਸਾਲਾਂ 'ਚ ਕੋਈ 3.5 ਲੱਖ ਦੇ ਕਰੀਬ ਫਾਰਮਰਸ ਸੁਸਾਈਡ ਕਰ ਚੁੱਕੇ ਨੇ। ਬਹੁਤ ਵੱਡਾ ਕੰਟਰੀ ਹੈ, ਵਰਲਡ ਹੈ, ਉਹਦੇ ਵਿੱਚ 8-10 ਕੰਟਰੀ ਹੈ ਜਿੱਥੇ ਐਗਰੀਕਲਚਰ ਬਹੁਤ ਪ੍ਰਫੁੱਲਤ ਹੈ। ਅਮਰੀਕਾ 'ਚ ਬਹੁਤ ਪ੍ਰਫੁੱਲਤ ਹੈ, ਤੁਹਾਡੇ ਚਾਈਨਾ 'ਚ ਬਹੁਤ ਪ੍ਰਫੁੱਲਤ ਹੈ, ਆਸਟ੍ਰੇਲੀਆ ਹੈ, ਕੈਨੇਡਾ ਹੈ, ਇੰਡੀਆ ਹੈ, ਬ੍ਰਾਜ਼ੀਲ ਹੈ। ਇਹਨਾਂ ਕੰਟਰੀ 'ਚ ਐਗਰੀਕਲਚਰ ਕਾਫੀ ਪ੍ਰਫੁੱਲਤ ਹੈ। ਪਰ ਹਿੰਦੁਸਤਾਨ ਦੇ ਮੁਕਾਬਲੇ ਉੱਥੇ ਵਰਕਫੋਰਸ ਸਿਰਫ 2% ਤੋਂ ਲੈ ਕੇ 14% ਤੱਕ ਆ ਜਿਹੜੇ ਖੇਤੀ ਦੇ ਨਿਰਭਰ ਹੈ। ਸਾਡੇ ਤਾਂ 45-50% ਹੈ, ਔਰ ਸਾਡੇ 86% ਜਿਹੜੇ ਨੇ ਫਾਰਮਰ ਹੈ ਉਹ ਮਾਰਜਨਲ ਤੇ ਸਮਾਲ ਫਾਰਮਰ ਨੇ। ਉਹ ਕੀ ਮੁਕਾਬਲਾ ਕਰਨਗੇ ਇਹਨਾਂ ਦਾ? ਸੋ ਇਸ ਕਰਕੇ ਸਾਡੀ ਸਰਕਾਰ ਨੇ ਕਿਸੇ ਵੇਲੇ 2010-11 ਚ ਇੰਡੀਅਨ ਗਵਰਨਮੈਂਟ ਨੇ WTO ਕੋ ਪਲੀ ਵੀ ਰੱਖੀ ਸੀ ਕਿ ਸਾਡੇ 97% ਫਾਰਮਰ ਜਿਹੜੇ ਨੇ ਰਿਸੋਰਸ ਪੂਰ ਨੇ, ਮਤਲਬ ਉਹਨਾਂ ਕੋਲ ਰਿਸੋਰਸ ਨਹੀਂ, ਵਿਚਾਰਿਆਂ ਕੋਲ ਹੈ ਕਿ ਗਰੀਬ ਨੇ, ਪਰ ਉਹ ਮੰਨੀ ਨਹੀਂ ਗਈ। ਸੋ ਮੈਨੂੰ ਲੱਗਦਾ ਇਸ ਕਰਕੇ ਇਹ ਜਿਹੜਾ ਸਿਲਸਿਲਾ ਹੈ ਅੱਜ ਵੀ ਤਲਵਾਰ ਜਿਹੜੀ ਹੈ ਉਹ ਲਟਕ ਰਹੀ ਹੈ। ਕੇਂਦਰ ਸਰਕਾਰ ਹੁਣ ਕਿਸਾਨਾਂ ਨੂੰ ਖੁੱਲੇ ਬਾਜ਼ਾਰ ਬਾਰੇ ਜਾਣਕਾਰੀ ਦੇ ਰਹੀ ਹੈ, ਪਰ ਪੰਜਾਬ ਦੇ ਕਿਸਾਨਾਂ ਨੂੰ ਖੁੱਲੇ ਬਾਜ਼ਾਰ ਦੀ ਪੂਰੀ ਜਾਣਕਾਰੀ ਪਹਿਲਾਂ ਤੋਂ ਹੀ ਹੈ। ਜੇਕਰ ਇਹ ਕਾਨੂੰਨ ਕਿਸਾਨਾਂ ਨੂੰ ਸਹੀ ਲੱਗਦੇ ਨੇ ਤਾਂ ਕਿਉਂ ਪੂਰੇ ਪੰਜਾਬ ਤੋਂ ਕਿਸਾਨ ਦਿੱਲੀ ਨੂੰ ਕੂਚ ਕਰਦੇ? ਕਿਉਂ 6 ਮਹੀਨੇ ਦਾ ਰਾਸ਼ਨ ਤੇ ਟਰਾਲੀਆਂ ਨੂੰ ਆਰਜ਼ੀ ਘਰ ਬਣਾ ਕੇ ਪੂਰੀ ਤਿਆਰੀ ਨਾਲ ਕੇਂਦਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੇ? ਇਹ ਕਹਿੰਦੇ ਆ ਕਿ ਕਿਸਾਨ ਜਿਹੜਾ ਉਹਨੂੰ ਫਾਇਦਾ, ਕਿਸਾਨ ਦੇ ਫਾਇਦੇ ਵਾਸਤੇ ਗੱਲ ਕਰਦੇ ਆ। ਕਿਸਾਨ ਕਹਿੰਦਾ ਕਿ ਮੈਨੂੰ ਇਹ ਫਾਇਦਾ ਨਹੀਂ ਚਾਹੀਦਾ, ਮੈਨੂੰ ਤੁਹਾਡੇ ਕਾਨੂੰਨਾਂ ਦੀ ਇਹ ਲੋੜ ਨਹੀਂ, ਤੇ ਤੁਸੀਂ ਜ਼ਬਰਦਸਤੀ ਸਾਡੇ ਤੇ ਕਾਨੂੰਨ ਇਹ ਕਿਉਂ ਠੋਸਦੇ ਹੋ? ਇਹਦਾ ਮਤਲਬ ਹੈ ਕਿ ਕਿਸਾਨ ਦੇ ਹਿੱਤ ਵਿੱਚ ਨਹੀਂ। ਕਿਸਾਨ ਨੂੰ ਪਤਾ ਲੱਗ ਗਿਆ ਇਹ ਜਿਹੜੇ ਕਾਨੂੰਨ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਨੇ, ਜਿਨ੍ਹਾਂ ਨੇ 3 ਰੁਪਏ 4 ਰੁਪਏ ਕਿਲੋ ਪਿਆਜ਼ ਲੈ ਕੇ ਉਹ ਸਟੋਰ ਕਰਕੇ ਉਸ ਤੋਂ ਬਾਅਦ ਫਿਰ ਉਹੀ ਪਿਆਜ਼ ਜਿਹੜਾ ਉਹ ਉਹਨਾਂ ਨੇ 80 90 ਰੁਪਏ ਕਿਲੋ ਵੇਚਣਾ। ਇਹ ਕਾਨੂੰਨ ਜਿਵੇਂ ਬਹੁਤ ਸਾਰੇ ਕਾਨੂੰਨੀ ਮਾਹਰ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ 'ਚ ਹੀ ਨਹੀਂ ਆਉਂਦੇ ਸੀ ਬਣਾਉਣੇ, ਕਿਉਂਕਿ ਖੇਤੀਬਾੜੀ ਦਾ ਜਿਹੜਾ ਵਿਸ਼ਾ ਹੈ ਉਹ ਰਾਜਾਂ ਦਾ ਵਿਸ਼ਾ ਹੈ। ਰਾਜ ਉਹਦੇ ਤੇ ਕਾਨੂੰਨ ਬਣਾਉਂਦੇ ਨੇ, ਕਿਉਂਕਿ ਵੱਖ-ਵੱਖ ਰਾਜਾਂ 'ਚ ਵੱਖ-ਵੱਖ ਕਿਸਮ ਦੀਆਂ ਜਿਨਸਾਂ ਦੀ ਖੇਤੀ ਹੁੰਦੀ ਹੈ। ਕਾਨੂੰਨੀ ਮਾਹਰ ਕਹਿ ਰਹੇ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਬਣਾਇਆ ਗਿਆ ਹੈ। ਅਸੀਂ ਸਮਝਦੇ ਹਾਂ, ਅਸੀਂ ਸਮਝਦੇ ਛੋਟੀ ਖੇਤੀ ਘਾਟੇ ਦਾ ਵਪਾਰ ਹੈ, ਰੁੱਧੂ ਸਿੰਘ ਵੀ ਸਮਝਦਾ, ਸਾਡੇ ਸਾਰੇ ਲੀਡਰ ਸਮਝਦੇ ਆ, ਪਰ ਵੱਡੀ ਖੇਤੀ ਬਣਾ ਕੇ ਉਹਦੀ ਆਮਦਨ ਕਿਹਦੇ ਖਾਤੇ 'ਚ ਭੇਜਣੀ ਹੈ? ਉਹ ਸਾਰੀ ਖੇਤੀ ਦੀ ਆਮਦਨ ਜੇ ਤਾਂ ਆਉਂਦੀ ਹੈ ਲੋਕਾਂ ਦੀ ਜੇਬ 'ਚ, ਉੱਥੇ ਜਿਹੜੇ ਲੋਕ ਰਹਿੰਦੇ ਨੇ, ਮਜ਼ਦੂਰ ਰਹਿੰਦੇ ਨੇ, ਕਿਸਾਨ ਰਹਿੰਦੇ ਨੇ, ਹਿੱਸੇ ਵੰਡ ਵੀ ਆਉਂਦੀ ਆ, ਫਿਰ ਤਾਂ ਕਹਿੰਦਾਂਗੇ ਠੀਕ ਹੈ। ਤੇ ਜੇ ਸਾਰੇ ਪਿੰਡ ਦੀ ਖੇਤੀ ਕਡਾਨੀ ਬਾਨੀ ਨੂੰ ਦੇ ਦਾਂਗੇ ਤੇ ਉਹਨਾਂ ਨੂੰ ਨਾ ਦਿਹਾੜੀ ਦਿੱਤੀ ਜਾਊ ਨਾ ਮਾਤਰਾ, ਤੇ ਸਾਰੀ ਕਮਾਈ ਡਾਨੀ ਬਾਨੀ ਜੇ, ਫਿਰ ਆਪਾਂ ਨੂੰ ਕੀ ਫਾਇਦਾ ਹੈਗਾ? ਅਸੀਂ ਰੁੱਧੂ ਸਿੰਘ ਵੀ ਸਮਝਦਾ ਵੀ ਛੋਟੀ ਖੇਤੀ ਘਾਟੇ ਦਾ ਵਪਾਰ ਹੈ, ਪਰ ਖੇਤੀ ਦਾ ਕੌਮੀਕਰਨ ਹੋਵੇ ਨਾ, ਖੇਤੀ ਨਿੱਜੀਕਰਨ ਨਾ ਹੋਵੇ। ਮੈਨੂੰ ਵੀ ਲੱਗਦਾ ਹੈ ਕਿ ਖੇਤੀ 'ਚ ਸੁਧਾਰਾਂ ਦੀ ਲੋੜ ਹੈ, ਪਰ ਜਿਹੜੇ ਸੁਧਾਰ ਨੇ ਉਹ ਇਸ ਕਿਸਮ ਨਾਲ ਵਨ ਸਾਈਡਡ ਨਹੀਂ ਹੋਣੇ ਚਾਹੀਦੇ। ਸੁਧਾਰ ਜਿਹੜੇ ਨੇ ਉਹ ਜਿਨ੍ਹਾਂ ਜਿਹੜੇ ਸਟੇਕ ਹੋਲਡਰਸ ਨੇ ਉਹਨਾਂ ਨੂੰ ਔਨ ਬੋਰਡ ਲੈ ਕੇ, ਸਟੇਟਾਂ ਦੇ ਕੰਸਟੀਟਿਊਸ਼ਨਲ ਰਾਈਟ ਹੈ, ਐਗਰੀਕਲਚਰ ਦਾ ਵਿਸ਼ਾ ਹੀ ਸਟੇਟਾਂ ਕੋਲ ਹੈ, ਉਹਨਾਂ ਨੂੰ ਔਨ ਬੋਰਡ ਲਿਆ ਕੇ ਇਹ ਸਾਰਾ ਜਿਹੜੇ ਸੁਧਾਰ ਹੈ ਉਹ ਕਰਨੇ ਚਾਹੀਦੇ ਹੈ। ਤੇ ਜੇ ਵਾਕਿਆ ਹੀ ਉਹਨਾਂ ਦੇ ਹਿੱਤ ਵਿੱਚ ਨੇ ਤਾਂ ਕਰ ਲੈਣੇ ਚਾਹੀਦੇ ਆ, ਪਰ ਇਹ ਨਹੀਂ ਕਿ ਜ਼ਬਰਦਸਤੀ ਠੋਸੇ ਜਾਣ, ਉਹ ਮੈਨੂੰ ਲੱਗਦਾ ਹੈ ਕਿ ਠੀਕ ਨਹੀਂ ਹੈ। ਸਵਾਲ ਹੁਣ ਇਹ ਹੈ ਕਿ ਸਰਕਾਰ ਆਪਣੇ ਇਸ ਰਵੱਈਏ ਨੂੰ ਕਦੋਂ ਬਦਲੇਗੀ? ਜੇ ਨਾ ਬਦਲਿਆ ਤਾਂ ਕਿਸਾਨੀ ਸੰਘਰਸ਼ ਹੋਰ ਸਿਖਰਾਂ ਵੱਲ ਜਾਵੇਗਾ ਜਾਂ ਫਿਰ ਆਪਣੀ ਦਬਦੀ ਹੋਈ ਆਵਾਜ਼ ਨੂੰ ਸਵੀਕਾਰ ਕਰ ਲਵੇਗਾ? ਸਰਕਾਰ ਪਿੱਛੇ ਨਹੀਂ ਹਟਦੀ ਤੇ ਨਾ ਅਸੀਂ ਹਟਣਾ, ਠੀਕ ਹੈ ਨਾ ਗੱਲ? ਇਹ ਗੱਲ ਫੈਸਲਾ ਤਾਂ ਮੈਦਾਨ 'ਚ ਹੀ ਹੋਊਗਾ, ਕੋ ਕਹੇ ਜਾ ਹੁੰਦਾ ਕਿਵੇਂ ਹੁੰਦਾ ਹੈਗਾ, ਮੈਦਾਨ 'ਚ ਹੀ ਹੋਣਾ ਹੈਗਾ। ਸਰਕਾਰ ਜੇ ਕਹਦੇ ਪੂੰਜੀਵਾਦ ਤੋਂ ਫਸੀ ਹੋਈ ਹੈ, ਉਹਨੇ ਉਹਦੀ ਬਾਹ ਨੂੰ ਬਟਾ ਦਿੱਤਾ ਹੋਇਆ, ਉਧਰੋਂ ਅਸੀਂ ਦਿੱਤਾ ਹੋਇਆ। ਮੈਨੂੰ ਤਾਂ ਇਹਦੀ ਆਸ ਹੈ ਹੀ ਨਹੀਂ ਵੀ ਸਰਕਾਰ ਪਿੱਛੇ ਹਟ ਜਾਊਗੀ। ਜੇ ਕੋਈ ਸਰਕਾਰ ਜ਼ਿਆਦਾ ਹੀ ਸਿਆਣਪ ਸੋਚ ਜੇ ਵੀ ਮੈਂ ਦੁਨੀਆ ਨਾਲ ਪੰਗਾ ਨਹੀਂ ਲੈਣਾ, ਸਮਝ ਲੈ, ਫਿਰ ਤਾਂ ਮੈਨੂੰ ਆਸ ਨਹੀਂ ਹੈਗੀ ਸਾਡੇ ਤੋਂ ਕਿਸੇ ਲੀਡਰ ਨੂੰ ਹੋ ਸਕਦੀ ਹੈ ਵੀ ਇਹ ਤਾਂ ਸਾਨੂੰ ਕਦੋਂ ਵੀ ਸਮਾਪਤ ਕਰਨਾ ਪਊਗਾ, ਕਿਹੋ ਜਿਹੇ ਤਰੀਕੇ ਨਾਲ ਅਸੀਂ ਕਰਨਾ ਉਹ ਸਭ ਲੀਡਰਾਂ ਨੂੰ ਸੋਚਣਾ ਪਊਗਾ। ਸਰਕਾਰ ਨਹੀਂ ਪਿੱਛੇ ਹਟਦੀ, ਅਸੀਂ ਨਹੀਂ ਪਿੱਛੇ ਹਟਦੇ। ਜੋ ਅੱਜ ਹਾਲਾਤ ਹੈ ਉਹ ਕਿਸਾਨਾਂ ਦੀ ਉਪਜ ਨਹੀਂ ਹੈ, ਉਹ ਹਾਲਾਤ ਕਿਸਾਨਾਂ ਨੇ ਇੱਥੋਂ ਤੱਕ ਨਹੀਂ ਲਿਆਂਦੇ, ਉਹ ਹਾਲਾਤ ਸਰਕਾਰੀ ਨੀਤੀਆਂ ਨੇ, ਔਰ ਉਸ ਦੇਸ਼ ਦੀ ਜਿਹੜੀ ਅਨਾਜ ਦੀ ਲੋੜ ਸੀ ਉਹਨੇ, ਔਰ ਮੁੱਖ ਤੌਰ ਤੇ ਕੇਂਦਰ ਸਰਕਾਰ ਦੀ ਜਿਹੜੀ ਨੀਤੀਆਂ ਨੇ ਉਹਨਾਂ ਨੇ ਇਹ
ਸਾਨੂੰ ਜਿਹੜਾ ਝੋਨਾ ਬੀਜਣ ਲਈ ਇਹ ਅਨੇਬਲਿੰਗ ਇੱਕ এনवायरमेंट ਕ੍ਰੀਏਟ ਕੀਤਾ ਔਰ ਸਾਡੇ ਉਹਦੇ ਨਾਲ ਇਸ ਵੇਲੇ ਜਿਹੜਾ ਖੇਤੀ ਦਾ ਉਹ ਝੋਨੇ ਦੀ ਫਸਲ ਖਾਸ ਕਰਕੇ ਉਹਦੇ ਕਰਕੇ ਸਾਨੂੰ ਨੁਕਸਾਨ ਹੋ ਰਿਹਾ ਔਰ ਕਈ ਕਿਸਮ ਦਾ ਨੁਕਸਾਨ ਜਿਹੜਾ ਹੋ ਰਿਹਾ। ਇਹਦੇ ਜਿਹੜੇ ਪ੍ਰਭਾਵ ਨੇ ਆਉਣ ਵਾਲੇ ਸਮੇਂ ਦੇ ਵਿੱਚ ਲੰਮੇ ਸਮੇਂ ਤੱਕ ਸਾਨੂੰ ਜਿਹੜੇ ਆ ਉਹ ਦੇਖਣ ਨੂੰ ਮਿਲਣੇ ਆ ਤੇ ਇਹ ਸਰਕਾਰਾਂ ਨੂੰ ਮਜਬੂਰ ਕਰਨਗੀਆਂ ਵੀ ਸਰਕਾਰਾਂ ਜਿਹੜੀਆਂ ਆਪਣੇ ਉਹਨਾਂ ਦਾ ਹੈਂਕੜ ਭਰੇ ਵਤੀਰੇ ਨੇ ਉਹਨੂੰ ਦੂਰ ਕਰਨ ਤੇ ਕਰਨੇ ਹੀ ਪੈਣਗੇ। ਦੂਸਰੀ ਗੱਲ, ਜੇ ਇਹ ਸੋਚੇ ਵੀ ਸਰਕਾਰ ਵੀ ਸ਼ਾਇਦ ਮੈਂ ਨਾ ਕਰਾਂ ਤੇ ਮੈਂ ਹੋਰ ਡਟ ਕੇ ਰਵਾਂਗਾ, ਤੇ ਮੇਰਾ ਖਿਆਲ ਆ ਵੀ ਜੇ ਇਸ ਹਾਲਤ ਦੇ ਵਿੱਚ ਸਰਕਾਰ ਨੇ ਸੋਚਣਾ ਸ਼ੁਰੂ ਕੀਤਾ ਤਾਂ ਇਹਦੇ ਬਹੁਤ ਜਿਹੜੇ ਮਾੜੇ ਪ੍ਰਭਾਵ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਤੇ ਪੈਣੇ ਨੇ। ਜਦੋਂ ਅਸੀਂ ਸਮੇਂ ਤੋਂ ਪਹਿਲਾਂ ਬਿਨਾਂ ਸੋਚੇ ਸਮਝੇ ਕੋਈ ਚੀਜ਼ ਲਾਗੂ ਕਰਾਂਗੇ ਔਰ ਲੋਕ ਭਾਵਨਾਵਾਂ ਦੀ ਕਦਰ ਨਾ ਕਰਾਂਗੇ, ਲੋਕ ਭਾਵਨਾਵਾਂ ਦੀਆਂ ਕਦਰ ਦੇ ਉਲਟ ਜਾ ਕੇ ਜਦੋਂ ਕੋਈ ਗੱਲ ਕੀਤੀ ਜਾਂਦੀ ਹੈ ਤਾਂ ਉਸ ਦਾ ਵਿਰੋਧ ਹੋਣਾ ਸੁਭਾਵਿਕ ਹੈ। ਚੰਗਾ ਹੋਵੇ ਕਿ ਸਾਡੇ ਦੇਸ਼ ਦੇ ਹੁਕਮਰਾਨ ਕੁਝ ਵੀ ਕਰਨ ਤੋਂ ਪਹਿਲਾਂ ਉਹਦੇ ਉੱਤੇ ਦਿਲ ਖੋਲ ਕੇ ਸਾਫ਼ ਨੀਅਤ ਨਾਲ ਖੁੱਲ੍ਹ ਕੇ ਵਿਚਾਰਾਂ ਕਰ ਲਿਆ ਕਰਨ, ਜਿਹੜੀ ਕਿ ਇਸ ਲਈ ਇੱਕ ਚੰਗੀ ਤੇ ਦੇਸ਼ ਦੇ ਹਿੱਤ ਵਿੱਚ ਸਾਬਤ ਹੋਵੇਗੀ। ਗੱਲ ਇਹ ਹੁੰਦੀ ਹੈ ਕਿ ਸਰਕਾਰਾਂ ਜੋ ਵੀ ਚਾਹਣ ਉਹ ਕਰ ਸਕਦੀਆਂ ਨੇ, ਜੇ ਉਹਨਾਂ ਦੀ ਨੀਤ ਸਾਫ਼ ਹੈ ਤਾਂ ਸਭ ਕੁਝ ਹੋ ਸਕਦਾ ਹੈ। ਜੇ ਅਸੀਂ ਵੱਡੀ ਪੱਧਰ ਤੇ ਰੱਖਿਆ ਸਾਜ਼ੋ ਸਾਮਾਨ ਖਰੀਦ ਸਕਦੇ ਹਾਂ, ਰਾਫੇਲ ਜਹਾਜ਼ ਖਰੀਦ ਸਕਦੇ ਹਾਂ ਜਾਂ ਹੋਰ ਸਾਜ਼ੋ ਸਾਮਾਨ ਖਰੀਦ ਸਕਦੇ ਹਾਂ, ਕਾਰਪੋਰੇਟਾਂ ਦਾ ਅਸੀਂ ਲੱਖਾਂ ਕਰੋੜਾਂ ਰੁਪਏ ਦਾ ਕਰਜ਼ਾ ਮਾਫ ਕਰ ਸਕਦੇ ਹਾਂ, ਤਾਂ ਇਹ ਸਵਾਮੀਨਾਥਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਜਾ ਸਕਦੀ? ਅੱਜ ਦਾ ਅੰਦੋਲਨ ਜਿਸ ਪੱਧਰ ਤੇ ਪਹੁੰਚ ਚੁੱਕਿਆ ਹੈਗਾ, ਉਸ ਅੰਦੋਲਨ ਨੂੰ ਸਾਫ਼ ਨੀਅਤ ਨਾਲ ਇੱਕ ਮੇਜ਼ ਤੇ ਬਹਿ ਕੇ ਵਿਚਾਰਨ ਦੀ ਲੋੜ ਹੈ। ਜੇ ਅਸੀਂ ਸਾਫ਼ ਨੀਅਤ ਨਾਲ ਇਸ ਅੰਦੋਲਨ ਨੂੰ ਮੇਜ਼ ਤੇ ਬਹਿ ਕੇ ਵਿਚਾਰਾਂਗੇ ਤਾਂ ਇਸ ਦਾ ਸਾਰਥਕ ਹੱਲ ਵੀ ਆ ਜਾਵੇਗਾ। ਦੂਸਰਾ ਮੈਂ ਇਹ ਵੀ ਕਹੂੰਗਾ ਵੀ ਜੇ ਮੋਦੀ ਸਰਕਾਰ ਸਿਆਣੀ ਹੋਏ ਤੇ ਜਿਵੇਂ ਲੋਕਾਂ ਦਾ ਹੁਣ ਇੱਕ ਸਾਰੇ ਦੇਸ਼ ਦੇ ਵਿੱਚ ਬਣਿਆ ਆ, ਇਸ ਏਕੇ ਨੂੰ ਪੋਜ਼ਿਟਿਵ ਲੈ ਕੇ ਉਹ ਚੱਲਣ। ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਨੂੰ ਬੁਲਾਉਣਾ ਚਾਹੀਦਾ ਹੈ, ਗੱਲਬਾਤ ਕਰਨੀ ਚਾਹੀਦੀ ਹੈ ਔਰ ਇਹ ਸਟੇਲਮੇਟ ਤੋੜ ਕੇ ਇਹਦਾ ਕੋਈ ਠੀਕ ਹੱਲ ਜਿਹੜਾ ਉਹ ਲੱਭਣਾ ਚਾਹੀਦਾ ਹੈ। ਔਰ ਸਰਕਾਰ ਤੇ ਇਹਦੀ ਜ਼ਿੰਮੇਵਾਰੀ ਜ਼ਿਆਦਾ ਹੈ, ਸਰਕਾਰ ਤੇ ਇਹਦਾ ਓਨਸ ਵੀ ਜ਼ਿਆਦਾ ਹੈ। वर्तमान किसान अंदोलन ने आम भारतीय नागरिक तक रसाई करके एक नवी चेतनता दे युग दा आरंभ कीता है। केंद्र दे 3 खेती कानूनां दे विरुद्ध अद जुलाई 2020 तो आरंभ होए किसान संघर्ष नूं पूरा साल हो गया अते दिल्ली दियां दहलीज़ां ते बैठे किसानां नूं 8 महीने हो गए ने। प्रधानमंत्री नरेंद्र मोदी दी अगवाई वाली केंद्री हुकूमत अपने किसानां प्रति किन्नी क संवेदनशील है, ये पिछले समय विच पूरी दुनिया जान चुकी है। जिस ढंग नाल पिछले 1 साल दौरान घटनावां वापरियां ने, उस तो यह साबित हो गया है कि वर्तमान केंद्र सरकार कुछ खास किस्म के व्यापारियां, पूंजीपतियां, उद्योगकारियां अते कट्टर हिंदू धार्मिक एजेंडे ते काम करन लई बाजिद है। सरकार ने कदे सुपने विच भी नहीं सोचा होना कि किसान अपने घर-बार अते खेत छड्ड के इन्ना लंबा समा दिल्ली दियां बरूहां ते टिक सकणगे। वर्तमान किसान अंदोलन नूं जिस हिसाब नाल देश भर अते विश्व विचों हमायत मिली है, उस हिसाब नाल किसान अंदोलन नैतिक तौर ते जित हासिल कर चुका है अते केंद्र सरकार हार मान चुकी है। किसान संघर्ष की अगवाई कर रहे किसान आगू सच्चाई, संजम, सबर, शांति अते सुहिर्दता दी मिसाल हो निबड़े ने। हुण यह अंदोलन उस पड़ाव ते पहुंच चुका है जिथों सिर्फ जित हासिल करके ही वापस मुड़न दा रस्ता आउंदा है। किसानां दी जित सच्चाई अते हक दी जित होवेगी। हाले भी केंद्र सरकार कोल ये मौका है कि ਉਹ 2022 ਦਾ सूरज चढ़न तो पहला देश ਦੇ किसानां ਨੂੰ खुश कर लवे, वरना ਇਹ अंदोलन ਕਿਸੇ ਵੱਡੀ ਰਾਜਨੀਤਿਕ ਅਤੇ ਸਮਾਜਿਕ ਤਬਦੀਲੀ ਦਾ ਵੀ ਰਾਹ ਅਖਤਿਆਰ ਕਰ ਸਕਦਾ ਹੈ।